ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ। ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼, ਕੌਮ ਦੀ ਆਵਾਜ਼। ਅੱਜ ਦਾ ਵੀਰਵਾਰ ਦਾ ਬੁੱਧਵਾਰ ਦਾ ਜਿਹੜਾ ਸਾਡਾ ਲੜੀਵਾਰ ਪ੍ਰੋਗਰਾਮ ਹੁੰਦਾ ਹੈ, ਜੋ ਸਰਦਾਰ ਰਜਿੰਦਰ ਸਿੰਘ ਖਾਲਸਾ ਪੰਚਾਇਤ, ਜਿਨ੍ਹਾਂ ਜੋ ਐਸੀ ਸ਼ਖਸੀਅਤ ਨੇ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਅਨੇਕਾਂ ਕਿਤਾਬਾਂ, ਪੰਥਕ ਕਿਤਾਬਾਂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਲਿਖ ਕੇ ਉਹਨਾਂ ਨੇ ਕੌਮ ਦੀ ਝੋਲੀ ਪਾਈਆਂ ਨੇ। ਅਸੀਂ ਇੱਕ ਕਿਤਾਬ ਤੇ ਪੂਰੀ ਵਿਚਾਰ ਲਈ ਸੀ ਆਪਣੇ ਇਸ ਪਲੇਟਫਾਰਮ ਤੋਂ, ਡੇਰਾਵਾਦ ਜਿਹੜਾ ਸੀ ਉਹਦੇ ਸੰਬੰਧ ਵਿੱਚ ਪੂਰੀ ਵਿਚਾਰੀ ਸੀ, ਤੁਸੀਂ ਪੜ੍ਹੀ ਵੀ ਹੋਏਗੀ। ਸਰਦਾਰ ਰਜਿੰਦਰ ਸਿੰਘ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਸਰਮੋਰਤਾ, ਗੁਰੂ ਗ੍ਰੰਥ ਸਾਹਿਬ ਦੀ ਸੋਵਰਨਟੀ, ਸਿਰਤਾਜਗੀ, ਜੋ ਕਿ ਹੈ ਹੀ ਸਿਰਤਾਜ, ਉਹਦੇ ਤੇ ਜਿਹੜਾ ਸਾਹਮਣੇ ਇੱਕ ਨਵਾਂ ਚੈਲੰਜ ਖੜਾ ਕਰਨ ਦੀਆਂ ਜੋ ਕੁਝ ਸ਼ਕਤੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ, ਉਹਦੇ ਸੰਬੰਧ ਵਿੱਚ ਬੜੇ ਲੰਮੇ ਸਮੇਂ ਤੋਂ ਲਿਖ ਕੇ, ਬੋਲ ਕੇ ਲੜ ਰਹੇ ਨੇ। ਸੋ ਗੱਲ ਅਸੀਂ ਕਰਨੀ ਹੈ ਵਿਚਿੱਤਰ ਨਾਟਕ ਦੀ, ਜੋ ਕਾਫੀ ਲੰਮੇ ਸਮੇਂ ਤੋਂ ਅਸੀਂ ਸ਼ੁਰੂ ਕੀਤਾ ਹੈ ਪ੍ਰੋਗਰਾਮ ਵਿੱਚ। ਸਾਨੂੰ ਪੌਜ਼ ਕਰਨਾ ਪਿਆ ਕੁਝ ਸਮੇਂ ਵਾਸਤੇ, ਸਰਦਾਰ ਸਾਹਿਬ ਦੀ ਸਿਹਤ ਥੋੜੀ ਢਿੱਲੀ ਹੋਣ ਕਰਕੇ, ਤੇ ਵਾਪਸ ਫਿਰ ਅਸੀਂ ਸ਼ੁਰੂ ਕਰ ਲਿਆ ਹੈ। 11ਵੇਂ ਅਧਿਆਏ ਤੇ ਅਸੀਂ ਪਹੁੰਚ ਚੁੱਕੇ ਹਾਂ। ਅੱਜ ਅਸੀਂ 11ਵੇਂ ਅਧਿਆਏ ਦੀ ਗੱਲ ਕਰਨੀ ਹੈ। ਮੈਂ ਮਿਸ਼ਨ ਸਟੇਟਮੈਂਟ ਕਹਿ ਦਿਆਂ, ਫਿਰ ਮੈਂ ਸਰਦਾਰ ਰਜਿੰਦਰ ਸਿੰਘ ਨਾਲ ਜਾਣਾ। ਮਿਸ਼ਨ ਸਟੇਟਮੈਂਟ ਹੈ ਸਾਡੀ, ਪੈ ਕਾਹੂ ਕੋ ਦੇਤਨੈ ਨੈ ਪੈ ਮਾਨਤ ਆਨ। ਤੇ ਜਦੋਂ ਸਾਡੇ ਇਸ ਪਲੇਟਫਾਰਮ ਤੋਂ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤੇ ਅਸੀਂ ਹਮੇਸ਼ਾ ਇੱਕ ਪੈਮਾਨਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਹ ਹੈ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਉਸ ਏਕਾ ਦੀ ਵਿਚਾਰਧਾਰਾ ਤੇ ਜੋ ਇੱਕੋ ਹੈ ਬਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕ ਓਂਕਾਰ ਦੀ ਜੋ ਵਿਚਾਰਧਾਰਾ ਹੈ, ਉਹਦੇ ਆਧਾਰ ਤੇ ਅਸੀਂ ਹਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ ਜਿਹੜਾ ਵਾ, ਉਹਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਵੇਲੇ ਸਾਡੇ ਕੋਲ ਧਰਮ ਦੀ ਦੁਨੀਆ ਅੰਦਰ ਵਿਚਰਦੇ, ਭਾਵੇਂ ਉਹ ਮੈਨੇਜਮੈਂਟ ਕਮੇਟੀਆਂ ਨਾਲ ਸੰਬੰਧਿਤ ਕਿਸੇ ਵੇਲੇ ਕੋਈ ਗੱਲ ਕਰ ਵੀ ਜਾਣ ਤੇ ਸਾਨੂੰ ਟੋਕਣਾ ਪੈਂਦਾ, ਇਸ ਕਰਕੇ ਮਿਸ਼ਨ ਸਟੇਟਮੈਂਟ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਪ੍ਰਭਦੀਪ ਸਿੰਘ ਜੀ, ਆਪ ਜੀ ਨੂੰ ਅਤੇ ਆਪਣੇ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਤੁਸੀਂ 11ਵੇਂ ਅਧਿਆਏ ਤੇ ਪਹੁੰਚਾ ਦਿੱਤਾ ਹੈ ਸਾਡੇ ਦਰਸ਼ਕਾਂ ਨੂੰ। 11ਵੇਂ ਅਧਿਆਏ ਤੇ ਅਸੀਂ ਪਹੁੰਚ ਚੁੱਕੇ ਹਾਂ। ਪਿੱਛੋਂ ਅਸੀਂ ਬਹੁਤ ਡੀਟੇਲ ਨਾਲ ਵਿਚਾਰਿਆ ਏ, ਬੜੇ ਕ੍ਰੋਸ ਐਗਜ਼ਾਮੀਨੇਸ਼ਨ ਨਾਲ ਗੁਰਬਾਣੀ ਦੇ ਉਸ ਏਕਾ ਦੀ ਵਿਚਾਰਧਾਰਾ ਦੇ ਪੈਮਾਨੇ ਨੂੰ ਮੁੱਖ ਰੱਖ ਕੇ, ਸਾਹਮਣੇ ਰੱਖ ਕੇ ਅਸੀਂ ਵਿਚਾਰ ਲਿਆ। ਇੱਕ ਬੰਨੇ ਨਾਟਕ ਚੇਟਕ ਹੈ ਜੋ ਵਿਚਿੱਤਰ ਨਾਟਕ ਦੇ ਰੂਪ ਦੇ ਵਿੱਚ ਹੈ, ਤੇ ਇੱਕ ਬੰਨੇ ਉਹ ਇਲਾਹੀ ਬਾਣੀ ਹੈ ਜਿਹਦੇ ਵਾਸਤੇ ਗੁਰੂ ਸਾਹਿਬ ਇੱਕ ਸਾਧਨ ਤੇ ਬੰਦੇ ਨੇ। ਕਹਿੰਦੇ ਨੇ, ਉਹ ਕਹਿੰਦੇ ਨੇ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਆਪਣੀ ਹੋਂਦ ਜ਼ਰੂਰ ਹੈ ਉਹਨਾਂ ਦੀ, ਮੈਂ ਹੈ, ਪਰ ਕਹਿੰਦੇ ਮੈਂ ਹੈ ਜ਼ਰੂਰ ਹੈ, ਪਰ ਮੈਂ ਦਾ ਕੁਛ ਨਹੀਂ। ਇਹ ਤੇ ਹੁਕਮ ਹੋਇਆ, ਜੋ ਹੁਕਮ ਹੋਇਆ ਉਸ ਹੁਕਮ ਦੇ ਨਾਲ ਮੈਂ ਤੁਹਾਨੂੰ ਕਹਿ ਦਿੱਤੀ, ਜੈਸੀ ਮੈਂ ਆਵੇ, ਮੈਂ ਹੈ ਪਰ ਮੈਂ ਨਹੀਂ। ਜਿਵੇਂ ਕਬੀਰ ਕਹਿੰਦੇ ਨੇ, ਕਿਸੇ ਵੇਲੇ ਕਬੀਰ ਇੰਨੇ ਉੱਚੇ ਲੈਵਲ ਤੇ ਚਲੇ ਜਾਂਦੇ ਨੇ, ਕਹਿੰਦੇ ਨੇ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜਿਹੜਾ ਧਾਰਮਿਕ ਬੌਧਿਕਤਾ ਤੋਂ ਮਾੜਾ ਏ, ਵੀਕ ਹੈ, ਕਮਜ਼ੋਰ ਹੈ, ਉਹ ਸਮਝੇਗਾ ਵੀ ਬੜਾ ਮਾਨ ਹੈ, ਬੜਾ ਅਭਿਮਾਨ ਕਰ ਗਏ ਕਬੀਰ। ਉਹ ਕਹਿੰਦੇ ਮੇਰੇ ਪਿੱਛੇ ਰੱਬ ਲਾ ਕੇ ਤੁਰਿਆ ਫਿਰਦਾ ਹੈ। ਪਰ ਉੱਥੇ ਕਬੀਰ ਨਾਮ ਤੇ ਜ਼ਰੂਰ, ਪਰ ਕਬੀਰ ਦੀ ਸ਼ਖਸੀਅਤ, ਉਹਦੇ 'ਚ ਭੇਦ ਕਬੀਰ ਨਹੀਂ ਨੇ। ਉਹ ਵਾਕਈ ਹਰ ਦਾ ਰੂਪ ਹੋ ਗਏ ਨੇ, ਜਿਵੇਂ ਗੁਰ ਪਰਮੇਸ਼ਰ ਇੱਕੋ ਜਾਣ। ਸੋ ਇੱਕ ਬੰਨੇ ਤੇ ਉਹ ਗੁਰੂ ਦੀ ਇਲਾਹੀ ਬਾਣੀ, ਜੋ ਇਲਾਹੀ ਗੁਰੂ ਸਾਹਿਬ ਨੂੰ ਆਮਦੀਦ ਹੋਈ, ਇੱਕ ਬੰਨੇ ਨਾਟਕ। ਵੈਸੇ ਤੇ ਇਹ ਕੰਪੈਰੀਜ਼ਨ ਹੀ ਕੋਈ ਨਹੀਂ, ਇਹ ਤੇ ਅਨਈਵਨ ਕੰਪੈਰੀਜ਼ਨ ਹੈ। ਪਰ ਮੁਸ਼ਕਲ ਇਹ ਆ ਗਈ ਹੈ ਵੀ ਸਾਡੇ ਅੰਦਰ ਇਹ ਵਾੜ ਦਿੱਤੀ ਗਈ, ਅਸੀਂ ਇਸ ਅਨਈਵਨ ਕੰਪੈਰੀਜ਼ਨ ਨੂੰ ਆਪਣੇ
ਕੌਮੀ ਕਾਰਜ ਭਾਵੇਂ ਉਹ ਅੰਮ੍ਰਿਤ ਸੰਸਕਾਰ ਹੋਵੇ ਜੀ, ਇਸ ਸੰਬੰਧ ਵਿੱਚ ਸਰਦਾਰ ਰਜਿੰਦਰ ਸਿੰਘ ਖਾਲਸਾ ਪੰਚਾਇਤ ਹੋਣਾ ਨੇ ਆਰਟੀਕਲ ਵੀ ਬੜਾ ਸੋਹਣਾ ਲਿਖਿਆ ਸੀ, ਸਾਰੀਆਂ ਰੈਫਰੈਂਸਸ ਦੇ ਕੇ, ਭਾਵੇਂ ਉਹ ਨਿਤਨੇਮ ਤੇ ਭਾਵੇਂ ਅੰਮ੍ਰਿਤ ਸੰਸਕਾਰ ਦਾ। ਤੇ ਇੱਥੇ ਆਪਾਂ ਪ੍ਰੋਗਰਾਮ ਵੀ ਕਰ ਚੁੱਕੇ ਹਾਂ। ਅਸੀਂ ਉਸ ਇਲਾਹੀ ਬਾਣੀ ਦੇ ਬਰਾਬਰ ਇਸ ਇੱਕ ਜਿਹੜਾ ਕਿ ਅਨਈਵਨ ਕੰਪੈਰੀਜ਼ਨ, ਉਹਨੂੰ ਇਲਾਹੀ ਬਾਣੀ ਦੇ ਬਰਾਬਰ ਇੰਪੋਰਟੈਂਸ ਦੇ ਰਹੇ ਨੇ। ਇਸ ਕਰਕੇ ਸਾਨੂੰ ਉਸ ਪੈਮਾਨੇ ਤੇ ਪਰਖਣੀ ਪੈ ਰਹੀ, ਅਦਰਵਾਈਜ਼ ਇਹਦੀ ਕੋਈ ਸਟੈਂਡਰਡ ਨਹੀਂ ਹੈ। ਸਰਦਾਰ ਰਜਿੰਦਰ ਸਿੰਘ ਜੀ, ਮੈਂ ਤੁਹਾਨੂੰ 11ਵੇਂ ਅਧਿਆਏ ਤੇ ਲੈ ਕੇ ਜਾ ਰਿਹਾ। ਮੈਂ ਚਾਹੁੰਦਾ ਵੀ ਤੁਸੀਂ ਮੁੱਢਲੇ ਰੂਪ ਦੇ ਵਿੱਚ ਆਪਣਾ ਪ੍ਰਤੀਕਰਮ ਦੇ ਕੇ ਤੇ ਆਪਾਂ ਅੱਜ ਦੀ ਜਿਹੜੀ ਗੱਲਬਾਤ ਸ਼ੁਰੂ ਕਰੀਏ ਜੀ। ਪ੍ਰਭਦੀਪ ਸਿੰਘ ਜੀ, ਪਹਿਲਾਂ ਤੇ ਜਿਹੜੀ ਤੁਸੀਂ ਹੁਣੇ ਗੱਲ ਕਹੀ ਹੈ ਨਾ, ਮੈਨੂੰ ਥੋੜਾ ਜਿਹਾ ਉੱਤੇ ਇਤਰਾਜ਼ ਹੈ ਕਿ ਅਸੀਂ ਉਹਨੂੰ ਬਰਾਬਰ ਦਾ ਕੰਪੈਰੀਜ਼ਨ ਦੇ ਰਹੇ ਹਾਂ। ਅਸੀਂ ਨਹੀਂ ਦੇ ਰਹੇ, ਕੁਝ ਇੱਕ ਭੁੱਲੜ ਵੀਰ ਦੇ ਰਹੇ ਨੇ ਜੀ। ਉਹਨਾਂ ਵਿੱਚ ਬਹੁਤ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਇਹਨੂੰ ਕਦੀ ਪੜ੍ਹਿਆ ਹੀ ਨਹੀਂ, ਪੜ੍ਹਿਆ ਤੇ ਕੀ ਵੇਖਿਆ ਹੀ ਨਹੀਂ। ਜਿਹੜਾ ਪੜ੍ਹ ਲਵੇ, ਜਿਹੜਾ ਤੇ ਗੁਰਮਤ ਨੂੰ ਸਮਝਣ ਵਾਲਾ, ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਵ ਨਾਲ ਸਮਝਦਾ, ਉਹ ਇਹਨੂੰ ਪੜ੍ਹ ਲਵੇ ਤੇ ਉਹਦੇ ਵੱਲ ਮੁੜ ਕੇ ਵੇਖੇਗਾ ਹੀ ਨਹੀਂ। ਅਸੀਂ ਦੂਸਰਿਆਂ ਦੀ ਗੱਲ ਕਿਉਂ ਕਰੀਏ, ਆਪਣੀ ਗੱਲ ਕਰੀਏ। ਇੱਕ ਸਮਾਂ ਅਸੀਂ ਵੀ ਬੜੇ ਭਾਵਕ ਹੋ ਜਾਂਦੇ ਸਾਂ ਜੀ, ਦਸਮ ਪਾਤਸ਼ਾਹ ਦੀ ਬਾਣੀ ਹੈ, ਉਹਦੇ ਬਾਰੇ ਕਿਵੇਂ ਕਹਿ ਰਹੇ ਹੋ, ਉਹਦੇ ਬਾਰੇ ਕਿਸੇ ਨੂੰ ਕਹਿਣ ਦਾ ਅਧਿਕਾਰ ਨਹੀਂ। ਖਾਸ ਤੌਰ ਤੇ ਨਿੱਕੀ ਦੀਆਂ ਬਾਣੀਆਂ ਬਾਰੇ ਬੜੇ ਭਾਵਕ ਹੋ ਜਾਈਦਾ ਸੀ ਜੀ। ਲੇਕਿਨ ਸੱਚਾਈ ਹੈ ਕਿ ਆਪ ਨਹੀਂ ਸੀ ਪੜ੍ਹਿਆ। ਆਪ ਸਿਰਫ ਅੰਮ੍ਰਿਤ ਕੀਰਤਨ ਦੇ ਵਿੱਚੋਂ ਕੁਝ ਇੱਕ ਸ਼ਬਦ, ਕੁਝ ਇੱਕ ਰਚਨਾਵਾਂ ਜਿਹੜੀਆਂ ਸੂਟ ਕਰਦੀਆਂ ਆਪਣੇ ਲੈਕਚਰਸ ਵਿੱਚ ਵਰਤਣ ਵਾਸਤੇ, ਉਹ ਘੱਟ ਲਈਆਂ। ਤੇ ਕੋਈ ਪੁੱਛਦਾ ਸੀ ਤੇ ਕਹਿੰਦੇ ਸਾਂ ਪੜ੍ਹਿਆ, ਲੇਕਿਨ ਅਸਲੀਅਤ ਹੈ ਕਿ ਆਪ ਪੜ੍ਹਿਆ ਨਹੀਂ ਸੀ। ਜਿਸ ਵੇਲੇ ਪੜ੍ਹਿਆ ਉਸ ਵੇਲੇ ਗੁਰਤ ਆਈ ਵੀ ਅਸੀਂ ਕਿਸ ਅੰਮ੍ਰਿਤ ਨੂੰ ਛੱਡ ਕੇ ਕਿਸ ਬਿਖ ਵੱਲ ਜਾ ਰਹੇ ਹਾਂ, ਔਰ ਕਿਵੇਂ ਬਿਖ ਤੇ ਅੰਮ੍ਰਿਤ ਦਾ ਜਿਹੜਾ ਹੈ ਉਹ ਰਲਗੱਡ ਕਰੀ ਜਾ ਰਹੇ ਹਾਂ। ਸੋ ਮੈਂ ਸਮਝਦਾ ਉਹ ਵੀਰ ਜਿਨ੍ਹਾਂ ਨੇ ਕਦੀ ਪੜ੍ਹਿਆ ਨਹੀਂ, ਵੇਖਿਆ ਨਹੀਂ, ਕੁਝ ਭੁੱਲੜ ਵੀਰ ਜਿਹੜੇ ਲੋਕਾਂ ਦੀਆਂ ਗੱਲਾਂ 'ਚ ਲੱਗ ਕੇ, ਜਾਂ ਕੁਝ ਸ਼ਰਾਰਤੀ ਜਿਹੜੇ ਇਹਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਉਹ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ। ਆਮ ਸਿੱਖ ਨੂੰ ਹੁਣ ਹੌਲੀ ਹੌਲੀ ਸਮਝਣ ਲੱਗਣ ਲੱਗ ਪਈ ਹੈ, ਔਰ ਉਹ ਇਹਦੇ ਕੋਲੋਂ ਦੂਰ ਹੋਈ ਜਾ ਰਿਹਾ ਹਰ ਦਿਨ। ਬਿਲਕੁਲ ਸਹੀ ਕਿਹਾ ਆਪਾਂ ਹੁਣ ਆਪਾਂ ਅੱਜ ਦੇ ਵਿਸ਼ੇ ਤੇ ਆਈਏ ਜੀ। ਅੱਜ ਦੇ ਵਿਸ਼ੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਪਿਛਲੀ ਵਾਰੀ ਕੁਝ ਬੇਨਤੀਆਂ ਕੀਤੀਆਂ ਸਨ, ਇੱਕ ਦੋ ਬੇਨਤੀਆਂ ਦੁਬਾਰਾ ਦੁਹਰਾਉਣਾ ਚਾਹੁੰਦਾ। ਜਿਹੜਾ ਅਸੀਂ ਇਹ ਭਾਗ ਵਿਚਾਰ ਰਹੇ ਹਾਂ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀ ਇਹ ਸਵੈ ਜੀਵਨੀ ਹੈ, ਆਟੋਬਾਇਓਗ੍ਰਾਫੀ ਹੈ। ਬਿਲਕੁਲ, ਆਟੋਬਾਇਓਗ੍ਰਾਫੀ ਉਹ ਹੁੰਦੀ ਹੈ, ਬਾਇਓਗ੍ਰਾਫੀ ਤੇ ਕੋਈ ਵੀ ਲਿਖ ਸਕਦਾ ਹੈ, ਮੇਰੇ ਜੀਵਨ ਦੀ ਘਾਟ ਕੋਈ ਲਿਖ ਸਕਦਾ ਦੂਸਰਾ। ਆਟੋਬਾਇਓਗ੍ਰਾਫੀ ਉਹ ਹੁੰਦੀ ਹੈ ਜਿਹੜੀ ਮੈਂ ਆਪਣੇ ਜੀਵਨ ਦੀ ਕਹਾਣੀ ਮੈਂ ਆਪ ਲਿਖਾਂ। ਸੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਟੋਬਾਇਓਗ੍ਰਾਫੀ ਕਹੀ ਜਾਂਦੀ ਹੈ ਜੀ, ਜੋ ਆਪਣੇ ਹੱਥ ਨਾਲ। ਹੁਣ ਜਿਹੜੀ ਆਟੋਬਾਇਓਗ੍ਰਾਫੀ ਹੁੰਦੀ ਹੈ ਨਾ, ਉਹਦੇ ਵਿੱਚ ਬੰਦਾ ਉਹ ਗੱਲਾਂ ਲਿਖਦਾ ਜਿਹਦੇ ਵਿੱਚ ਉਹ ਆਪ ਇਨਵੋਲਵ ਹੁੰਦਾ ਜੀ, ਜਾਂ ਉਹਦੇ ਜੀਵਨ ਨਾਲ ਸੰਬੰਧਿਤ ਹੁੰਦੀਆਂ ਨੇ। ਉਹਦੇ ਵਿੱਚ ਸਿਰਫ ਜੰਗ ਹੀ ਨਹੀਂ ਹੁੰਦੇ, ਜੀਵਨ ਦੇ ਵਿੱਚ ਹੋਰ ਬਹੁਤ ਕੁਝ ਹੁੰਦਾ। ਬਿਲਕੁਲ, ਮੈਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਜਿਹੜਾ ਪਹਿਲਾਂ ਨਦੌਨ ਦੀ ਲੜਾਈ ਹੋਈ, ਨਦੌਨ ਦੀ ਲੜਾਈ 1691 ਦੇ ਵਿੱਚ ਹੋਈ ਜੀ, ਔਰ ਉਹਦੇ ਬਾਅਦ ਅਗਸਤ 95 ਦੇ ਵਿੱਚ ਅਗਲੀ ਜੰਗ ਹੋਈ। ਅਗਸਤ 95 ਤੱਕ ਵਿੱਚੋਂ ਕੋਈ ਲੜਾਈ ਨਹੀਂ ਹੈ। 4 ਸਾਲ ਤੋਂ ਉੱਪਰ ਦਾ ਸਮਾਂ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚ ਕੋਈ ਘਟਨਾਵਾਂ ਨਹੀਂ ਹੋਈਆਂ ਜੀ। ਬਿਲਕੁਲ, ਲੇਕਿਨ ਇੱਥੇ ਕੋਈ ਉਹਦਾ ਰੈਫਰੈਂਸ ਨਹੀਂ ਹੈ। ਉਹਦੇ ਵਿੱਚ ਇੱਕ ਦੋ ਗੱਲਾਂ ਤੇ ਬਹੁਤ ਮਹੱਤਵਪੂਰਨ ਨੇ ਜਿਹੜੀਆਂ ਆਉਣੀਆਂ ਚਾਹੀਦੀਆਂ ਸੀ ਜੀ। ਮੈਂ ਬਜਾਏ ਇਸ ਦੇ ਕਿ ਪਿਛਲੇ ਗੱਲਾਂ ਨੂੰ ਦੁਹਰਾਵਾਂ, ਪਿਛਲੇ ਭਾਗ ਦੇ ਵਿੱਚ 10ਵੇਂ ਭਾਗ ਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਦਿਲਾਵਰ ਖਾਨ ਦਾ ਪੁੱਤਰ ਰੁਸਤਮ ਖਾਨ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਤੇ ਚੜ੍ਹ ਕੇ ਆਇਆ ਜੀ।
ਔਰ ਉਹ ਸਿੰਘਾਂ ਦਾ ਜੋਸ਼ ਦੇਖ ਕੇ, ਔਰ ਇੱਕ ਉਹ ਜਿਹੜੀ ਚੋਰ ਰਸਤੇ 'ਚ ਪੈਂਦੀ ਸੀ, ਜਿਹੜੀ ਪਾਣੀ ਨਾਲ ਭਰੀ ਹੋਈ ਸੀ, ਬੜੇ ਠੰਡੇ ਪਾਣੀ ਨਾਲ, ਉਹਦੀ ਹਾਰ ਬਰਦਾਸ਼ਤ ਨਾ ਕਰਦਾ ਹੋਇਆ ਬਗੈਰ ਟਾਕਰਾ ਕੀਤੇ ਉੱਥੋਂ ਮੁੜ ਗਿਆ। ਰਸਤੇ ਦੇ ਵਿੱਚ ਉਹਨੇ ਇੱਕ ਦੋ ਪਿੰਡ ਜਿਹੜੇ ਨੇ ਉਹਨਾਂ ਨੂੰ ਲੁੱਟਿਆ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟਾਕਰਾ ਨਹੀਂ ਕਰ ਸਕਿਆ। ਇਹਦੇ ਵਿੱਚ ਵੀ ਲਿਖਿਆ ਤੇ ਇਤਿਹਾਸ ਵੀ ਇਹੀ ਕਹਿੰਦਾ। ਜਿਹੜੀ ਗੱਲ ਮਿਲਦੀ ਹੈ, ਮੈਂ ਉਹਦੇ ਵਿੱਚ ਕੋਈ ਬਿਲਕੁਲ ਜਿਹੜਾ ਨਾ ਕੋਈ ਲੁਕਾ ਨਹੀਂ ਕਰਨਾ ਚਾਹੁੰਦਾ। ਨਹੀਂ, ਬਿਲਕੁਲ ਨਹੀਂ। ਲੇਕਿਨ ਜਿਹੜਾ ਹੁਣ ਅੱਜ ਦਾ ਸਿਲਸਿਲਾ ਹੈ, ਜਿਹੜਾ ਅੱਜ ਦਾ ਭਾਗ ਹੈ ਜੀ, ਹੁਸੈਨੀ ਦਾ ਯੁੱਧ ਜਿਹੜਾ ਹੈ, ਕਥਨ, ਜਿਹਨੂੰ ਬਚਿੱਤਰ ਨਾਟਕ ਵਿੱਚ ਜਿਹੜਾ ਲਿਖਿਆ ਗਿਆ, ਉਹ ਲਿਖਿਆ ਗਿਆ ਹੁਸੈਨੀ ਯੁੱਧ ਕਥਨੰ। ਔਰ ਰਤਨ ਸਿੰਘ ਜੱਗੀ ਜੀ ਨੇ, ਡਾਕਟਰ ਰਤਨ ਸਿੰਘ ਜੱਗੀ ਜੀ ਨੇ ਜਿਹੜਾ ਉਹਦਾ ਅਨੁਵਾਦ ਕੀਤਾ ਹੁਸੈਨੀ ਯੁੱਧ ਦੇ ਹਾਲ ਦਾ ਕਥਨ। ਇਹਦੀ ਜਿਸ ਲਈ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਇੱਕ ਦੋ ਗੱਲਾਂ ਬੜੀਆਂ ਮਹੱਤਵਪੂਰਨ ਸਮਝਣ ਵਾਲੀਆਂ ਨੇ ਜੀ। ਉਹ ਮਹੱਤਵਪੂਰਨ ਹੈ ਕਿ ਸਾਡਾ ਇਤਿਹਾਸ ਕੀ ਕਹਿੰਦਾ। ਜੋ ਸਾਡਾ ਇਤਿਹਾਸ ਹੈ, ਉਹ ਇਤਿਹਾਸ ਇਹ ਕਹਿੰਦਾ ਹੈ ਕਿ ਜਿਸ ਵੇਲੇ ਰੁਸਤਮ ਖਾਨ ਵਾਪਸ ਗਿਆ ਤੇ ਉਹਦੇ ਪਿਓ ਨੇ, ਦਿਲਾਵਰ ਖਾਨ ਨੇ ਵੇਖਿਆ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਬਗੈਰ ਗੁਰੂ ਗੋਬਿੰਦ ਸਿੰਘ ਦਾ ਟਾਕਰਾ ਕੀਤੇ ਬਗੈਰ ਵਾਪਸ ਆ ਗਿਆ, ਤੇ ਉਹ ਬੜਾ ਸ਼ਰਮਿੰਦਾ ਵੀ ਹੋਇਆ ਤੇ ਉਹਨੂੰ ਗੁੱਸਾ ਵੀ ਬੜਾ ਆਇਆ ਜੀ। ਉਹਨੇ ਆਪਣੇ ਸਾਥੀਆਂ ਦੇ ਵਿੱਚੋਂ ਵੰਗਾਰ ਪਾਈ ਹੈ, ਤੇ ਉਹਨਾਂ ਦੇ ਵਿੱਚੋਂ ਹੁਸੈਨੀ ਜਿਹੜਾ, ਜਿਹਦਾ ਪੂਰਾ ਨਾਂ ਹੁਸੈਨ ਖਾਨ ਹੈ, ਉਹ ਨਿੱਤਰ ਕੇ ਆਇਆ ਕਿ ਤੁਸੀਂ ਮੈਨੂੰ ਮੌਕਾ ਦਿਓ ਜੀ, ਮੈਂ ਜਾਵਾਂਗਾ ਤੇ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਟਾਕਰਾ ਕਰਾਂਗਾ ਜੀ। ਹੁਣ ਇੱਕ ਤਾਂ ਇੱਥੇ ਹੁਸੈਨ ਖਾਨ ਦਾ ਕੋਈ ਰੈਫਰੈਂਸ ਹੁਸੈਨੀ ਆ ਗਿਆ, ਲਫ਼ਜ਼ ਜਿਹੜਾ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ, ਲਿਖ ਦਿੱਤਾ ਗਿਆ, ਕਰਿਓ ਜੋਰ ਸੈਨੰ ਹੁਸੈਨੀ ਪਿਆਨੰ, ਪ੍ਰਥਮ ਕੂਟ ਕਹਿ ਲੂਟ ਦੀਨੋ ਅਵਾਨੰ ਲੀਨੋ ਅਵਾਨੰ। ਉਸ ਤੋਂ ਪਹਿਲਾਂ ਤਹਾਂ ਠੋਕ ਬਾਹਾਂ ਹੁਸੈਨੀ ਗਰਜਿਅੰ, ਸੂਰ ਲੈ ਲੈ ਸਿਲਾ ਸਾਜ ਸਜਿਅੰ। ਉਹਦੇ ਬਾਅਦ ਕਰਿਓ ਜੋਰ ਸੈਨੰ ਹੁਸੈਨੀ ਪਿਆਨੰ, ਪ੍ਰਥਮ ਕੂਟ ਕਹਿ ਲੂਟ ਲੀਨੋ ਅਵਾਨੰ। ਪੁਨਰ ਡਡਵਾਲ ਕੀਓ ਜੀਤ ਜੋਰੰ, ਕਰੇ ਵੇਦ ਕਹਿ ਰਾਜ ਉਤਰਾਣ ਚੇਰੰ। ਇੱਥੇ ਹੁਸੈਨੀ ਦਾ ਰੈਫਰੈਂਸ ਆ ਗਿਆ, ਲੇਕਿਨ ਹੁਸੈਨੀ ਕੌਣ ਹੈ, ਹੁਸੈਨ ਖਾਨ ਕੌਣ ਹੈ ਬੰਦਾ, ਉਹਦੀ ਕੀ ਸ਼ਖਸੀਅਤ ਹੈ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ। ਇਹ ਕੋਈ ਵੀ ਜਿਹੜਾ ਸੂਝਵਾਨ ਲਿਖਾਰੀ ਹੈ ਉਹ ਇੰਨਾ ਇਗਨੋਰੈਂਟ ਨਹੀਂ ਹੋ ਸਕਦਾ, ਬਿਲਕੁਲ ਆਪਣੇ ਪਾਠ ਪੂਰਾ ਰੈਫਰੈਂਸ ਨਾ ਦੇਵੇ। ਉਹਨਾਂ ਜਿਹੜਾ ਹੁਸੈਨੀ ਖਾਨ ਹੈ ਨਾ, ਇਹ ਕਾਂਗੜੇ ਦਾ ਕਿਲੇਦਾਰ ਹੈ, ਕਾਂਗੜੇ ਦਾ ਕਿਲੇਦਾਰ ਹੈ, ਉਹ ਆਇਆ ਚੜ ਕੇ ਜੀ। ਜਿਹੜਾ ਸਾਡਾ ਇਤਿਹਾਸ ਕਹਿੰਦਾ ਉਹ ਇਹ ਕਹਿੰਦਾ ਹੈ, ਮੈਂ ਪਹਿਲਾਂ ਇੱਕ ਵਾਰੀ ਉਹ ਰੈਫਰੈਂਸ ਦਿੱਤਾ ਸੀ, ਉਹ ਦੱਸਿਆ ਸੀ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਤੋਂ ਵਾਪਸ ਆ ਗਏ ਨੇ, ਅਨੰਦਪੁਰ ਸਾਹਿਬ ਆ ਕੇ ਵਸਾਉਣਾ ਸ਼ੁਰੂ ਕੀਤਾ, ਉਸ ਵੇਲੇ ਰਾਜਾ ਅਜਮੇਰ ਚੰਦ ਦੀ ਅਗਵਾਈ ਦੇ ਵਿੱਚ ਸਾਰੇ ਪਹਾੜੀ ਰਾਜੇ ਇਕੱਠੇ ਹੋਏ ਨੇ। ਅਜਮੇਰ ਚੰਦ ਨੇ ਉਹਨਾਂ ਨੂੰ ਪ੍ਰੇਰਿਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਲਈਏ, ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਚੱਲੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਲਈ ਜਿਸ ਵੇਲੇ ਇਕੱਠੇ ਹੋਏ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਪਹਿਲੀ ਗੱਲ ਤੇ ਹੈ ਕਿ ਤੁਸੀਂ ਅਣਖ ਨਾਲ ਜੀਣਾ ਸਿੱਖੋ। ਤੁਸੀਂ ਮੁਗਲ ਹਾਕਮਾਂ ਨੂੰ ਮਾਲੀਆ ਤਾਰਦੇ ਹੋ, ਉਹਨਾਂ ਦੇ ਗੁਲਾਮ ਬਣ ਕੇ ਜੀਵਨ ਬਤੀਤ ਕਰ ਰਹੇ ਹੋ ਜੀ, ਤੇ ਤੁਸੀਂ ਚਾਹੀਦਾ ਇਹ ਹੈ ਕਿ ਤੁਸੀਂ ਉਹਨਾਂ ਦਾ ਟਾਕਰਾ ਕਰੋ, ਤੁਸੀਂ ਉਹਨਾਂ ਨਾਲੋਂ ਕਮਜ਼ੋਰ ਨਹੀਂ ਹੋ। ਉਹਨਾਂ ਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਜੀ ਤੁਸੀਂ ਸਾਡੀ ਅਗਵਾਈ ਕਰੋ, ਜੇ ਤੁਸੀਂ ਸਾਡੀ ਅਗਵਾਈ ਕਰੋ, ਤੁਸੀਂ ਸਾਡੀ ਮਦਦ ਕਰੋ, ਤੇ ਫਿਰ ਅਸੀਂ ਉਹਨਾਂ ਦਾ ਟਾਕਰਾ ਕਰਨ ਨੂੰ ਤਿਆਰ ਆ। ਉਹਦਾ ਨਤੀਜਾ ਹੋਇਆ, ਪਹਿਲਾਂ ਆਪਾਂ ਨਦੌਨ ਦੇ ਜੰਗ ਦੇ ਵਿੱਚੋਂ ਵੇਖ ਚੁੱਕੇ ਹਾਂ ਕਿ ਉਹ ਟਾਕਰਾ ਕਰਨ ਲਈ ਅੱਗੇ ਆਏ ਨੇ। ਲੇਕਿਨ ਉਹਦੇ ਬਾਅਦ ਦੇ ਵਿੱਚ ਇੱਕ ਦੋ ਘਟਨਾਵਾਂ ਜਿਹੜੀ ਪਿਛਲੀ ਵਾਰੀ ਮੈਂ ਰੈਫਰੈਂਸ ਦਿੱਤਾ ਸੀ ਹੋਈਆਂ ਨੇ, ਕਿ ਅਜਮੇਰ ਚੰਦ ਜਿਹੜਾ ਉਹਦੀ ਮੌਤ ਹੋ ਗਈ ਹੈ, ਤੇ ਉਹਦਾ ਪੁੱਤਰ ਜਿਹੜਾ ਹੈ
ਉਹ ਉਹਦੀ ਜਗ੍ਹਾ ਦੇ ਉੱਤੇ ਬਹਿ ਗਿਆ, ਅਜਮੇਰ ਚੰਦ ਦੀ ਜਗ੍ਹਾ ਦੇ ਉੱਤੇ ਭੀਮ ਚੰਦ ਜੀ, ਸੌਰੀ ਖਿਮਾ ਕਰਨਾ, ਭੀਮ ਚੰਦ ਨੇ ਉਸ ਵੇਲੇ ਸਾਰੀ ਕੀਤੀ ਹੈ। ਭੀਮ ਚੰਦ ਦੀ ਜਗ੍ਹਾ ਦੇ ਉੱਤੇ ਉਹਦਾ ਪੁੱਤਰ ਅਜਮੇਰ ਚੰਦ ਬਹਿ ਗਿਆ। ਬਿਲਕੁਲ ਜੀ। ਜਿਸ ਵੇਲੇ ਭੀਮ ਚੰਦ ਜਿੰਨਾ ਚਿਰ ਜਿਉਂਦਾ ਹੈ ਨਾ, ਬਿਲਾਸਪੁਰ ਰਿਆਸਤ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਬੜੇ ਸੁਖਾਵੇਂ ਸੰਬੰਧ ਰਹੇ ਨੇ, ਬੜੇ ਚੰਗੇ ਸੰਬੰਧ ਰਹੇ ਨੇ। ਲੇਕਿਨ ਜਿਹੜਾ ਅਜਮੇਰ ਚੰਦ ਹੈ, ਉਹਦਾ ਇੱਕ ਵਜ਼ੀਰ ਹੈ ਪਰਮਾਨੰਦ ਬ੍ਰਾਹਮਣ ਜੀ, ਉਹ ਸਿੱਖਾਂ ਨਾਲ ਬੜੀ ਖਾਰ ਖਾਂਦਾ। ਔਰ ਜਿਸ ਵੇਲੇ ਅਜਮੇਰ ਚੰਦ ਰਾਜਾ ਬਣ ਗਿਆ, ਉਹ ਪਰਮਾਨੰਦ ਨੂੰ ਮੌਕਾ ਮਿਲ ਗਿਆ, ਉਹਨੇ ਉਹਨੂੰ ਚੁੱਕ ਚੁਕਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਉਹਨਾਂ ਦੇ ਸੰਬੰਧ ਜਿਹੜੇ ਨੇ ਉਹ ਖਤਮ ਕਰਾ ਦਿੱਤੇ ਨੇ। ਹੁਣ ਅੱਜ ਦੇ ਜੰਗ ਨਾਲ ਉਹਦਾ ਸੰਬੰਧ ਇਹ ਹੈ ਕਿ ਜਿਸ ਵੇਲੇ ਹੁਸੈਨੀ ਚੜ੍ਹ ਕੇ ਆਇਆ ਨਾ, ਜੀ, ਉਹਨੇ ਡਡਵਾਲ ਦੇ ਉੱਤੇ ਤੇ ਇਹਦੇ ਉੱਤੇ ਬਿਲਾਸਪੁਰ ਉੱਤੇ ਹਮਲਾ ਕੀਤਾ। ਇਹਨਾਂ ਨੇ ਅਜਮੇਰ ਚੰਦ ਨੇ ਤੇ ਡਡਵਾਲੀਏ ਨੇ, ਇਹਨਾਂ ਨੇ ਰਲ ਕੇ ਉਹਦਾ ਮੁਕਾਬਲਾ ਕੀਤਾ। ਬਿਲਾਸਪੁਰੀਆਂ ਨੇ ਤੇ ਡਡਵਾਲੀਆਂ ਨੇ ਰਲ ਕੇ ਉਹਦਾ ਮੁਕਾਬਲਾ ਕੀਤਾ ਜੀ, ਲੇਕਿਨ ਦੋਨੋਂ ਹਾਰ ਗਏ ਨੇ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਨਹੀਂ ਮੰਗੀ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਿਨਾਰਾ ਕਰਨਾ ਚਾਹੁੰਦੇ ਨੇ। ਜੀ, ਹਾਰਨ ਤੋਂ ਬਾਅਦ ਹੁਸੈਨੀ ਨੇ ਉਹਨਾਂ ਤੇ ਕੰਡੀਸ਼ਨ ਰੱਖਤੀ ਵੀ ਤੁਹਾਨੂੰ ਜ਼ਿੰਦਗੀ ਤਾਂ ਬਖਸ਼ਾਂਗਾ ਵੀ ਤੁਸੀਂ ਆਪਣੀਆਂ ਫੌਜਾਂ ਲੈ ਕੇ ਮੇਰੇ ਵੱਲੋਂ ਜੰਗ ਕਰੋ ਆਪਣੇ ਬਾਕੀ ਪਹਾੜੀ ਰਾਜਿਆਂ ਨਾਲ। ਉਹ ਉਹਦੇ ਵਾਸਤੇ ਤਿਆਰ ਹੋ ਗਏ ਨੇ। ਉਹਦੇ ਬਾਅਦ ਉਹਨਾਂ ਨੇ ਗੁਲੇਰ ਦੇ ਉੱਤੇ ਜਿਹੜਾ ਹਮਲਾ ਕੀਤਾ। ਇਹ ਗੁਲੇਰ ਦਾ ਰਾਜਾ ਜਿਹੜਾ ਗੋਪਾਲ ਚੰਦ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਮਦਦ ਮੰਗੀ ਹੈ। ਇਹ ਜੋ ਸਾਡਾ ਇਤਿਹਾਸ ਹੈ ਮੈਂ ਉਹ ਤੁਹਾਨੂੰ ਦੱਸ ਰਿਹਾ ਜੀ। ਜਿਹੜਾ ਗੁਲੇਰ ਦਾ ਰਾਜਾ ਗੋਪਾਲ ਚੰਦ, ਉਹਨੇ ਮਦਦ ਮੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਬਚਿੱਤਰ ਦਾਸ, ਭਾਈ ਸੰਗਤ ਰਾਏ, ਭਾਈ ਹਨੂਮੰਤ ਰਾਏ, ਭਾਈ ਲਹਿਣੂ ਤੇ ਭਾਈ ਦੱਗੋ ਦੀ ਅਗਵਾਈ ਦੇ ਵਿੱਚ ਤਕਰੀਬਨ 300 ਸਿੱਖਾਂ ਦਾ ਜਥਾ ਭੇਜਿਆ ਜੀ। ਔਰ ਉਹਨਾਂ 300 ਸਿੱਖਾਂ ਨੇ ਜਿਹੜੇ ਉੱਥੇ ਜਾ ਕੇ ਜ਼ੋਰ ਦਿਖਾਏ ਨੇ, ਜੋ ਉਹਨਾਂ ਤੀਰਾਂ ਦੀ ਵਿਚਾਰ ਕੀਤੀ ਹੈ, ਔਰ ਜਿਸ ਹਿੰਮਤ ਨਾਲ ਉਹ ਲੜੇ ਨੇ, ਉਹਦੇ ਨਾਲ ਜਿੱਥੇ ਗੁਲੇਰ ਚੰਦ ਦੇ ਫੌਜ ਨੂੰ ਤਾਕਤ ਮਿਲੀ ਹੈ, ਜੋਸ਼ ਵੀ ਮਿਲਿਆ, ਹੌਸਲਾ ਵੀ ਵਧਿਆ, ਉੱਥੇ ਉਹਨਾਂ ਦੀ ਵਜ੍ਹਾ ਕਰਕੇ ਹੁਸੈਨੀ ਜਿਹੜਾ ਮਾਰਿਆ ਗਿਆ ਔਰ ਹਾਰਿਆ। ਹੁਣ ਜੋ ਕੁਝ ਇਹਦੇ ਵਿੱਚ ਲਿਖਿਆ ਬਚਿੱਤਰ ਨਾਟਕ ਦੇ ਵਿੱਚ, ਹਾਲੇ ਕਿ ਇਹ ਬੇਮਤਲਬਾ ਜਿਹਾ ਜਿਹੜਾ ਸਾਰਾ ਦਾ ਸਾਰਾ 69 ਇਹਦੇ ਬੰਦ ਨੇ, ਔਰ ਮੈਂ ਸਮਝਣਾ ਐਵੇਂ ਟਾਈਮ ਅਜਾਈ ਕਰਨ ਵਾਲੀ ਗੱਲ ਹੈ। ਲੇਕਿਨ ਇਹ ਜਿਸ ਵੇਲੇ ਇਤਿਹਾਸ ਸੁਣਾਇਆ ਜੀ, ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੈਫਰੈਂਸ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 300 ਸਿੰਘਾਂ ਦਾ ਜਥਾ ਭੇਜਿਆ। ਉਹਦੇ ਵਿੱਚ ਜਿਹੜੇ ਸਿੰਘਾਂ ਦੀ ਅਗਵਾਈ ਦੇ ਵਿੱਚ ਭੇਜਿਆ ਉਹਨਾਂ ਦੇ ਨਾਮ ਹੈ ਤੁਹਾਨੂੰ ਦੱਸੇ ਨੇ। ਮੈਂ ਇਹ ਸਾਰਾ ਪੜ੍ਹ ਕੇ ਸੁਣਾਉਣਾ ਚਾਹੁੰਦਾ ਔਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਇਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੱਭ ਕੇ ਦੱਸੋ। ਬਿਲਕੁਲ। ਵੇਖੋ ਜੀ, ਨਮਾਨਤਾ ਸੀ ਨਾ ਗੁਰੂ ਸਾਹਿਬ ਦੀ, ਉਹਨਾਂ ਨੇ ਤਾਂ ਨਹੀਂ ਨਾਮ ਲਿਖਿਆ ਵਿੱਚ ਆਪਣਾ। ਸਰ ਕੋਈ ਰੈਫਰੈਂਸ ਕੋਈ ਨਹੀਂ, ਉਹ ਮਤਲਬ ਇਦਾਂ ਕਹਿਣਗੇ ਨਾ ਵੀ ਨਮਾਨਤਾ ਸੀ। ਜੇ ਨਮਾਨਤਾ ਸੀ ਤੇ ਫਿਰ ਆਤਮ ਕਥਾ ਨਮਾਨਤਾ ਵਾਲੇ ਤੇ ਲਿਖਦੇ ਹੀ ਨਹੀਂ, ਫਿਰ ਆਤਮ ਕਥਾ ਦਾ ਕੀ ਕੰਮ ਹੋਇਆ ਜੀ। ਨਹੀਂ, ਅਸੀਂ ਕੀ ਕਹਿਣਾ ਚਾਹੁੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਹਾਣੀਆਂ ਹੀ ਲਿਖਦੇ ਰਹੇ। ਹਾਂ, ਬਿਲਕੁਲ। ਸਾਰਾ ਇਤਿਹਾਸ ਹੀ ਬਦਲ ਦਿੱਤਾ। ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਹੋ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਇਹੋ ਜਿਹਾ ਆਪਣਾ ਸਵੈ ਜੀਵਨੀ ਜਿਹਦੇ ਵਿੱਚ ਆਪਣਾ ਰੈਫਰੈਂਸ ਹੀ ਉਹਨਾਂ ਨੇ ਕੱਢ ਦਿੱਤਾ ਵਿੱਚੋਂ।
ਇਤਿਹਾਸ ਹੀ ਬਦਲ ਦਿੱਤਾ ਹੈ। ਮੈਂ ਸਮਝਦਾ ਕਿ ਆਪਾਂ ਨੂੰ ਟੈਕਸਟ ਪੜ੍ਹਨ ਦੀ ਬਜਾਏ ਨਾ ਜਿਹੜੇ ਰਤਨ ਸਿੰਘ ਜੱਗੀ ਹੋਰਾਂ ਨੇ ਅਰਥ ਕੀਤੇ ਨੇ ਜੀ ਉਹੀ ਪੜ੍ਹ ਲਈਏ ਤੇ ਜ਼ਿਆਦਾ ਠੀਕ ਰਹੇਗਾ। ਬਿਲਕੁਲ ਜੀ, ਅਰਥ ਹੀ ਪੜ੍ਹ ਦਿੰਦੇ ਆਪਾਂ। ਕਿਉਂਕਿ ਹਾਂਜੀ, ਹੁਣ ਇਹਦਾ ਅਰਥ ਜਿਸ ਵੇਲੇ ਸ਼ੁਰੂ ਕਰਦਾ ਹੈ, ਖਾਨਜ਼ਾਦਾ ਭੱਜ ਕੇ ਪਿਤਾ ਕੋਲ ਗਿਆ, ਸੂਰਮਿਆਂ ਦੇ ਮਾਰੇ ਜਾਣ ਦੀ ਸ਼ਰਮਿੰਦਗੀ ਕਰਕੇ ਪਿਓ ਨੂੰ ਕੋਈ ਉੱਤਰ ਨਾ ਦੇ ਸਕਿਆ। ਜਦੋਂ ਉੱਥੇ ਬਾਹਾਂ ਨੂੰ ਠੋਕਦਾ ਹੋਇਆ ਹੁਸੈਨੀ ਗੱਜਿਆ ਅਤੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਸ਼ਸਤਰ ਅਤੇ ਕਵਚ ਸਜਾ ਲਏ। ਹੁਣ ਇੱਥੇ ਮੈਂ ਹੁਣੀ ਜਿਹੜੀ ਗੱਲ ਕੀਤੀ ਹੁਸੈਨੀ ਬਾਰੇ, ਕੁਝ ਰੈਫਰੈਂਸ ਨਹੀਂ ਕਿ ਹੁਸੈਨੀ ਹੈ ਕੌਣ ਹੈ, ਬਸ ਸਿੱਧਾ ਇਹ ਆ ਗਿਆ ਕਿ ਹੁਸੈਨੀ ਗੱਜਿਆ। ਸੈਨਾ ਨੂੰ ਇਕੱਠਾ ਕਰਕੇ ਹੁਸੈਨੀ ਨੇ ਪ੍ਰਸਥਾਨ ਕੀਤਾ। ਪਹਿਲਾਂ ਪਹਾੜ ਦੇ ਨਿਵਾਸੀਆਂ ਦੇ ਘਰਾਂ ਨੂੰ ਲੁੱਟ ਲਿਆ, ਫਿਰ ਡਡਵਾਲ ਦੇ ਰਾਜੇ ਨੂੰ ਜਿੱਤ ਕੇ ਅਧੀਨ ਕੀਤਾ ਅਤੇ ਕਈਆਂ ਰਾਜਪੂਤਾਂ ਨੂੰ ਬੰਦੀ ਅਤੇ ਗੁਲਾਮ ਬਣਾ ਲਿਆ। ਫਿਰ ਘਾਟੀ ਦੂਨ ਨੂੰ ਚੰਗੀ ਤਰ੍ਹਾਂ ਲੁੱਟ ਲਿਆ। ਕੋਈ ਵੀ ਮੂਰਖ ਪਹਾੜੀ ਰਾਜਾ ਉਸ ਦਾ ਸਾਹਮਣਾ ਨਾ ਕਰ ਸਕਿਆ। ਉਸਨੇ ਲੋਕਾਂ ਤੋਂ ਅੰਨ ਖੋਹ ਲਿਆ ਅਤੇ ਆਪਣੀ ਸੈਨਾ ਵਿੱਚ ਵੰਡ ਦਿੱਤਾ। ਉਸ ਮਹਾਂਮੂਰਖ ਹੁਸੈਨੀ ਨੇ ਇੱਕ ਘਿਨਾਉਣਾ ਕੰਮ ਕੀਤਾ। ਹੁਣ ਇੱਥੇ ਜਿਹੜਾ ਹੈ, ਮੈਂ ਜਿਹੜਾ ਹੁਣ ਤੁਹਾਨੂੰ ਇਤਿਹਾਸ ਦੱਸਿਆ, ਉਹਦੇ ਵਿੱਚ ਦੋ ਗੱਲਾਂ ਇੰਪੋਰਟੈਂਟ ਸਨ ਜਿਹੜੀਆਂ ਇੱਥੇ ਇਸ ਵੇਲੇ ਮਿਸਿੰਗ ਨੇ, ਅੱਗੇ ਆਪੇ ਹੀ ਆ ਜਾਣਗੀਆਂ। ਜੀ ਜਿੱਥੇ ਆਉਣਾ ਚਾਹੀਦਾ ਉੱਥੇ ਨਹੀਂ ਹੈ। ਇੱਥੇ ਨਾ ਤੇ ਰਾਜਾ ਅਜਮੇਰ ਚੰਦ ਦੀ ਗੱਲ ਹੈ, ਨਾ ਬਿਲਾਸਪੁਰ ਰਿਆਸਤ ਦੀ ਗੱਲ ਹੈ। ਇੱਥੇ ਗੱਲ ਜਿਹੜੀ ਹੈ ਸਿਰਫ ਡਡਵਾਲ ਦੇ ਰਾਜੇ ਦੀ ਹੈ ਕਿ ਡਡਵਾਲ ਨੂੰ ਜਿੱਤ ਲਿਆ। ਦੂਸਰੀ ਗੱਲ ਜਿਹੜਾ ਉਹਨੇ ਕੰਡੀਸ਼ਨ ਰੱਖੀ ਹੁਸੈਨੀ ਨੇ ਕਿ ਤੁਹਾਨੂੰ ਜ਼ਿੰਦਗੀ ਤਾਂ ਬਖਸ਼ਾਂਗਾ ਵੀ ਮੇਰੀ ਫੌਜ ਦੇ ਵਿੱਚ ਰਲ ਕੇ ਆਪਣੀ ਫੌਜ ਲੈ ਕੇ ਮੇਰੇ ਵੱਲੋਂ ਲੜੋ ਆਪਣੇ ਬਾਕੀ ਪਹਾੜੀ ਰਾਜਿਆਂ ਨਾਲ, ਉਹਦਾ ਵੀ ਕੋਈ ਰੈਫਰੈਂਸ ਨਹੀਂ ਹੈ ਜੀ। ਹੁਣ ਅੱਗੇ ਜਿੱਥੇ ਆਏਗਾ ਮੈਂ ਤੁਹਾਨੂੰ ਉੱਥੇ ਦੱਸਣਾ। ਉਸਨੂੰ ਅਜਿਹਾ ਉਪੱਦਰ ਕਰਦਿਆਂ ਕਈ ਦਿਨ ਬੀਤ ਗਏ ਅਤੇ ਗੁਲੇਰੀਆਂ ਨੂੰ ਵੀ ਉਸ ਨਾਲ ਮਿਲਣ ਦੀ ਲੋੜ ਆ ਪਈ। ਹੁਣ ਉਹਨੇ ਕੀ ਕੀਤਾ, ਅਸਲ ਦੇ ਵਿੱਚ ਇਤਿਹਾਸ ਜੋ ਕਹਿੰਦਾ ਉਹ ਇਹ ਕੀਤਾ ਕਿ ਉਹਨੇ ਗੁਲੇਰ ਨੂੰ ਘੇਰਾ ਪਾ ਲਿਆ। ਕਈ ਦਿਨ ਘੇਰਾ ਪਾਈ ਰੱਖਿਆ, ਅੰਦਰ ਰੋਸ਼ਨ ਪਾਣੀ ਨਹੀਂ ਜਾਣ ਦਿੱਤਾ, ਕੁਝ ਨਹੀਂ ਜਾਣ ਦਿੱਤਾ। ਤੇ ਗੁਲੇਰ ਦਾ ਰਾਜਾ ਜਿਹੜਾ ਉਹ ਘਬਰਾ ਗਿਆ। ਉਹਨੇ ਆਪ ਇਹ ਵਿਉਂਤ ਬਣਾਈ ਵੀ ਇਹਦੇ ਨਾਲ ਜਾ ਕੇ ਜਿਹੜਾ ਸਮਝੌਤਾ ਕਰ ਲਿਆ ਜਾਏ। ਉਹ ਗੋਪਾਲ ਚੰਦ ਜਿਹੜਾ ਹੈ ਉਹ ਇਹਦੇ ਵਿੱਚ ਨਹੀਂ, ਉਹਦਾ ਰੈਫਰੈਂਸ ਕਿੰਨੇ ਪੈਸੇ ਲੈ ਕੇ ਗਿਆ, ਲੇਕਿਨ ਜੋ ਇਤਿਹਾਸਕਾਰ ਲਿਖਦੇ ਨੇ ਉਹ 4000 ਰੁਪਇਆ ਲੈ ਕੇ ਗਿਆ ਤੇ ਨਾਲ ਰਾਮ ਸਿੰਘ ਕੋਈ ਲੈ ਕੇ ਗਿਆ, ਉਹ ਵੀ ਆਪਣਾ 4000 ਰੁਪਇਆ ਉਹ ਲੈ ਕੇ ਗਿਆ ਜੀ ਇਹਦੇ ਤੌਰ ਤੇ ਵੀ ਆਹ ਲਓ ਜੀ ਤੁਸੀਂ ਮਾਲੀਆ ਲੈ ਲਓ ਤੇ ਸਾਡੇ ਨਾਲ ਲੜਾਈ ਨਾ ਕਰੋ। ਹੁਸੈਨੀ ਜਿਹੜਾ ਉਹ ਆਕੜਿਆ ਹੋਇਆ ਸੀ, ਨਾਲੇ ਉਹਨੂੰ ਕਿਹਾ ਉਹ ਆਪਣੀ ਜਿਹੜੀ ਫੌਜ ਲੈ ਕੇ ਆਇਆ ਸੀ, ਪਲੱਸ ਹੁਣ ਅਜਮੇਰ ਚੰਦ ਦੀ ਫੌਜ ਵੀ ਨਾਲ ਰਲ ਗਈ ਤੇ ਡਡਵਾਲ ਦੀ ਫੌਜ ਵੀ ਨਾਲ ਰਲ ਗਈ ਜੀ। ਉਹਨੂੰ ਲੱਗਾ ਇਹ ਤਾਂ ਤਾਕਤ ਬਹੁਤ ਹੋ ਚੁੱਕੀ ਹੈ, ਇਹ ਤਾਂ ਹੀ ਮੇਰੇ ਕੇ ਗਿੜਗਿੜਾਉਣ ਲਈ ਆਏ ਨੇ। ਉਹਨੇ ਕਿਹਾ ਵੀ ਤੁਹਾਡਾ ਮਾਲੀਆ ਜਿਹੜਾ ਬਣਦਾ 10-10 ਹਜ਼ਾਰ ਰੁਪਏ ਬਣਦਾ, ਪੂਰਾ 10-10 ਹਜ਼ਾਰ ਆਓ ਤਾਂ ਤੁਹਾਨੂੰ ਛੱਡੂਗਾ, ਨਹੀਂ ਤੇ ਤੁਹਾਨੂੰ ਨਹੀਂ ਛੱਡਦਾ ਜੀ। ਉਹਨਾਂ ਨੇ ਵੇਖਿਆ ਕਿ ਸਾਡੇ ਕੋਲ ਤਾਂ 10,000 ਹੈ ਨਹੀਂ, ਉਹ ਬਹਾਨਾ ਬਣਾ ਕੇ ਉੱਥੋਂ ਨਿਕਲ ਗਏ ਵੀ ਜੇ ਅਸੀਂ ਇਕੱਠਾ ਕਰਦੇ ਹਾਂ। ਜਾ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਪੀਲ ਕੀਤੀ ਕਿ ਜੀ ਸਾਡੀ ਮਦਦ ਕਰੋ। ਆਇਆ ਇਤਿਹਾਸ। ਇੱਥੇ ਅਜਮੇਰ ਚੰਦ ਦਾ ਕੋਈ ਰੈਫਰੈਂਸ ਨਹੀਂ ਆਇਆ। ਅੱਗੇ ਥੋੜਾ ਜਿਹਾ ਰੈਫਰੈਂਸ ਆਏਗਾ, ਭੀਮ ਚੰਦ ਦਾ ਆਏਗਾ, ਆਪਾਂ ਉੱਥੇ ਗੱਲ ਕਰਾਂਗੇ। ਭੀਮ ਚੰਦ ਦੀ ਉਸ ਤੋਂ ਪਹਿਲਾਂ ਮੌਤ ਹੋ ਚੁੱਕੀ ਹੈ। ਇੱਥੇ ਜਿਹੜਾ ਹੈ ਉਹਨੂੰ ਦਿਖਾਇਆ ਗਿਆ ਕਿ ਉਹ ਲੜਾਈ ਦੇ ਵਿੱਚ ਸ਼ਾਮਲ ਹੈ। ਉਸਨੂੰ ਅਜਿਹਾ ਉਪੱਦਰ ਕਰਦਿਆਂ ਕਈ ਦਿਨ ਬੀਤ ਗਏ ਅਤੇ ਗੁਲੇਰੀਆਂ ਨੂੰ ਵੀ ਉਸ ਨਾਲ ਮਿਲਣ ਦੀ ਲੋੜ ਆ ਪਈ। ਆ ਜਿਹੜਾ ਮੈਂ ਹੁਣੇ ਦੱਸਿਆ ਜੋ 4,000 ਲੈ ਕੇ ਗਏ, ਜੇ 2 ਕੁ ਦਿਨ ਇਹਨੂੰ ਨਾ ਮਿਲਦੇ ਤਾਂ ਵੈਰੀ ਇੱਧਰ ਆ ਜਾਂਦਾ। ਕਾਲ ਨੇ ਉਹਨਾਂ ਦੇ ਘਰ ਵਿੱਚ ਹੀ ਲੜਾਈ ਦੀ ਜੁਗਤ ਬਣਾ ਦਿੱਤੀ। ਜਦੋਂ ਗੁਲੇਰੀਆ ਹੁਸੈਨੀ ਨੂੰ ਮਿਲਣ ਆਇਆ ਤਾਂ ਰਾਮ ਸਿੰਘ ਵੀ ਉਸਦੇ ਨਾਲ ਗਿਆ। ਚੌਥੇ ਪਹਿਰ ਆ ਕੇ ਉਹ ਮਿਲੇ
ਉਹਨਾਂ ਨੂੰ ਵੇਖ ਕੇ ਹੁਸੈਨੀ ਦੀ ਨਜ਼ਰ ਫਟ ਗਈ, ਭਾਵ ਬਹੁਤ ਹੰਕਾਰ ਹੋ ਗਿਆ। ਜਿਵੇਂ ਸੂਰਜ ਦੇ ਤੇਜ ਨਾਲ ਰੇਤ ਬਹੁਤ ਤਪ ਜਾਂਦੀ ਹੈ, ਉਹ ਨੀਚ ਰੇਤ ਸੂਰਜ ਦੇ ਬਲ ਨੂੰ ਨਹੀਂ ਜਾਣਦੀ ਅਤੇ ਆਪਣੇ ਆਪ ਵਿੱਚ ਗਰਬੀਆ ਰਹਿੰਦੀ ਹੈ। ਉਸੇ ਤਰ੍ਹਾਂ ਹੁਸੈਨੀ ਫੁੱਲ ਕੇ ਅੰਨਾ ਹੋ ਗਿਆ ਅਤੇ ਉਹਨਾਂ ਨੂੰ ਨਜ਼ਰ ਥੱਲੇ ਹੀ ਨਾਂ ਲਿਆਂਦਾ। ਕਹਿਲੂਰੀਏ ਭੀਮ ਚੰਦ, ਇੱਥੇ ਹੁਣ ਭੀਮ ਚੰਦ ਦਾ ਨਾਂ ਆ ਗਿਆ। ਕਹਿਲੂਰੀਏ ਭੀਮ ਚੰਦ ਅਤੇ ਕਟੋਚ ਕਿਰਪਾਲ ਚੰਦ ਨੂੰ ਇਕੱਠਿਆਂ ਵੇਖ ਕੇ ਉਸਨੇ ਸਮਝਿਆ ਕਿ ਮੇਰੇ ਵਰਗਾ ਧਰਤੀ ਉੱਤੇ ਹੋਰ ਕੋਈ ਨਹੀਂ ਹੈ। ਇਹ ਭੀਮ ਚੰਦ ਇੱਥੇ ਕਿੱਥੋਂ ਆ ਗਿਆ? ਜੇ ਆਪਾਂ ਇਹ ਕਹੀਏ ਭੀਮ ਚੰਦ ਜਿਉਂਦਾ ਵੀ ਹੈ, ਇਹ ਭੀਮ ਚੰਦ ਦੇ ਬਾਰੇ ਦੇ ਉੱਤੇ ਕੋਈ ਰੈਫਰੈਂਸ ਹੀ ਨਹੀਂ ਆਇਆ। ਉਹਨੇ ਤੇ ਹਮਲਾ ਹੀ ਨਹੀਂ ਕੀਤਾ ਭੀਮ ਚੰਦ ਦੇ ਉੱਤੇ। ਅਸਲ ਦੇ ਵਿੱਚ ਜੋ ਇਤਿਹਾਸ ਹੈ ਉਹ ਇਹ ਹੈ ਕਿ ਉਹਨੇ ਭੀਮ ਚੰਦ ਨੂੰ ਵੀ ਹਰਾਇਆ, ਉਹਨੇ ਕਿਰਪਾਲ ਚੰਦ ਨੂੰ ਵੀ ਹਟਾਇਆ, ਕਟੋਚੀਆਂ ਨੂੰ ਵੀ ਹਰਾਇਆ। ਉਹਨਾਂ ਨੇ ਮੰਨਿਆ ਕਿ ਅਸੀਂ ਤੁਹਾਡੇ ਅਧੀਨ ਹੋ ਕੇ ਤੇ ਤੁਹਾਡੇ ਵੱਲੋਂ ਲੜਾਂਗੇ। ਬਿਲਕੁਲ, ਇੱਥੇ ਗੱਲ ਜਿਹੜੀ ਹੈ ਕਲੀਅਰ ਹੈ ਇਹਦੇ ਵਿੱਚ, ਲੇਕਿਨ ਉੱਪਰ ਕੋਈ ਰੈਫਰੈਂਸ ਨਹੀਂ ਇਹਦਾ। ਅਸੀਂ ਜਿਸ ਵੇਲੇ ਇਹਨਾਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੋੜਨ ਦੀ ਕੋਸ਼ਿਸ਼ ਕਰਨੇ ਆ ਨਾ, ਤੇ ਅਸੀਂ ਗੁਰੂ ਦੀ ਪਰਫੈਕਸ਼ਨ ਨੂੰ ਵੇਖੀਏ ਤੇ ਇੱਥੇ ਜੋ ਆ ਰਿਹਾ ਉਹਨੂੰ ਵੇਖੀਏ। ਬਿਲਕੁਲ, ਬੜਾ ਟੈਕਨੀਕਲ ਪੁਆਇੰਟ ਹੈ ਜਿਹੜਾ ਤੁਸੀਂ ਮੈਂਸ਼ਨ ਕੀਤਾ ਹੈ ਜੀ। ਮੈਂ ਬਹੁਤ ਟੈਕਨੀਕਲ ਐਰਰ ਹੈ, ਬਹੁਤ ਟੈਕਨੀਕਲ ਪੁਆਇੰਟ ਹੈ ਜਿਹੜਾ ਤੁਸੀਂ ਜਿੱਧਰ ਧਿਆਨ ਲੈ ਕੇ ਗਏ ਜੇ, ਵੀ ਜਿਹਦਾ ਉੱਤੇ ਨਾਮ ਹੀ ਨਹੀਂ ਉਹ ਵਿੱਚ ਇੱਕਦਮ ਕਿੱਦਾਂ ਟਪਕ ਗਿਆ ਜੇ ਲਿਖਿਆ ਗੁਰੂ ਨੇ, ਤੇ ਕਿੱਥੋਂ ਆ ਗਿਆ ਜੇਕਰ ਇੱਕਦਮ? ਗੋਬਿੰਦ ਸਿੰਘ ਲਿਖਣ ਇਹੋ ਜਿਹੀ ਭੁੱਲ ਕਰ ਸਕਦੇ ਨੇ? ਅਸੀਂ ਸੋਚ ਸਕਦੇ ਹਾਂ ਕਿ ਉਹ ਇਹੋ ਜਿਹੀ ਭੁੱਲ ਕਰ ਸਕਦੇ ਨੇ? ਉਹਨਾਂ ਗੋਪਾਲ ਅਤੇ ਰਾਮ ਸਿੰਘ ਨੇ ਆਪਣੇ ਨਾਲ ਜੋ ਧਨ ਲਿਆਂਦਾ ਸੀ ਉਹ ਹੁਸੈਨੀ ਦੇ ਹੱਥ ਵਿੱਚ ਦੇ ਰਹੇ ਸਨ। ਦਿੰਦਿਆਂ ਲੈਂਦਿਆਂ ਆਪਸ ਵਿੱਚ ਤਤਕਾਰ ਹੋ ਗਿਆ। ਫਲਸੁਬਰੂ ਉਹ ਦੋਵੇਂ ਧਨ ਲੈ ਕੇ ਆਪਣੇ ਘਰਾਂ ਨੂੰ ਪਰਤ ਗਏ। ਤਦ ਉਸ ਹੁਸੈਨੀ ਦਾ ਸਰੀਰ ਗੁੱਸੇ ਨਾਲ ਤਪ ਗਿਆ ਅਤੇ ਆਪਣਾ ਚੰਗਾ ਮੰਦਾ ਕੁਝ ਵੀ ਨਾ ਵਿਚਾਰਿਆ। ਉਸਨੇ ਕੋਈ ਰਾਜਨੀਤਿਕ ਚਾਲ ਨਾ ਸੋਚੀ ਅਤੇ ਤੁਰਤ ਧੌਂਸਾ ਵਜਾ ਕੇ ਗੋਪਾਲ ਉੱਤੇ ਜਾ ਪਿਆ। ਉਸਨੇ ਰਤਾ ਜਿੰਨਾ ਵੀ ਕੋਈ ਦਾਉ ਪੇਚ ਨਾ ਕੀਤਾ। ਉਸਨੇ ਗੋਪਾਲ ਨੂੰ ਇੰਝ ਜਾ ਡਰਾਇਆ ਜਿਵੇਂ ਸ਼ੇਰ ਨੂੰ ਘੇਰ ਕੇ ਸਹਿਆ ਡਰਾਉਣਾ ਚਾਹੁੰਦਾ ਹੋਵੇ। 15 ਪੈਰ ਉਸਨੇ ਘੇਰਾ ਘੱਤੀ ਰੱਖਿਆ ਅਤੇ ਖਾਣ ਪੀਣ ਦੀ ਕੋਈ ਚੀਜ਼ ਅੰਦਰ ਜਾਣ ਨਾ ਦਿੱਤੀ। ਖਾਣ ਪੀਣ ਤੋਂ ਬਿਨਾਂ ਸੂਰਮੇ ਕ੍ਰੋਧਵਾਨ ਹੋ ਗਏ। ਉਹਨਾਂ ਨੇ ਸੰਧੀ ਕਰਨ ਲਈ ਦੂਤ ਭੇਜੇ। ਗੁਲਾਮ ਹੁਸੈਨੀ ਆਪਣੇ ਨਾਲ ਆਈ ਪਠਾਨਾਂ ਦੀ ਸੈਨਾ ਨੂੰ ਵੇਖ ਕੇ ਹੰਕਾਰਿਆ ਗਿਆ ਅਤੇ ਉਹਨਾਂ ਦੀ ਕੋਈ ਵੀ ਗੱਲ ਨਾ ਮੰਨੀ। ਹੁਸੈਨੀ ਨੇ ਸਪਸ਼ਟ ਕੀਤਾ ਕਿ ਹੁਣ ਹੀ 10,000 ਰੁਪਇਆ ਦਿਓ, ਨਹੀਂ ਤਾਂ ਸਿਰ ਉੱਤੇ ਮੌਤ ਆਈ ਸਮਝੋ। ਇਹ ਸੁਣ ਕੇ ਰਾਜਾ ਗੋਪਾਲ ਘਰ ਪਰਤ ਆਇਆ ਅਤੇ ਬਾਗੀ ਹੋ ਬੈਠਾ। ਭੀਮ ਚੰਦ ਨੇ ਸੰਗਤੀਆ ਸਿੰਘ ਨੂੰ ਉਸ ਕੋਲ ਭੇਜਿਆ ਜੋ ਗੋਪਾਲ ਨੂੰ ਧਰਮ ਸਾਖੀ ਦੇ ਕੇ ਲੈ ਆਇਆ। ਗੋਪਾਲ ਦੀ ਭੀਮ ਚੰਦ ਨਾਲ ਨਾ ਬਣੀ ਤਾਂ ਕਿਰਪਾਲ ਨੇ ਮਨ ਵਿੱਚ ਵਿਚਾਰਿਆ ਕਿ ਅਜਿਹਾ ਮੌਕਾ ਫਿਰ ਹੱਥ ਨਹੀਂ ਆਉਣਾ, ਸਮੇਂ ਦੇ ਗੇੜ ਸਭ ਨੂੰ ਛਲ ਜਾਏਗਾ। ਉਹਨਾਂ ਸੋਚਿਆ ਕਿ ਸਾਨੂੰ ਗੋਪਾਲ ਚੰਦ ਨੂੰ ਹੁਣੇ ਇੱਥੇ ਹੀ ਫੜ ਲਈਏ, ਇੱਥੇ ਹੀ ਮਾਰ ਦਈਏ। ਗੋਪਾਲ ਹੁਣੇ ਹੀ ਫੜ ਲਈਏ, ਕੈਦ ਕਰ ਰੱਖੀਏ ਜਾਂ ਮਾਰ ਦਈਏ। ਇਸ ਗੱਲ ਦੀ ਕੁਝ ਭਿਣਕ ਜਦ ਗੋਪਾਲ ਨੂੰ ਪਈ ਤਾਂ ਉਹ ਸੂਰਮਾ ਆਪਣੀ ਸੈਨਾ ਵਿੱਚ ਚਲਾ ਗਿਆ। ਜਦ ਗੋਪਾਲ ਚੰਦ ਚਲਾ ਗਿਆ ਤਦ ਕਿਰਪਾਲ ਕ੍ਰੋਧਿਤ ਹੋਇਆ, ਹਿੰਮਤ ਕਰਕੇ ਹੁਸੈਨੀ ਵੱਲੋਂ ਲੜਨ ਲਈ ਤੁਰ ਪਿਆ। ਹੰਕਾਰ ਕਰਕੇ ਸੂਰਮੇ ਚੱਲ ਪਏ। ਧੌਂਸੇ ਅਤੇ ਨਗਾਰੇ ਖੂਬ ਵੱਜਣ ਲੱਗੇ, ਘੋੜੇ ਨੱਚਣ ਲੱਗੇ, ਸ਼ਿਸਤ ਬਣ ਕੇ ਤੀਰ ਚਲਾਏ ਜਾਂਦੇ ਅਤੇ ਕੜ ਦੀ ਧੁਨ ਉੱਠਦੀ। ਨਿਸੰਗ ਹੋ ਕੇ ਯੋਧੇ ਧੌਂਸੇ ਵਜਾਉਂਦੇ ਹਨ ਅਤੇ ਮਹਾਨ ਯੋਧੇ ਨਿਹੰਗ ਗੱਜਦੇ ਹਨ। ਹੁਣ ਇੱਥੇ ਆ ਜੇ ਲਫ਼ਜ਼ ਆਇਆ ਨਾ ਜੀ, ਨਿਹੰਗ, ਮੈਂ ਇੱਧਰ ਹੀ ਆਉਣ ਲੱਗਾ। ਇਸ ਗੱਲ ਨੂੰ ਕਰਦੇ ਨੇ ਕਿ ਜੀ ਦੇਖੋ ਆ ਨਿਹੰਗਾਂ ਦਾ ਰੈਫਰੈਂਸ ਆਇਆ। ਨਿਹੰਗ ਦੇ ਸਿੱਖ ਹੁੰਦੇ ਨੇ। ਅਸਲ ਦੇ ਵਿੱਚ ਨਿਹੰਗ ਲਫ਼ਜ਼ ਜਿਹੜਾ ਉਹਦਾ ਲਫ਼ਜ਼ੀ ਅਰਥ ਜਿਹੜਾ ਉਹ ਹੈ ਮਹਾਨ ਯੋਧਾ, ਜਿਹੜਾ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇੱਕ ਮਾਨ ਦਿੱਤਾ ਜੀ, ਇੱਕ ਰੈਜੀਮੈਂਟ ਬਣਾਤੀ ਨਿਹੰਗਾਂ ਦੀ, ਮਹਾਨ ਯੋਧਿਆਂ ਦੀ ਰੈਜੀਮੈਂਟ ਜੀ, ਇਹ ਮਹਾਨ ਯੋਧਿਆਂ ਦੀ ਰੈਜੀਮੈਂਟ ਹੈ। ਲੇਕਿਨ ਲਫ਼ਜ਼ ਉਸ ਤੋਂ ਪਹਿਲਾਂ ਵੀ ਸੀ। ਬਿਲਕੁਲ, ਇਹ ਸਿੱਖਾਂ ਵਾਸਤੇ ਨਹੀਂ ਵਰਤਿਆ ਗਿਆ ਹੈ, ਇਹ ਯੋਧਿਆਂ ਵਾਸਤੇ ਵਰਤਿਆ ਗਿਆ।
ਤੇ ਨਿਸੰਗ ਗਜੇ ਨਿਹੰਗ ਛੁਟੈ ਕਿਰਪਾਨ ਲਿਟੈ ਜਵਾਨ ਤੁਪਕ ਤੜਾਕ ਕੈਬਰ ਕੜਾਕ ਸਹਿਬੀ ਸੜਾਕ ਛੋਹੀ ਛੜਾਕ। ਆ ਜਿਹੜਾ ਮਤਲਬ ਹਰ ਹਾਂ ਸ਼ਬਦਾਵਲੀ ਇਹ ਸੁਣ ਦੇਖ ਕੇ ਤਾਂ ਮੈਨੂੰ ਐ ਜਿਹੜਾ ਨਾ ਦੁਬਾਰਾ ਫਿਰ ਉੱਥੇ ਚਲੇ ਜਾਂਦਾ ਮੇਰਾ, ਵੀ ਜਿਵੇਂ ਜਿਹੜਾ ਬਣਾਉਣ ਵਾਲੇ ਨੇ ਕਿੱਦਾਂ ਉਹੋ ਹੀ ਚੀਜ਼ਾਂ ਘੁਮਾ ਘੁਮਾ ਕੇ ਲਈ ਆਉਂਦਾ ਵਾ, ਉਹੀ ਕਰਕੇ ਗਮਾਨ ਜੁਮੇ ਜਵਾਨ ਬਜੇ ਤਬਲ। ਜਿਹੜੀਆਂ ਪਹਿਲੇ ਸਾਰੇ ਜੰਗਾਂ ਦੇ ਵਿੱਚ ਆ ਚੁੱਕੀਆਂ ਉਹੀ ਗੱਲਾਂ ਮੁੜ ਕੇ ਜਿਹੜੀਆਂ ਆਉਣਗੀਆਂ, ਮੁੜ ਕੇ ਮਾੜਾ ਮੋਟਾ ਲਫ਼ਜ਼ਾਂ ਫਿਰ ਅੱਗੇ ਪਿੱਛੇ ਬਸ ਜੀ। ਨਿਸੰਗ ਹੋ ਕੇ ਝੁੰਸੇ ਵਜਾਉਂਦੇ ਹਨ ਅਤੇ ਮਹਾਨ ਯੋਧੇ ਨਿਹੰਗ ਗੱਜਦੇ ਹਨ, ਕਿਰਪਾਨਾਂ ਚਲਦੀਆਂ ਹਨ ਅਤੇ ਯੋਧੇ ਧਰਤੀ ਉੱਤੇ ਲੇਟਦੇ ਹਨ, ਬੰਦੂਕਾਂ ਤੜ-ਤੜ ਕਰਦੀਆਂ ਹਨ, ਤੀਰ ਕੜ-ਕੜ ਕਰਦੇ ਹਨ, ਸੈਂਤੀਆਂ ਸਰਰ ਦੀ ਆਵਾਜ਼ ਨਾਲ ਵੱਜਦੀਆਂ ਹਨ ਅਤੇ ਕਮੀਆਂ ਛੜ-ਛੜ ਕਰਦੀਆਂ ਹਨ। ਆ ਹੁਣ ਇਹਦੇ ਵਿੱਚ ਤੁਸੀਂ ਲੱਭਦੇ ਹੋ, ਮੈਨੂੰ ਤਾਂ ਸਮਝ ਨਹੀਂ ਲੱਗੀ। ਓਹੋ, ਇਹ ਇੱਕ ਵਾਰ ਨਹੀਂ ਪਤਾ ਲੱਗਾ ਜੀ, ਇਹ ਪਤਾ ਨਹੀਂ ਕਿੰਨੀ ਕੁ ਵਾਰਾਂ ਜਿਹੜੀਆਂ ਵਾ ਤੀਰ ਤੜ-ਤੜ ਕਰ ਰਹੇ ਨੇ, ਪਤਾ ਨਹੀਂ ਕਿਹੜੀ ਕਿਹੜੀ ਸ਼ਬਦਾਵਲੀ ਕਿਹੜੇ ਕਿਹੜੇ ਹਥਿਆਰਾਂ ਦੇ ਨਾਂ ਲਿਖ ਦਿੱਤੇ ਆ, ਜਿਨ੍ਹਾਂ ਦੇ ਨਾਂ ਜਿਹੜੇ ਹਥਿਆਰਾਂ ਦਾ ਵੀ ਪਤਾ ਨਹੀਂ ਉਹ ਵੀ ਨਾਂ ਲਿਖੇ ਨੇ ਵਿੱਚ ਕਈਆਂ ਦੇ। ਸੋ ਮਤਲਬ ਜਦੋਂ ਤੁਸੀਂ ਕੋਈ ਚੀਜ਼ ਲਿਖਣੀ ਹੈ, ਜਿਵੇਂ ਜੇਲ੍ਹ ਦੇ ਵਿੱਚ ਇੱਕ ਚਲਾ ਗਿਆ ਸੱਜਣ, ਉਹਨੂੰ ਸ਼ੌਕ ਸੀ ਸ਼ੁਰੂ ਤੋਂ ਵੀ ਕੋਈ ਕਿਤਾਬ ਲਿਖੇਗਾ, ਤੇ ਉਹ ਚੋਰੀਆਂ ਚਾਰੀਆਂ ਕਰਦਾ ਵਿਚਾਰਾ ਜੇਲ੍ਹ 'ਚ ਚਲਾ ਗਿਆ, ਤੇ ਜੇਲ੍ਹ ਤੋਂ ਬਾਹਰ ਆਇਆ ਤੇ ਉਹਨੇ 700 ਪੇਜਾਂ ਦੀ ਕਿਤਾਬ ਲਿਖ ਲਿਆਂਦੀ ਤੇ ਆਣ ਕੇ ਦੱਸਣ ਲੱਗਾ ਵੀ ਮੈਂ 700 ਪੇਜਾਂ ਦੀ ਕਿਤਾਬ ਲਿਖ ਦਿੱਤੀ। ਤੇ ਲੋਕ ਬੜੇ ਖੁਸ਼ ਹੋਏ ਵੀ ਤੇਰਾ ਤੇ ਸ਼ੁਰੂ ਤੋਂ ਸ਼ੌਂਕ ਸੀ ਤੇ ਤੂੰ ਅੰਦਰ ਜਾ ਕੇ ਸ਼ੌਂਕ ਪੂਰਾ ਕਰ ਲਿਆ, ਤੇਰੀ ਤੇ ਜੇਲ੍ਹ ਯਾਤਰਾ ਵੀ ਸਫਲ ਹੋ ਗਈ। ਤਾਂ ਕਹਿੰਦੇ ਵੀ ਕਿਤੇ ਲਿਖੀ ਹੈ, ਕਹਿੰਦਾ ਜੀ ਘੋੜੇ ਤੇ ਲਿਖਤੀ 700 ਪੇਜਾਂ ਦੀ। ਉਹ ਕਹਿੰਦੇ ਘੋੜੇ ਤੇ 700 ਪੇਜਾਂ ਦੀ ਕਿਤਾਬ ਕਿਵੇਂ ਲਿਖੀ ਜਾ ਸਕਦੀ ਹੈ? ਉਹ ਕਹਿੰਦਾ ਬਿਲਕੁਲ ਲਿਖੀ ਜਾ ਸਕਦੀ ਹੈ। ਉਹ ਕਹਿੰਦੇ ਚਲੋ ਸਾਨੂੰ ਦੱਸੋ, ਕੋਈ ਐਗਜ਼ਾਮਪਲ ਦਿਓ ਵੀ ਕਿਵੇਂ ਲਿਖੀ ਹੈ ਤੁਸੀਂ ਕਿਤਾਬ ਘੋੜੇ ਤੇ 700 ਪੇਜਾਂ ਦੀ। ਮੈਂ ਗੱਲ ਕਰ ਰਿਹਾ ਬਚਿੱਤਰ ਨਾਟਕ ਦੀ, ਵੀ ਉਹ ਜਦੋਂ ਉਹਨੇ ਦੱਸੀ ਖੋਲ ਕੇ ਵੀ ਇੱਕ ਘੋੜਾ ਜਿਹੜਾ ਹੁੰਦਾ ਹੈ ਉਹਦਾ ਕੱਦ ਇੰਨਾ ਹੁੰਦਾ ਹੈ, ਇੰਨੇ ਤਰ੍ਹਾਂ ਦੇ ਘੋੜੇ ਹੁੰਦੇ ਹਨ, 4 ਲੱਤਾਂ ਹੁੰਦੀਆਂ ਹੈ, ਇੱਕ ਪੂਛ ਹੁੰਦੀ ਹੈ, ਇੱਦਾਂ ਦਾ ਉਹਦਾ ਮੂੰਹ, ਤੇ ਕਈ ਘੋੜੇ ਬੜੇ ਅੱਥਰੇ ਹੁੰਦੇ ਹਨ, ਤੇ 5-7 ਪੇਜ ਲੰਘੇ। ਤੇ ਹੁਣ ਗਾਂ ਘੋੜਾ ਕਿੰਨਾ ਕੁ ਡਿਸਕ੍ਰਾਈਬ ਹੋਊ। ਫਿਰ ਉਹਨੇ ਸ਼ੁਰੂ ਕੀਤਾ ਵੀ ਘੋੜਾ ਕਿਵੇਂ ਭੱਜਦਾ ਹੈ। ਉਹ ਕਹਿੰਦਾ ਵੀ ਘੋੜਾ ਭੱਜਦਾ ਹੈ ਦਗੜ 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 ਦਗੜ। ਲਓ ਜੀ, ਜਿਹੜੇ ਪਿੱਛੇ 695 ਪੇਜ ਸੀ ਉਹ ਘੋੜਾ ਭੱਜਦਾ ਹੈ ਦਗੜ 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 ਦਗੜ, ਹਰ ਪੇਜ ਤੇ ਦਗੜ 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 ਦਗੜ। ਬਿਲਕੁਲ ਉਹੀ ਇਹ ਉਹੋ ਹੀ ਦਗੜ ਦਗੜ ਜੇ। ਇਹ ਘੋੜੇ ਦੀ ਦਗੜ ਦਗੜ ਆ। ਤੇ ਲਿਖੀ ਵੀ ਕਿਸੇ ਨੇ ਅੱਕ ਕੇ ਆ ਜੇਲ੍ਹ ਗਏ ਨੇ, ਜਿਹੜਾ ਬ੍ਰਾਹਮਣੀ ਜੇਲ੍ਹ 'ਚ ਆ ਨਾ ਉਹਨੇ ਲਿਖੀ ਆ ਤੁਹਾਡੀ, ਇਹ ਤੁਹਾਡੇ ਹੱਥੇ ਕਿਤਾਬ। ਹੁਣ ਮਰਜ਼ੀ ਤੁਹਾਡੀ ਆ ਵੀ ਆ ਦਗੜ ਦਗੜ ਤੁਸੀਂ ਮੰਨਣੀ ਕਿ ਨਹੀਂ ਮੰਨਣੀ ਆ, ਦੱਸੋ ਮੈਨੂੰ, ਕੱਢ ਦਿਓ ਕੀ ਅਰਥ ਨਿਕਲਦੇ ਇਹਦੇ। ਤੇ ਤੁਹਾਨੂੰ ਮੈਂ ਅਨੇਕਾਂ ਹੀ ਇਸ ਨਾਟਕ 'ਚੋਂ ਅਨੇਕਾਂ ਹੀ ਇਹੋ ਜਿਹੀਆਂ ਰੈਫਰੈਂਸਾਂ ਦੇ ਦਿੰਦਾ ਵੀ ਬਰਸ਼ੇ ਐਂ ਕਰ ਰਹੇ ਨੇ, ਕਿਰਪਾਨਾਂ ਐਂ ਕਰ ਰਹੀਆਂ ਨੇ, ਤੇ ਪਤਾ ਨਹੀਂ ਕੀ ਕੁਝ ਆ, ਧੌਂਸੇ ਜਿਹੜੇ ਐਂ ਵੱਜ ਰਹੇ ਨੇ, ਤੇ ਜਿਹੜੇ ਚੰਗਿਆੜੇ ਕੱਢ ਰਹੇ ਨੇ। ਮੈਂ ਹੈਰਾਨ ਹੋ ਜਾਣਾ ਵੀ ਇਹ ਕਿਹੋ ਜਿਹੀਆਂ ਸਕਿੱਟਾਂ ਬਣਾਈਆਂ ਨੇ ਇਹਨਾਂ ਨੇ ਬਚਿੱਤਰ ਨਾਟਕ ਦੀ। ਜੀ ਸਰਦਾਰ ਰਜਿੰਦਰ ਸਿੰਘ ਜੀ, ਅੱਗੇ ਕਰੋ ਦਗੜ ਦਗੜ। ਜਿਹੜਾ ਇਤਿਹਾਸ ਹੈ ਉਹ ਤੇ ਇੱਥੇ ਲਿਖਿਆ ਨਹੀਂ, ਕਿਉਂਕਿ ਗੋਪਾਲ ਚੰਦ ਜਿਸ ਵੇਲੇ ਉੱਥੋਂ ਆਇਆ ਉਹਨੇ ਵੇਖਿਆ ਵੀ ਮੈਂ ਘਿਰ ਗਿਆ, ਉਹਨੇ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਮੰਗੀ ਹੈ। ਉਹਦਾ ਇੱਥੇ ਕੋਈ ਰੈਫਰੈਂਸ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖ ਭੇਜੇ ਨੇ, 300 ਸਿੱਖ ਭੇਜੇ ਨੇ, ਪੂਰੀ ਇੱਕ ਯੂਨਿਟ ਭੇਜੀ ਹੈ ਸਮਝ ਲਓ। ਔਰ ਜਿਹਨਾਂ ਸਿੱਖਾਂ ਦੀ ਅਗਵਾਈ 'ਚ ਭੇਜੀ ਮੈਂ ਤੁਹਾਨੂੰ ਹੁਣੇ ਦੱਸਿਆ ਸੀ, ਤੇ ਉਹਦਾ ਕੋਈ ਰੈਫਰੈਂਸ ਨਹੀਂ ਹੈ। ਔਰ ਦਗੜ ਦਗੜ ਤੇ ਤਗੜ ਤਗੜ ਹੀ ਹੈ। ਸੂਰਬੀਰ ਗੰਭੀਰ ਕਰਨ ਵਾਲੇ ਨਗਾਰੇ ਵੱਜਦੇ ਹਨ, ਸੂਰਮੇ ਨਿਹੰਗ ਮੀਂਹ ਵਿੱਚ ਇੰਜ ਵਿਚਰਦੇ ਹਨ ਜਿਵੇਂ ਬਨ ਵਿੱਚ ਤਿਤਰਾ ਫਿਰਦਾ ਹੈ, ਘੋੜੇ ਹਿਣਕਦੇ ਹਨ, ਹੌਸੇ ਧੂਕਦੇ ਹਨ, ਇੱਕ ਪਾਸੇ ਸੂਰਮੇ ਤੜ ਤੜ ਕਰਦੇ ਸ਼ਸਤਰ ਚਲਾਉਂਦੇ ਹਨ, ਦੂਜੇ ਪਾਸੇ ਸੂਰਮੇ ਉਹਨਾਂ ਦੇ ਵਾਰਾਂ ਨੂੰ ਝੱਲਦੇ ਹਨ। ਯੁੱਧ ਵਿੱਚ ਲੜ ਕੇ ਵੀਰ ਗਤੀ ਪ੍ਰਾਪਤ ਕਰ ਚੁੱਕੇ ਮਹਾਨ ਯੋਧੇ ਮਲੰਗਾਂ ਵਾਂਗ ਲੇਟੇ ਪਏ ਹਨ, ਉਹਨਾਂ ਦੇ ਵਾਲ ਖੁੱਲੇ ਹਨ, ਮਾਨੋ ਜਟਾਧਾਰੀ ਸਾਧੂ ਹੋਣ। ਦੱਸੋ ਕਿਆ ਯਾਰ ਰੈਫਰੈਂਸ ਹੈ, ਕੀ ਕਾਹਦੇ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ, ਕੀ ਉਪਮਾ ਵਰਤੀ ਜਾ ਰਹੀ ਹੈ? ਮੈਂ ਤਾਂ ਹੈਰਾਨ ਹੋ ਰਿਹਾ। ਔਰ ਇਹਨੂੰ ਕਿਹਾ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਖਿਆ ਹੋਇਆ। ਮਹਾਨ ਰਾਜੇ ਸਜੇ ਹੋਏ ਹਨ ਅਤੇ ਵੱਡੇ ਹਾਥੀ ਗੱਜ ਰਹੇ ਹਨ, ਉਹਨਾਂ ਉੱਤੇ ਖਾਨ ਕਮਾਨ ਲੈ ਕੇ ਉਤਰ ਰਹੇ ਹਨ। ਉਹਦੇ ਬਾਅਦ
ਚੰਦ ਆ ਗਿਆ। ਕ੍ਰੋਧਿਤ ਕਿਰਪਾਲ ਚੰਦ ਨੇ ਘੋੜੇ ਨੂੰ ਸਜਾਇਆ ਅਤੇ ਵਿਸ਼ਾਲ ਬਾਹਾਂ ਵਿੱਚ ਢਾਲ ਧਾਰਨ ਕੀਤੀ। ਸਾਰੇ ਸੂਰਮੇ ਹਮਲਾ ਕਰਨ ਲਈ ਅੱਗੇ ਵੱਧਦੇ ਹਨ। ਉਹਨਾਂ ਦਾ ਰੂਪ ਭਿਆਨਕ ਹੈ ਅਤੇ ਉਹਨਾਂ ਦੇ ਲਾਲ ਮੂੰਹਾਂ ਉੱਤੇ ਨੂਰ ਚਮਕਦਾ ਹੈ। ਕਿਰਪਾਨਾਂ ਲੈ ਕੇ, ਤੀਰ ਕਮਾਨਾਂ ਨੂੰ ਸਜਾ ਕੇ ਗੁਸੈਲੇ ਜਵਾਨ ਰਣ ਭੂਮੀ ਵਿੱਚ ਕਲੋਲ ਕਰਦੇ ਹਨ ਅਤੇ ਮੂੰਹ ਵਿੱਚੋਂ ਮਾਰੋ ਮਾਰੋ ਹੀ ਬੋਲਦੇ ਹਨ, ਮਾਨੋ ਮਸਤ ਹਾਥੀ ਬਨ ਵਿੱਚ ਡੋਲਦੇ ਹੋਣ। ਅੱਗੋਂ ਫਿਰ ਛੰਦ ਬਦਲ ਗਿਆ ਜੀ, ਭੁਜੰਗ ਭਰਿਆ ਛੰਦ ਆ ਗਿਆ। ਤਦੋਂ ਕਾਂਗੜੇ ਦਾ ਰਾਜਾ ਕਿਰਪਾਲ ਚੰਦ ਕਟੋਚ ਕ੍ਰੋਧਵਾਨ ਹੋਇਆ। ਉਸ ਦਾ ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਅਤੇ ਉਸਨੇ ਸਭ ਪ੍ਰਕਾਰ ਸੋਚ ਛੱਡ ਦਿੱਤੀ। ਉਧਰੋਂ ਹੁਸੈਨੀ ਦੇ ਸਾਥੀ ਪਠਾਨ ਮੈਦਾਨੇ ਜੰਗ ਵਿੱਚ ਤੀਰ ਲੈ ਕੇ ਖੜੋਤੇ ਹੋਏ ਹਨ, ਮਾਨੋ ਮਾਸ ਲਈ ਚਿੱਤਰੇ ਫਿਰਦੇ ਹੋਣ। ਭੇਰੀਆਂ ਭੂੰ ਕੇ ਵੱਜਦੀਆਂ ਹਨ, ਤੀਰ ਤੜ ਤੜ ਕਰਦੇ ਹਨ। ਕਈ ਸੂਰਮੇ ਗੁੱਥਮ ਗੁੱਥਾ ਹਨ ਅਤੇ ਕਿਤੇ ਤਲਵਾਰਾਂ ਕੜਕ ਰਹੀਆਂ ਹਨ। ਕਿਤੇ ਜੰਗ ਵਿੱਚ ਧੌਂਸੇ ਵੱਜਦੇ ਹਨ, ਕਿਤੇ ਢਾਡੀ ਵਾਰਾਂ ਗਾਉਂਦੇ ਹਨ, ਕਿਤੇ ਧੜ ਅਤੇ ਸਿਰ ਅਤੇ ਕਿ ਤੀਰਾਂ ਨਾਲ ਪੱਛੇ ਹੋਏ ਸਰੀਰ ਫਿਰਦੇ ਹਨ। ਕਿਤੇ ਟੋਪਾਂ ਉਤੇ ਗੁਰਜਾਂ ਦੇ ਵਾਰ ਨਾਲ ਟਕ ਟਕ ਦੀ ਆਵਾਜ਼ ਉੱਠਦੀ ਹੈ। ਕਿਤੇ ਲੋਥਾਂ ਦੇ ਢੇਰ ਰੁਲਦੇ ਹਨ ਅਤੇ ਕਿਤੇ ਮਾਰੇ ਹੋਏ ਯੁੱਧਵੀਰ ਡਿੱਗੇ ਪਏ ਹਨ। ਕਿਤੇ ਪਤਲੀਆਂ ਤਲਵਾਰ ਦੀਆਂ ਲਗਾਤਾਰ ਸੱਟਾਂ ਨਾਲ ਸੂਰਵੀਰਾਂ ਦੇ ਸਰੀਰ ਉੱਤੇ ਜ਼ਖਮ ਲੱਗੇ ਹੋਏ ਹਨ। ਕਿਤੇ ਧੜ ਦੇ ਸਿਰ ਅਤੇ ਤੀਰਾਂ ਨਾਲ ਪੱਛੇ ਹੋਏ ਸਰੀਰ ਫਿਰਦੇ ਹਨ। ਬਾਹਾਂ ਦੇ ਝਟਕਿਆਂ ਨਾਲ ਤਲਵਾਰ ਤੀਰ ਚੱਲ ਰਹੇ ਹਨ। ਤਲਵਾਰਾਂ ਦੇ ਚੱਲਣ ਨਾਲ ਕੜ ਕੜ ਦੇ ਗੰਭੀਰ ਨਾਦ ਉੱਠ ਰਹੇ ਹਨ। ਦੱਸੋ ਇਹ ਕੀ ਮਤਲਬ? ਓਹੋ, ਇਹ ਤੋਂ ਨੀਵੇਂ ਕੀ ਜਾਣਾ ਹੁਣ? ਇਹ ਤੋਂ ਨੀਵੇਂ ਕੀ ਜਾਣਾ? ਮੈਨੂੰ ਗੱਲਾਂ ਹੀ ਦੋ ਸਮਝ ਆਉਂਦੀਆਂ, ਤੜ ਹੋਈ ਜਾਂਦੀ ਹੈ ਤੇ ਗੜਗੜ ਹੋਈ ਜਾਂਦੀ ਹੈ। ਆਹੀ ਕੁਝ ਹੈ ਜੀ। ਜਿਹੜਾ ਇਹ ਭਾਵੇਂ ਮਿਹਨਤ ਦਾ ਕੰਮ ਹੈ। ਇੱਕ ਵਾਰੀ ਸਾਰਾ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਸੁਣਾਉਣਾ ਚਾਹੁੰਦਾ, ਔਰ ਮੈਂ ਬੇਨਤੀ ਕਰਨਾ ਕਿ ਇਹਦੇ ਵਿੱਚ ਲੱਭਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਨੇ। ਮੈਂ ਨਾ, ਤੁਸੀਂ ਧੰਨ ਜੇ, ਤੁਹਾਨੂੰ ਅਵਾਰਡ ਦੇਣਾ ਚਾਹੀਦਾ ਵੀ ਤੁਸੀਂ ਇੰਨੀ ਹਿੰਮਤ ਕਰਕੇ ਆ ਪੜ੍ਹ ਰਹੇ ਜੇ। ਬੰਦਾ ਪੜ੍ਹ ਹੀ ਨਹੀਂ ਸਕਦਾ ਜੀ, ਕਿੱਦਾਂ ਗਾਂ ਜਾਊਗਾ ਇਹਦੇ ਚ? ਜਿੱਥੇ ਤਰੜ ਤਰੜ ਗੜੜ ਗੜ, ਮਿੰਟ ਕੁ ਬਾਅਦ ਫੇਰ ਤਰੜ ਤਰੜ ਗੜ ਗੜ। ਬਸ ਉਹੀ ਕੁਝ ਹੈ ਜੀ। 68 ਬੰਦ। ਓਹੋ, ਹੁਣ ਆਪਾਂ ਸਿਰ ਤੇ ਜ਼ਿੰਮੇਵਾਰੀ ਲਈ ਹੈ ਤੇ ਨਿਭਾ ਦਈ ਹੈ। ਜੀ ਜੀ ਬਿਲਕੁਲ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਸੀਂ ਨਿਭਾਓ। ਕਿਤੇ ਆਪਸ ਵਿੱਚ ਸੂਰਮੇ ਗੁੱਥਮ ਗੁੱਥਾ ਹਨ, ਮਾਨੋ ਵੱਡੇ ਦੰਦਾਂ ਵਾਲੇ ਹਾਥੀ ਆਪਸ ਵਿੱਚ ਉਲਝੇ ਹੋਣ। ਜਿਵੇਂ ਸ਼ੇਰ ਨਾਲ ਸ਼ੇਰ ਭਿੜਦਾ ਹੈ, ਉਸ ਤਰ੍ਹਾਂ ਕਿਰਪਾਲ ਚੰਦ ਅਤੇ ਗੋਪਾਲ ਚੰਦ ਆਪਸ ਵਿੱਚ ਜੂਝ ਰਹੇ ਸਨ। ਤਦੋਂ ਹੁਸੈਨੀ ਦਲ ਦਾ ਹਰੀ ਸਿੰਘ ਜੋਧਾ ਧਾਵਾ ਕਰਕੇ ਆਇਆ। ਉਸਨੇ ਆਪਣੇ ਸਰੀਰ ਉੱਤੇ ਤੀਰਾਂ ਦੀ ਪਛਾੜ ਚੰਗੀ ਤਰ੍ਹਾਂ ਸਹੀ। ਉਸਨੇ ਕ੍ਰੋਧ ਕਰਕੇ ਬਹੁਤ ਸੂਰਮੇ ਮਾਰ ਦਿੱਤੇ ਅਤੇ ਬਹੁਤ ਤਗੜਾ ਯੁੱਧ ਕਰਕੇ ਸਵਰਗ ਚਲਾ ਗਿਆ। ਰਾਜਿਆਂ ਵੱਲੋਂ ਹਿੰਮਤ ਸਿੰਘ ਅਤੇ ਕਿੰਮਤ ਸਿੰਘ ਨਾਂ ਦੇ ਕੜੀਅਲ ਯੋਧੇ ਕਿਰਪਾਨਾਂ ਲੈ ਕੇ ਆਏ। ਹੁਸੈਨੀ ਦੇ ਦਲ ਵੱਲੋਂ ਜਲਾਲ ਖਾਨ ਗੁਰਜ ਲੈ ਕੇ ਚੱਲਿਆ। ਉਹ ਜੁਝਾਰੂ ਯੋਧੇ ਮਾਲ ਨਾਲ ਮਸਤ ਹੋਏ ਖੂਬ ਲੜੇ। ਸ਼ਸਤਰਾਂ ਦੇ ਲਗਾਤਾਰ ਵਾਰਾਂ ਨਾਲ ਸ਼ਸਤਰਾਂ ਤੋਂ ਚਿੰਗਾਰੀਆਂ ਨਿਕਲਣ ਲੱਗੀਆਂ। ਜਸਵਾਲ ਦਾ ਰਾਜਾ ਕੇਸਰੀ ਚੰਦ ਘੋੜਾ ਨਚਾਉਂਦਾ ਹੋਇਆ ਅੱਗੇ ਵਧਿਆ। ਉਸਨੇ ਹੁਸੈਨੀ ਨੂੰ ਘੇਰ ਲਿਆ ਅਤੇ ਤਿੱਖੀ ਬਰਛੀ ਦਾ ਵਾਰ ਕੀਤਾ। ਹੁਸੈਨੀ ਨੇ ਅੱਗੋਂ ਤੀਰ ਚਲਾਏ ਅਤੇ ਬਹੁਤ ਸੈਨਾ ਲਿਤਾੜ ਦਿੱਤੀ। ਤੀਰ ਜਿਸ ਦੇ ਸਰੀਰ ਨੂੰ ਲੱਗਦਾ ਹੈ ਉਸਦੇ ਪ੍ਰਾਣ ਨਿਕਲ ਜਾਂਦੇ ਹਨ। ਜਿਸ ਕਿਸੇ ਨੂੰ ਜਦੋਂ ਜ਼ਖਮ ਲੱਗਦਾ ਹੈ ਤਾਂ ਉਸਦਾ ਕ੍ਰੋਧ ਭੜਕ ਪੈਂਦਾ ਹੈ। ਉਹ ਫਿਰ ਕਮਾਨ ਸੰਭਾਲ ਕੇ ਸੂਰਮਿਆਂ ਨੂੰ ਬਾਣਾਂ ਨਾਲ ਮਾਰੀ ਜਾਂਦਾ ਹੈ। ਸੂਰਮੇ ਚੌਹਾਂ ਪਾਸਿਆਂ ਤੋਂ ਅੱਗੇ ਝੁਕਦੇ ਹਨ ਅਤੇ ਮੂੰਹ ਤੋਂ ਮਾਰੋ ਮਾਰੋ ਪੁਕਾਰਦੇ ਹਨ। ਉਹ ਨਿਰਭੈ ਹੋ ਕੇ ਸ਼ਸਤਰ ਚਲਾਉਂਦੇ ਹਨ ਅਤੇ ਦੋਵੇਂ ਆਪਣੀ ਜਿੱਤ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ। ਪਠਾਨ ਸੈਨਿਕ ਕ੍ਰੋਧਿਤ ਹੋ ਗਏ, ਹੈਂਕੜ ਨਾਲ ਹੰਕਾਰੇ ਗਏ, ਤੀਰਾਂ ਦੀ ਵਰਖਾ ਹੋਣ ਲੱਗੀ। ਸਾਰੇ ਸੂਰਮੇ ਪ੍ਰਸੰਨ ਹੋ ਗਏ। ਉਹ ਦ੍ਰਿਸ਼ ਜਿਹਾ ਸੀ ਮਾਨੋ ਬਾਣ ਸੰਗਠਿਤ ਪਦਾਰਥਾਂ ਦੀ ਅਰਚਾ ਛਿੜਕਾਓ ਕਰ ਰਹੇ ਹੋਣ। ਧਨੁਸ਼ਾਂ ਦੀ ਟੰਕਾਰ ਨਾਲ ਧਨੁਰਵੇਦ ਦਾ ਪਾਠ ਹੋ ਰਿਹਾ ਸੀ। ਹੁਣ ਆਹ ਜਿਹੜੀ ਹੈ ਨਾ, ਇੱਕ ਇੱਥੇ ਤੇ ਇੱਕ ਅੱਗੇ 48ਵੇਂ ਬੰਦ ਦੇ ਉੱਤੇ ਦਾ ਧਿਆਨ ਦੇਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ। ਇਹਨਾਂ ਦੇ ਕਹਿਣ ਮੁਤਾਬਕ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਕਿ ਧਨੁਸ਼ਾਂ ਦੀ ਟੰਕਾਰ ਨਾਲ ਧਨੁਰਵੇਦ ਦਾ ਪਾਠ ਹੋ ਰਿਹਾ ਸੀ। ਉਸ ਥਾਂ ਤੇ ਵੇਦ ਪਾਠ ਦਾ ਕੋਈ ਰੂਪਕ ਖੇਡਿਆ ਜਾ ਰਿਹਾ ਸੀ। ਮਤਲਬ ਜਿਨ੍ਹਾਂ ਚੀਜ਼ਾਂ ਨੂੰ ਗੁਰਬਾਣੀ ਰੱਦ ਕਰਦੀ ਹੈ ਉਹਨਾਂ ਨੂੰ ਇੱਕ ਬੜੇ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ। ਬਿਲਕੁਲ ਇਸੇ ਤਰ੍ਹਾਂ ਅੱਗੇ 48ਵੇਂ ਬੰਦ ਦੇ ਵਿੱਚ ਵੀ ਬੜੀ ਮਜ਼ੇਦਾਰ ਚੀਜ਼ ਹੈ ਇਹੀ, ਉੱਥੇ ਮੈਂ ਧਿਆਨ ਦਵਾਂਗਾ ਤੁਹਾਡਾ। ਉਸ ਕੰਮ ਵਿੱਚ ਬਲਵਾਨ ਰੁੱਝੇ ਹੋਏ ਸਨ, ਸਾਰੇ ਸ਼ਸਤਰਾਂ ਨਾਲ ਜੂਝ ਰਹੇ ਸਨ,
ਧੀਰਜਵਾਨ ਸੂਰਮਿਆਂ ਦੇ ਧੱਕੇ ਵੱਜ ਰਹੇ ਸਨ ਅਤੇ ਕਿਰਪਾਨਾਂ ਛਣਕ ਰਹੀਆਂ ਸਨ। ਕਮਾਨਾਂ ਕੜਕਦੀਆਂ ਸਨ, ਕਿਰਪਾਨਾਂ ਛਣਕਦੀਆਂ ਸਨ, ਕੜਾਕ ਕੜਾਕ ਤੀਰ ਚੱਲਦੇ ਸਨ। ਹਰ ਪਾਸੇ ਹੰਕਾਰ ਦਾ ਨਾਦ ਪੈਦਾ ਹੋ ਰਿਹਾ ਸੀ। ਬਾਜੀ ਕੜਾਕ ਤੇ ਚੜਾਕ ਕਿਹੜੀ ਕੁਝੀ ਹੈ। ਫਿਰ ਉਹ ਘੋੜੇ ਵਾਲੀ ਕਿਤਾਬ ਠੀਕ ਹੀ ਹੈ ਇਹਦਾ ਮਤਲਬ। ਹਾਂਜੀ ਹਾਂਜੀ ਬਿਲਕੁਲ ਉਹੀ। ਨਹੀਂ ਪਰ ਦੇਖੋ ਜੀ ਆਪਾਂ ਜ਼ਿੰਮੇਵਾਰੀ ਲਈਏ, 40 ਬੰਦ ਪੜ੍ਹ ਚੁੱਕਿਆ ਮੈਂ, ਛੋਟੇ ਰਹਿ ਗਏ ਨੇ, ਆਪਾਂ ਪੜ੍ਹ ਕੇ ਸੁਣਾਉਣੇ ਸਾਰੇ। ਜੀ ਜੀ ਔਰ ਸੁਣਾ ਦਿਓ। ਮੈਂ ਜਿਹੜੇ ਵੀ ਕੋਈ ਸਰੋਤੇ ਵੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਬੜੇ ਧਿਆਨ ਨਾਲ ਸੁਣੋ ਔਰ ਲੱਭੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਆ ਰਹੇ ਨੇ ਜਾਂ ਉਹਨਾਂ ਦੇ ਸਿੱਖ ਕਿੱਥੇ ਆ। ਅਠੀ ਸੂਰਮੇ ਸ਼ਸਤਰਾਂ ਦਾ ਵਾਰ ਕਰਦੇ ਸਨ, ਮਨ ਵਿੱਚ ਕੋਈ ਸ਼ੰਕਾ ਨਹੀਂ ਵਿਚਾਰਦੇ ਸਨ। ਤੀਰ ਇਤਨੇ ਅਧਿਕ ਚਲਾਏ ਜਾ ਰਹੇ ਸਨ ਮਾਨੋ ਲੋਹੇ ਦੀ ਵਰਖਾ ਹੋ ਰਹੀ ਹੋਵੇ। ਨਦੀ ਲਹੂ ਨਾਲ ਪੂਰੀ ਗਈ ਹੈ, ਆਕਾਸ਼ ਵਿੱਚ ਹੂਰਾਂ ਵਿਚਰ ਰਹੀਆਂ ਹਨ। ਦੋਹਾਂ ਪਾਸਿਆਂ ਤੋਂ ਮੁਖੀ ਸੂਰਮੇ ਭਿਆਨਕ ਆਵਾਜ਼ਾਂ ਕੱਢ ਰਹੇ ਹਨ। ਆਕਾਸ਼ ਦੀਆਂ ਹੂਰਾਂ ਦਾ ਬੜਾ ਰੈਫਰੈਂਸ ਦਿੰਦਾ ਜੀ ਬਾਰ-ਬਾਰ ਇਹ ਜਿਹੜਾ ਲਿਖੇ ਗਏ। ਬਿਲਕੁਲ। ਉੱਥੇ ਮਸਾਨ ਖੇਡ ਕੇ ਹੱਸ ਰਹੇ ਸਨ, ਕਿਤੇ ਹਾਥੀ ਡਿੱਗੇ ਪਏ ਸਨ ਅਤੇ ਘੋੜੇ ਖੁੱਲੇ ਫਿਰਦੇ ਸਨ। ਉੱਥੇ ਘੋੜ ਯੁੱਧ ਵਿੱਚ ਸੂਰਮੇ ਜੁਟੇ ਹੋਏ ਸਨ, ਕਿਤੇ ਤਲਵਾਰਾਂ ਚੱਲ ਰਹੀਆਂ ਸਨ ਅਤੇ ਬਾਣ ਵਰ ਰਹੇ ਸਨ, ਕਿਤੇ ਡਾਕਣੀਆਂ ਟਿਕਾਰ ਰਹੀਆਂ ਸਨ। ਤੁਸੀਂ ਮੇਰੇ ਖਿਆਲ ਮਿਸ ਕਰ ਰਹੇ ਹੋਣੇ ਹੋ ਵੀ ਇਹ ਤਾਂ ਆਇਆ ਹੀ ਨਹੀਂ ਅਜੇ। ਡਾਕਣੀਆਂ ਬਿਲਕੁਲ, ਆ ਡਾਕਣੀਆਂ ਵਾਲਾ ਪਿਛਲੀ ਵਾਰ ਆਇਆ ਸੀ, ਮੈਂ ਕਿਹਾ ਰਹਿ ਕੱਲ ਹੀ ਗਿਆ ਏ। ਮੈਨੂੰ ਪਤਾ ਸੀ ਤੁਸੀਂ ਮਿਸ ਕਰ ਰਹੇ ਹੋਵੋਗੇ ਵੀ ਇਹ ਤੇ ਆਇਆ ਹੀ ਨਹੀਂ। ਬਿਲਕੁਲ ਪਹੁੰਚ ਗਿਆ। ਕਰ ਰਹੀਆਂ ਅਤੇ ਚਵੰਡੀਆਂ ਚੀਖ ਰਹੀਆਂ ਸਨ, ਕਿਤੇ ਕਾਵਾਂ ਦੀ ਕੁਰਲਾਟ ਪੈ ਰਹੀ ਸੀ, ਕਿਤੇ ਦੂਸਰੇ ਖੰਡੇ ਵੱਜ ਰਹੇ ਸਨ, ਦੁਧਾਰੇ ਖੰਡੇ ਵੱਜ ਰਹੇ ਸਨ, ਕਿਤੇ ਲੋਹੇ ਦੇ ਟੋਪ ਖੜਕ ਰਹੇ ਸਨ, ਕਿਤੇ ਬੰਦੂਕਾਂ ਤੜਾਕ ਰਹੀਆਂ ਸਨ, ਕਿਤੇ ਸੈਥੀਆਂ ਸਰਕ ਰਹੀਆਂ ਸਨ, ਕਿਤੇ ਧਰਮ ਧੱਕੀ ਹੋ ਰਹੀ ਸੀ, ਧੱਕਮ ਧੱਕੀ ਹੋ ਰਹੀ ਸੀ। ਧੱਕਮ ਧੱਕੀ ਹੋ ਰਹੀ, ਕਿਆ ਬਾਤ ਹੈ। ਤਦੋਂ ਖੁਦ ਜੰਗ ਕਰਨ ਲਈ ਨਿਤਰਿਆ। ਉਸਦੇ ਸਾਰੇ ਸਾਥੀਆਂ ਨੇ ਹੱਥਾਂ ਵਿੱਚ ਤੀਰ ਅਤੇ ਕਮਾਨਾਂ ਸੰਭਾਲੀਆਂ ਹੋਈਆਂ ਸਨ। ਖੂਨਖਾਰ ਪਠਾਨ ਯੁੱਧ ਕਰਨ ਲਈ ਡਟ ਗਏ। ਕ੍ਰੋਧ ਕਰਕੇ ਸਾਰੇ ਸੂਰਮਿਆਂ ਦੇ ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਸਨ। ਕਠੋਰ ਅਤੇ ਭਿਆਨਕ ਯੋਧਿਆਂ ਦੇ ਮਨ ਵਿੱਚ ਜੰਗ ਦੀ ਬਿਰਤੀ ਜਾਗ ਪਈ। ਸੁੰਦਰ ਤਿੱਖੇ ਤੀਰ ਪਰਚੀਆਂ ਤੇ ਦੁਧਾਰੇ ਕੰਡੇ ਚੱਲਦੇ ਰਹੇ। ਵੱਡੇ ਵੱਡੇ ਸੂਰਮੇ ਧੀਰਜਵਾਨ ਬਾਂਕੇ ਸੂਰਮਿਆਂ ਨਾਲ ਗੁੱਤਮ ਗੁੱਤਾ ਹੁੰਦੇ ਹਨ। ਕਿਤੇ ਸੈਥੀਆਂ ਨਾਲ ਧੱਕਮ ਧੱਕੀ ਹੋ ਰਹੀ ਹੈ, ਕਿਤੇ ਤਲਵਾਰਾਂ ਦੀ ਛਣਕਾਰ ਹੋ ਰਹੀ ਹੈ, ਕਿਤੇ ਢੋਲਾਂ ਦੀ ਟਮਕਾਰ ਅਤੇ ਤੂਤੀਆਂ ਦੀ ਆਵਾਜ਼ ਪੈਦਾ ਹੋ ਰਹੀ ਹੈ, ਕਿਤੇ ਬਾਹਾਂ ਦੀ ਸੱਟ ਨਾਲ ਧੁਨ ਉੱਠਦੀ ਹੈ ਅਤੇ ਕਿਤੇ ਸੂਰਬੀਰ ਗੱਜਦੇ ਹਨ। ਧੌਂਸਿਆਂ ਦੇ ਵੱਜਣ ਤੋਂ ਕਈ ਪ੍ਰਕਾਰ ਦੀਆਂ ਨਿਵੇਕਲੀਆਂ ਆਵਾਜ਼ਾਂ ਨਿਕਲਦੀਆਂ ਹਨ। ਵੱਡੇ ਟੁੱਕੇ ਸੂਰਬੀਰ ਰੁਲ ਰਹੇ ਹਨ ਅਤੇ ਸ਼ਸਤਰਾਂ ਦੇ ਵੱਜਣ ਨਾਲ ਚਿੰਗਾਰੀਆਂ ਉੱਠਦੀਆਂ ਹਨ। ਹੁਣ ਇੱਥੇ ਦੇਖਣਾ ਜੀ, ਇਹਨੂੰ ਆਪਾਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਲਿਖ ਰਹੇ ਨੇ। 48ਵਾਂ ਬੰਦ ਜਿਹੜਾ ਲੋਹੇ ਦੇ ਟੋਪ ਦੀ ਟਕ ਟਕ ਅਤੇ ਢਾਲਾਂ ਦੀ ਟਕ ਟਕ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਮਹਾਂਵੀਰ ਅਤੇ ਬਾਂਕੇ ਤੀਰਅੰਦਾਜ਼ ਭਿਆਨਕ ਰੂਪ ਧਾਰ ਰਹੇ ਹਨ। ਵੀਰ, ਬੈਤਾਲ, ਭੂਤ ਅਤੇ ਪ੍ਰੇਤ ਨੱਚ ਰਹੇ ਹਨ। ਇਹ ਵੀ ਤੁਸੀਂ ਮਿਸ ਕਰ ਰਹੇ ਹੋਵੋਗੇ, ਇਹ ਤਾਂ ਆਇਆ ਹੀ ਨਹੀਂ। ਹਾਂ, ਭੂਤ ਪ੍ਰੇਤ ਨੱਚ ਰਹੇ ਨੇ। ਆਕਾਸ਼ਵਾਸੀ ਡਾਕਣੀਆਂ ਜੋਗੜਾਂ ਨੱਚ ਰਹੀਆਂ ਹਨ। ਭਿਆਨਕ ਕਾਰਨ ਮਹਾਰੁਦਰ ਸ਼ਿਵ ਦੀ ਯੋਗ ਸਮਾਧੀ ਭੰਗ ਹੋ ਜਾਣ ਨਾਲ ਉਹ ਜਾਗ ਪਿਆ ਹੈ। ਵਾਹ, ਗੁਰੂ ਗੋਬਿੰਦ ਸਾਹਿਬ ਲਿਖ ਰਹੇ ਨੇ। ਹਾਂ, ਸ਼ਿਵ ਜਾਗ ਪਿਆ। ਭਿਆਨਕ ਸ਼ਿਵ ਦੀ ਯੋਗ ਸਮਾਧੀ। ਮੈਂ ਇਹਦਾ ਟੈਕਸਟ ਵੀ ਪੜ੍ਹ ਦਿਆਂ। ਛੁਟੀ ਜੋਗ ਤਾਰੀ ਮਹਾਰੁਦਰ ਜਾਗੇ, ਜਗਿਓ ਧਿਆਨ ਬ੍ਰਹਮ ਸਭੇ ਸਿੱਧ ਭਾਗੇ, ਅਸੇ ਕਿੰਨਰੰਗ ਯਛ ਵਿਦਿਆ ਵਿਦਿਆਤਰੇਯੰ ਨਚੀ ਅਸ਼ਰਾ ਪਸ਼ਰਾ ਚਾਰਨੇਯੰ। ਭਾਵ ਭਿਆਨਕ ਯੁੱਧ ਕਾਰਨ ਮਹਾਰੁਦਰ ਸ਼ਿਵ ਦੀ ਯੋਗ ਸਮਾਧੀ ਭੰਗ ਹੋ ਜਾਣ ਨਾਲ ਜਾਗ ਪਿਆ ਹੈ। ਬ੍ਰਹਮਾ ਦਾ ਧਿਆਨ ਉਚਕ ਗਿਆ ਹੈ ਅਤੇ ਸਾਰੇ ਸਿੱਧ ਆਪਣੇ ਠਿਕਾਣਿਆਂ ਤੋਂ ਭੱਜ ਗਏ ਹਨ। ਕਿੰਨਰ, ਯਕਸ਼, ਵਿਦਿਆਧਰ ਆਦਿ ਦੇਵਤੇ ਹੱਸ ਰਹੇ ਹਨ। ਮਾਤ ਲੋਕ ਦੀਆਂ ਸੁੰਦਰ ਯੁਵਤੀਆਂ, ਅਪਸਰਾਵਾਂ ਅਤੇ ਚਾਰਨਾਂ ਦੀਆਂ ਇਸਤਰੀਆਂ ਨੱਚ ਰਹੀਆਂ ਹਨ। ਉੱਥੇ ਜੰਗ ਹੋ ਰਿਹਾ, ਬੰਦੇ ਮਰ ਰਹੇ, ਉਹ ਨੱਚ ਰਹੀਆਂ। ਨਹੀਂ, ਕਈ ਭੱਜ ਰਹੇ ਨੇ, ਕਈ ਨੱਚ ਰਹੇ ਨੇ, ਕਈ ਢੋਲ ਵਜਾਈ ਜਾਂਦੇ ਨੇ, ਕਈ ਤੂਤੀਆਂ ਵਾਜੇ ਵਜਾਈ ਜਾਂਦੇ ਨੇ। ਸਮਝ ਨਹੀਂ ਆ ਰਹੀ ਵੀ ਬਣ ਕੀ ਰਿਹਾ ਵਾ। ਵੀ ਇੱਕ ਬੰਨੇ ਇੱਕ ਵਾਰ ਮੈਨੂੰ ਯਾਦ ਆ ਗਈ ਗੱਲ ਨਾਲੋਂ, ਤੁਹਾਡੇ ਗੱਲ ਦੇ ਨਾਲ ਹੀ। ਸਾਡਾ ਇੱਕ ਢਾਡੀ ਸਿੰਘ ਹੀ ਸੀ, ਤੇ ਉਹ ਢਾਡੀ ਸਿੰਘ ਸਾਡਾ ਵਾਕਿਆ ਪਿਆ ਸੁਣਾਵੇ। ਮੇਰੇ ਤੋਂ ਛੋਟਾ ਮੇਰਾ ਜਿਹੜਾ ਬ੍ਰਦਰ ਆ ਉਹ ਥਾਈਲੈਂਡ ਦੇ ਵਿੱਚ ਆ, ਮੈਂ ਵੀ ਉੱਥੇ ਰਿਹਾ ਲੰਮਾ ਸਮਾਂ।
ਉਹ ਵਾਕਿਆ ਪਿਆ ਸੁਣਾਵੇ, ਕਹਿੰਦਾ ਬੀਬੀ ਪਾਥੀਆਂ ਪੱਥੇ ਉਧਰ ਜਦੋਂ ਸ਼ਰ ਕਰਦੀਆਂ ਕਿਰਪਾਨਾਂ ਕੱਢ ਕੇ ਤੇ ਯੋਧੇ ਆਪਸ ਦੇ ਵਿੱਚ ਗੁੱਥਮ ਗੁੱਥੀ ਹੋ ਗਏ, ਗੋਲੀ ਚੱਲਣੀ ਸ਼ੁਰੂ ਹੋ ਗਈ ਤੇ ਨਾਲ ਆਂਦਾ ਸਾਈਡ ਤੇ ਬੀਬੀ ਪਾਥੀਆਂ ਪੱਥ ਰਹੀ ਸੀ। ਉਹਨੇ ਵੇਖਿਆ ਵੀ ਆਹ ਕੀ ਬਣ ਗਿਆ। ਤਾਂ ਮੇਰੇ ਤੋਂ ਨਿੱਕਾ ਮੇਰਾ ਬ੍ਰਦਰ ਇਹ ਪੁੱਛਦਾ ਵੀ ਜਿੱਥੇ ਗੋਲੀ ਚੱਲ ਰਹੀ ਹੋਵੇ ਉੱਥੇ ਬੀਬੀ ਕਿਹੜੀ ਸੀ ਜਿਹੜੀਆਂ ਪਾਥੀਆਂ ਪੱਥ ਰਹੀ। ਮੈਂ ਉਹ ਹੈਰਾਨ ਹੈ ਵੀ ਜਿੱਥੇ ਆਹ ਰੌਲਾ ਪੈ ਰਿਹਾ ਵੇ ਉੱਥੇ ਕਿਹੜਾ ਵਾ ਜਿਹੜਾ ਤੂਤੀਆਂ ਵਾਜੇ ਵਜਾ ਰਿਹਾ ਏ। ਜਿੱਥੇ ਹਾਥੀਆਂ ਦੀ ਆਵਾਜ਼, ਬ੍ਰਹਮਾ ਵਿਚਾਰਾ ਜਾਗ ਪਿਆ ਹੈ, ਸ਼ਿਵ ਵੀ ਜਾਗ ਪਿਆ ਤੇ ਅਜੇ ਤੂਤੀਆਂ ਵਾਜੇ ਵੱਜ ਰਹੇ ਨੇ। ਬੇੜਾ ਬਹਿ ਜੇ ਤੁਹਾਡਾ ਲਿਖਾਰੀਓ ਲਿਖਣ ਵਾਲਿਓ ਵੀ ਇੰਨਾ ਗੱਪ ਲਿਖੋਗੇ। ਚਲੋ ਬੇਵਕੂਫ ਅਸੀਂ ਮੰਨਦੇ ਆ ਵੀ ਸਾਡੀ ਕੌਮ 'ਚ ਬੇਵਕੂਫ ਬਹੁਤ ਨੇ, ਪਰ ਇੰਨੇ ਵੀ ਨਹੀਂ ਨੇ। ਇੰਨੀ ਕਿਤੇ ਗੱਲ ਸਮਝ ਆਉਂਦੀ ਹੈ ਨਾ ਸਾਨੂੰ ਵੀ ਥੋੜਾ ਇਹਨੂੰ ਸਵਾਰ ਕੇ ਲਿਖੋ ਜੇ ਸਾਡੇ ਅੰਦਰ ਪਾਉਣਾ ਵਾ ਕੋਈ ਮਾੜਾ ਮੋਟਾ। ਜਿਵੇਂ ਵੇਖੋ ਸਰਦਾਰ ਰਜਿੰਦਰ ਸਿੰਘ ਜੀ ਵੀ ਸਿੱਖ ਗੁਰੂ ਕਾਲ ਦੇ ਅੰਦਰ ਕਿੰਨੇ ਉਸ ਟਾਈਮ ਤੇ ਸਾਵਧਾਨ ਸਨ। ਹਰ ਜਸ ਦੀ ਪੋਥੀ ਆਈ, ਪ੍ਰਿਥੀ ਮਿਹਰਵਾਨ ਵਾਲੀ ਰਚਨਾ ਆਈ, ਪ੍ਰਿਥੀ ਚੰਦ ਮਹਿਲ ਛੇਵੇਂ ਹੇਠ ਰਚਨਾ ਰਚੀ ਗਈ, ਕਿੰਨੀਆਂ ਰਚਨਾਵਾਂ ਹੋਂਦ ਚ ਆਈਆਂ ਤੇ ਗੁਰੂ ਨੇ ਹੋਕਾ ਦੇ ਦਿੱਤਾ ਵੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਹਾਲਾਂਕਿ ਉਹ ਬਾਣੀ ਗੁਰਬਾਣੀ ਦੀ ਹਰ ਕਸਵੱਟੀ ਨੂੰ ਪੂਰੀ ਕਰਦੀ ਹੈ। ਰਾਗਬੰਦ ਵੀ ਹੈ, ਕਾਵ ਸ਼ੈਲੀ ਵੀ ਉਹੀ ਹੈ, ਮਹਿਲ ਦੇ ਰੂਪ 'ਚ ਲਿਖੀ ਗਈ ਹੈ ਤੇ ਗੁਰਬਾਣੀ ਦੀ ਨਕਲ ਵੀ ਹੈ। ਇਹ ਨਹੀਂ ਵੀ ਉਹਦੇ 'ਚ ਉਹਦੇ ਅੰਦਰ ਕੋਈ ਭਾਵ ਨਹੀਂ ਨਿਕਲਦਾ ਜੀ, ਉਹਦੀ ਕੋਈ ਸਿਧਾਂਤ ਨਹੀਂ ਨਿਕਲਦਾ, ਸਿਧਾਂਤ ਵੀ ਨਿਕਲਦਾ, ਪਰ ਕਹਿੰਦੇ ਇਹ ਕੇਵਲ ਕਵਿਤਾ ਹੈ ਜਿਹੜੀ ਸਤਿਗੁਰ ਬਾਣੀ ਉਚਾਰਦਾ ਹੈ। ਉਹ ਇਲਾਹੀ ਮੈਸੇਜ, ਇਹ ਕੇਵਲ ਕਵਿਤਾ ਹੈ, ਨਕਲ ਹੈ ਬਸ। ਸੋ ਅਸੀਂ ਤੇ ਉਹਨੂੰ ਨਕਾਰਿਆ ਤੇ ਆਹ ਕੀ ਹੈ, ਇਹ ਤਾਂ ਕੁਛ ਵੀ ਨਹੀਂ। ਅਸੀਂ ਤੇ ਉਹਨੂੰ ਨਕਾਰ ਕੇ ਬੈਠੇ ਹਾਂ ਜਿਹੜੀ ਹਰ ਸ਼ਰਤ ਨੂੰ ਪੂਰੀ ਕਰਕੇ ਬੈਠੀ ਹੈ। ਸੋ ਸਾਵਧਾਨ ਹੋਈਏ, ਗੁਰਬਾਣੀ ਦੇ ਸਿੱਖ ਬਣੀਏ। ਆ ਧਾਂਖਣੀਆਂ ਵੱਜ ਰਹੀਆਂ ਨੇ, ਚੰਡਾਲ ਨੱਚ ਰਹੇ ਨੇ, ਭੂਤ ਨੱਚ ਰਹੇ ਨੇ, ਪ੍ਰੇਤ ਨੱਚ ਰਹੇ ਨੇ, ਕੀ ਆਏ, ਕੀ ਨਿਕਲਦਾ ਇਹਦੇ ਚੋਂ? ਅਫਸਰਾਂ ਨੱਚ ਰਹੀਆਂ ਜੀ। ਅਸਲ ਜੀ ਜਿਸ ਗੱਲ ਪਰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਸੀ ਨਾ, ਜਾਂ ਆਪਣੇ ਪਾਠਕਾਂ ਦਾ ਦਰਸ਼ਕਾਂ ਦਾ ਦਿਵਾਉਣਾ ਚਾਹੁੰਦਾ ਜੀ, ਉਧਰ ਬਹੁਤਾ ਨਹੀਂ ਗਿਆ ਕਿ ਬੜੇ ਤਰੀਕੇ ਨਾਲ ਸ਼ਿਵ ਜੀ, ਬ੍ਰਹਮਾ ਆਦਿ ਨੂੰ ਪ੍ਰਵਾਨ ਕਰਾਇਆ ਜਾ ਰਿਹਾ। ਜੀ ਬਿਲਕੁਲ ਬਿਲਕੁਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਪ੍ਰਵਾਨ ਕਰਾਇਆ ਜਾ ਰਿਹਾ। ਭਿਆਨਕ ਯੁੱਧ ਕਾਰਨ ਮਹਾਰੁਦਰ ਸ਼ਿਵ ਦੀ ਯੋਗ ਸਮਾਧੀ ਭੰਗ ਹੋ ਜਾਣ ਨਾਲ ਉਹ ਜਾਗ ਪਿਆ ਹੈ। ਉਹਦੀ ਹੋਂਦ ਹੈ ਨਾ, ਹੋਂਦ ਬਣਾ ਬਿਲਕੁਲ ਬ੍ਰਹਮਾ ਦਾ ਚੱਕਿਆ ਹੈ। ਉਹਦੀ ਹੋਂਦ ਨੂੰ ਇੱਥੇ ਮਨਾਇਆ ਗਿਆ। ਬਿਲਕੁਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੇ ਰੈਫਰੈਂਸ ਹੈ ਜੀ। ਗੁਰੂ ਸਾਹਿਬ ਕਹਿੰਦੇ ਨੇ ਵੀ ਬ੍ਰਹਮਾ ਜਾਗਿਆ ਤਾਂ ਹੀ, ਜੇ ਸੁੱਤਾ ਸੀ ਹੈ ਸੀ, ਦੇਹ ਰੂਪ ਦੇ ਵਿੱਚ ਸੁੱਤਾ ਸੀ ਤੇ ਜਾਗ ਪਿਆ। ਸੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਿਲਕੁਲ ਤੁਹਾਡਾ ਜਿਹੜਾ ਇਸ਼ਾਰਾ ਠੀਕ ਹੈ। ਦੇਖਣ ਵਾਲੀਆਂ ਨੇ ਕਿ ਕਿਵੇਂ ਇਹਨਾਂ ਦੀ ਹੋਂਦ ਨੂੰ, ਇਹਨਾਂ ਦੀ ਹਸਤੀ ਨੂੰ ਪ੍ਰਵਾਨ ਕਰਾਇਆ ਜਾ ਰਿਹਾ ਗੁਰੂ ਦੇ ਨਾਂ ਦੇ ਉੱਤੇ। ਆਪਾਂ ਅੱਗੇ ਚੱਲੀਏ। ਹੋਰ ਯੁੱਧ ਹੋਣ ਕਾਰਨ ਸੈਨਾ ਭੱਜਣ ਲੱਗੀ। ਉੱਥੇ ਉਦੋਂ ਹੁਸੈਨੀ ਖਾਨ ਨੇ ਯੁੱਧ ਮੰਡਿਆ ਅਤੇ ਸੂਰਮਿਆਂ ਵਾਲੇ ਬੋਲ ਉਚਾਰੇ, ਭਾਵ ਗੱਜਿਆ। ਉਧਰ ਬਹਾਦਰ ਜਸਵਾਨੀਆਂ ਨੇ ਧਾਵਾ ਬੋਲ ਦਿੱਤਾ। ਉਹਨਾਂ ਨੇ ਸਾਰਿਆਂ ਸਵਾਰਾਂ ਨੂੰ ਕੱਪੜਿਆਂ ਵਾਂਗ ਵਿਉਂ ਦਿੱਤਾ, ਅਰਥਾਤ ਕਤਰ ਦਿੱਤਾ। ਉੱਥੇ ਇੱਕ ਹੁਸੈਨੀ ਖਾਨ ਹੀ ਡਟਿਆ ਖੜਾ ਰਿਹਾ, ਮਾਨੋ ਰਣ ਭੂਮੀ ਵਿੱਚ ਯੁੱਧ ਦਾ ਖੰਭਾ ਗੱਡਿਆ ਹੋਵੇ। ਉਹ ਹਠੀਲਾ ਯੋਧਾ ਕ੍ਰੋਧਵਾਨ ਹੋ ਕੇ ਜਿਸ ਨੂੰ ਤੀਰ ਮਾਰਦਾ ਉਸ ਨੂੰ ਛੋਹ ਕੇ ਤੀਰ ਪਰਲੇ ਪਾਸੇ ਨਿਕਲ ਜਾਂਦਾ ਹੈ। ਉਹ ਸੂਰਮੇ ਨੇ ਆਪਣੇ ਉੱਤੇ ਸਾਰੇ ਬਾਣ ਸਹਾਰੇ, ਫਿਰ ਉਸ ਦੇ ਨੇੜੇ ਆ ਪਹੁੰਚੇ ਅਤੇ ਦੋਹਾਂ ਪਾਸਿਆਂ ਤੋਂ ਮਾਰੋ ਮਾਰੋ ਬੋਲਣ ਲੱਗੇ। ਹੁਸੈਨ ਨੇ ਚੰਗੀ ਤਰ੍ਹਾਂ ਅਸਤਰ ਅਤੇ ਸ਼ਸਤਰ ਚਲਾਏ, ਪਰ ਅੰਤ ਵਿੱਚ ਹੁਸੈਨੀ ਖਾਨ ਡਿੱਗਿਆ ਅਤੇ ਬਹਿਸ਼ਤ ਨੂੰ ਚਲਿਆ ਗਿਆ। ਜਦ ਹੁਸੈਨੀ ਮਾਰਿਆ ਗਿਆ ਤਾਂ ਪਠਾਨ ਸੂਰਮਿਆਂ ਦੇ ਮਨ ਵਿੱਚ ਬਹੁਤ ਕ੍ਰੋਧ ਪੈਦਾ ਹੋਇਆ। ਹੋਰ ਸਾਰੇ ਤਾਂ ਭੱਜ ਗਏ, ਪਰ ਕਟੋਚਿਆਂ ਦੇ ਮਨ ਵਿੱਚ ਬਹੁਤ ਜੋਸ਼ ਪੈਦਾ ਹੋਇਆ। ਸਾਰੇ ਕਟੋਚੀਆਂ ਨੇ ਕ੍ਰੋਧਵਾਨ ਹੋ ਕੇ ਧਾਵਾ ਬੋਲਿਆ। ਹਿੰਮਤ ਅਤੇ ਕਿੰਮਤ ਨੇ ਵੀ ਬਹੁਤ ਰੋਸ ਕੀਤਾ। ਤਦ ਹਰੀ ਸਿੰਘ ਨੇ ਹਮਲਾ ਕਰ ਦਿੱਤਾ ਅਤੇ ਚੁਣ ਕੇ ਘੋੜਸਵਾਰਾਂ ਨੂੰ ਮਾਰ ਦਿੱਤਾ। ਤਦੋਂ ਕਟੋਚਾਂ ਨੇ ਕ੍ਰੋਧਿਤ ਹੋ ਕੇ ਅਤੇ ਸੰਭਲ ਕੇ ਯੁੱਧ ਭੂਮੀ ਵਿੱਚ ਪੈਰ ਗੱਡ ਦਿੱਤੇ। ਸਰਕ ਕਰਦੇ ਸ਼ਸਤਰ ਚਲਾਉਂਦੇ ਸਨ ਅਤੇ ਮੂੰਹੋਂ ਮਾਰੋ ਮਾਰੋ ਬੋਲਦੇ ਸਨ। ਤਦੋਂ ਹੁਸੈਨੀ ਦੀ ਮਦਦ ਨੂੰ ਆਏ ਚੰਦੇਲ ਰਾਜਪੂਤਾਂ ਨੂੰ ਵੀ ਜੰਗ ਦਾ ਚਾਉ ਚੜਿਆ। ਗੁੱਸੇ ਵਿੱਚ ਆ ਕੇ ਸਭ ਨੇ ਧਾਵਾ ਬੋਲ ਦਿੱਤਾ। ਜਿਤਨੇ ਵੀ ਵਿਰੋਧੀਆਂ ਸਾਹਮਣੇ ਗਏ ਮਾਰੇ ਗਏ। ਉੱਥੇ ਉਹੀ ਬਚੇ ਜੋ ਜੰਗ ਵਿੱਚ ਖਿਸਕ ਗਏ ਸਨ। 7 ਸਵਾਰਾਂ ਸਹਿਤ ਸੰਗਤ ਰਾਏ ਵੀ ਮਾਰਿਆ ਗਿਆ। ਦਰਸੋ ਨਾਂ ਦੇ, ਹੁਣ ਆਹ ਜਿਹੜੀ ਹੈ ਨਾ
ਜਿਹੜਾ ਗੁਰੂ ਮਹਾਰਾਜ ਦੀ ਫੌਜ ਦੀ ਐਗਜ਼ਿਸਟੈਂਸ ਨੂੰ ਪ੍ਰਮਾਣ ਕਰਾਉਂਦਾ ਹੈ, ਉਹ ਆ ਹੈ ਸਿਰਫ ਇੱਕ ਬੰਦ, 57th ਬੰਦ, 57ਵਾਂ, ਜਿਹਦੇ ਵਿੱਚ ਉਹ ਲਿਖਦਾ, 7 ਸਵਾਰਾਂ ਸਹਿਤ ਸੰਗਤ ਰਾਏ ਵੀ ਮਾਰਿਆ ਗਿਆ। ਦਰਸੋਂ ਨਾਂ ਦੇ ਸਾਡੇ ਸੇਵਕ ਨੇ ਜਦੋਂ ਉਹਨਾਂ ਦੇ ਜੂਝਣ ਦੀ ਖਬਰ ਸੁਣੀ ਤਾਂ ਉਹ ਵੀ ਬਹੁਤ ਲੜਦਾ ਹੋਇਆ ਮਾਰਿਆ ਗਿਆ। ਇਹ ਹੁਣ ਜਿਹੜੀ ਅਰਥ ਕੀਤੇ ਨੇ ਨਾ ਜੱਗੀ ਜੀ ਨੇ, ਉਹਨਾਂ ਨੇ ਉੱਥੇ ਨਾਲ ਐਡ ਕਰ ਦਿੱਤਾ ਸਾਡੇ ਸੇਵਕ ਨੇ, ਨਾਂ ਦੇ ਸਾਡੇ ਸੇਵਕ ਨੇ, ਲੇਕਿਨ ਜਿਹੜਾ ਟੈਕਸਟ ਹੈ ਨਾ ਉਹਦੇ ਵਿੱਚ ਨਹੀਂ ਹੈ। ਟੈਕਸਟ ਕਹਿੰਦਾ 57ਵਾਂ ਜਿਹੜਾ ਇਹਦਾ ਬੰਦ ਹੈ, ਸਾਤ ਸਵਾਰਨ ਕੈ ਸਹਿਤ ਜੂਝੇ ਸੰਗਤ ਰਾਏ, ਦਰਸੋ ਸੁਣ ਜੂਝੇ ਤਿਨੈ ਬਹੁਤ ਜੂਝਤ ਭਇਓ ਆਏ। ਇੱਥੇ ਕੋਈ ਰੈਫਰੈਂਸ ਨਹੀਂ ਕਿ ਮੇਰਾ ਸਿੱਖ ਜਾਂ ਕੁਝ, ਲੇਕਿਨ ਜਿਸ ਵੇਲੇ ਅਰਥ ਕੀਤੇ ਨੇ ਜੱਗੀ ਜੀ ਨੇ ਤੇ ਉਹਨਾਂ ਨੇ ਜਿਹੜਾ ਕਰ ਦਿੱਤਾ, ਦਰਸੋ ਨਾਂ ਦੇ ਸਾਡੇ ਸੇਵਕ ਨੇ ਜਦੋਂ ਉਹਨਾਂ ਦੇ ਜੂਝਣ ਦੀ ਖਬਰ ਸੁਣੀ ਤਾਂ ਉਹ ਵੀ ਬਹੁਤ ਲੜਦਾ ਹੋਇਆ ਮਾਰਿਆ ਗਿਆ। ਉੱਥੇ ਹਿੰਮਤ ਨਾਂ ਦਾ ਸੂਰਮਾ ਵੀ ਰਣ ਭੂਮੀ ਵਿੱਚ ਆ ਗਿਆ। ਉਸਨੇ ਕਿਤਨਿਆਂ ਦੇ ਆਪਣੇ ਸਰੀਰ ਉੱਤੇ ਜ਼ਖਮ ਸਹੇ ਅਤੇ ਕਿਤਨਿਆਂ ਦੇ ਸਰੀਰ ਉੱਤੇ ਆਪਣੇ ਸ਼ਸਤਰਾਂ ਦੇ ਵਾਰ ਕੀਤੇ। ਉਸਦਾ ਘੋੜਾ ਉੱਥੇ ਮਾਰਿਆ ਗਿਆ ਅਤੇ ਹਿੰਮਤ ਆਪ ਭੱਜ ਗਿਆ। ਕਿਰਪਾਲ ਚੰਦ ਦੀ ਲੋਥ ਲੈਣ ਲਈ ਵੈਰੀ ਰਾਜੇ ਭੀਮ ਚੰਦ ਆਦਿ ਕ੍ਰੋਧਵਾਨ ਹੋ ਗਏ। ਸੂਰਮੇ ਵੈਰ ਕੱਢਣ ਲਈ ਲੜਾਈ ਵਿੱਚ ਰੁੱਝ ਗਏ ਅਤੇ ਸ਼ਸਤਰਾਂ ਦੇ ਸਨਮੁਖ ਹੋ ਕੇ ਜੂਝਣ ਲੱਗੇ। ਕਿਰਪਾ ਰਾਮ ਸੂਰਮਾ ਅਜਿਹਾ ਲੜਿਆ ਕਿ ਸਾਰੀ ਸੈਨਾ ਭੱਜ ਗਈ। ਉਹ ਵੱਡੀ ਸੈਨਾ ਨੂੰ ਲਿਤਾੜਦਾ ਹੈ ਅਤੇ ਨਿਰਭੈ ਹੋ ਕੇ ਸ਼ਸਤਰ ਚਲਾਉਂਦਾ ਹੈ। ਬਹੁਤਿਆਂ ਦੀ ਮੌਤ ਦਾ ਕਾਰਨ ਬਣ ਕੇ ਯਸ਼ ਹਾਸਲ ਕਰਦਾ ਹੈ। ਖੁਦ ਵੀ ਕਾਲਵਸ ਹੋ ਕੇ ਚਲਾ ਗਿਆ। ਸੰਖ ਅਤੇ ਧੌਂਸੇ ਵੱਜਦੇ ਹਨ ਅਤੇ ਲਗਾਤਾਰ ਧੁਨਾਂ ਨਿਕਲ ਰਹੀਆਂ ਹਨ। ਡੋਰੂ ਅਤੇ ਡੱਫਾਂ ਵੱਜਦੀਆਂ ਹਨ। ਹਠੀਲੇ ਸੂਰਮੇ ਸ਼ਸਤਰ ਕੱਢਦੇ ਹਨ। ਬਹੁਤ ਭੀੜ ਮਚ ਗਈ ਹੈ। ਕਈ ਛਤਰਪਤੀ ਰਾਜੇ ਮਾਰੇ ਗਏ ਹਨ। ਮੂੰਹ ਤੇ ਸੁੰਦਰ ਮੁੱਛਾਂ ਵਾਲੇ ਸੂਰਵੀਰ ਲਲਕਾਰੇ ਮਾਰ ਰਹੇ ਹਨ। ਮੂੰਹੋਂ ਮਾਰੋ ਮਾਰੋ ਬੋਲਦੇ ਹਨ। ਰਣ ਭੂਮੀ ਵਿੱਚ ਵਿਚਰ ਰਹੇ ਹਨ। ਹਥਿਆਰਾਂ ਨੂੰ ਸੰਭਾਲ ਕੇ ਦੋਹਾਂ ਪਾਸਿਆਂ ਦੇ ਸੂਰਮੇ ਘੋੜੇ ਵਜਾਉਂਦੇ ਹਨ। ਰਣ ਭੂਮੀ ਵਿੱਚ ਕਿਰਪਾਲ ਚੰਦ ਦੇ ਜੂਝਣ ਨਾਲ ਗੋਪਾਲ ਚੰਦ ਖੁਸ਼ੀ ਨਾਲ ਨੱਚਣ ਲੱਗਿਆ। ਦੋਹਾਂ ਸਰਦਾਰਾਂ ਹੁਸੈਨੀ ਅਤੇ ਕਿਰਪਾਲ ਚੰਦ ਦੀ ਸਾਰੀ ਸੈਨਾ ਬੇਹਾਲ ਹੋ ਕੇ ਭੱਜ ਗਈ। ਹੁਸੈਨੀ ਖਾਨ ਕਿਰਪਾਲ ਚੰਦ ਤੇ ਹਿੰਮਤ ਦੇ ਰਣ ਵਿੱਚ ਮਾਰੇ ਜਾਣ ਕਰਕੇ ਸਾਰੇ ਯੋਧੇ ਉੱਥੋਂ ਭੱਜ ਚੱਲੇ, ਜਿਵੇਂ ਕਿਸੇ ਮਹੰਤ ਨੂੰ ਮੁਕਟ ਦੇ ਕੇ ਲੋਕੀ ਚਲੇ ਜਾਂਦੇ ਹਨ। ਇਸ ਤਰ੍ਹਾਂ ਗੋਪਾਲ ਚੰਦ ਨੇ ਸਾਰੇ ਵੈਰੀ ਚੁਣ ਕੇ ਮਾਰੇ ਅਤੇ ਫਿਰ ਡਿੱਗੇ ਹੋਏ ਆਪਣੇ ਸੂਰਮੇ ਸੰਭਾਲੇ। ਉੱਥੇ ਘਾਇਲ ਹੋਏ ਹਿੰਮਤ ਨੂੰ ਵੇਖ ਕੇ ਰਾਮ ਸਿੰਘ ਨੇ ਗੋਪਾਲ ਚੰਦ ਨੂੰ ਕਿਹਾ, ਜਿਸ ਹਿੰਮਤ ਨੇ ਅਜਿਹਾ ਵੈਰ ਵਧਾਇਆ ਸੀ, ਅੱਜ ਉਹ ਘਾਇਲ ਅਵਸਥਾ ਵਿੱਚ ਸਾਡੇ ਹੱਥ ਲੱਗ ਗਿਆ ਹੈ। ਜਦੋਂ ਗੋਪਾਲ ਚੰਦ ਨੇ ਅਜਿਹਾ ਸੁਣਿਆ ਤਾਂ ਉਸਨੇ ਹਿੰਮਤ ਨੂੰ ਮਾਰ ਦਿੱਤਾ ਅਤੇ ਜਿਉਂਦਾ ਨਾ ਉੱਠਣ ਦਿੱਤਾ। ਪਹਾੜੀ ਰਾਜਿਆਂ ਦੀ ਜਿੱਤ ਹੋ ਗਈ ਅਤੇ ਰਣ ਭੂਮੀ ਖਿੰਡ ਗਈ। ਯੁੱਧ ਦੀਆਂ ਘਟਨਾਵਾਂ ਨੂੰ ਚੇਤੇ ਕਰਦੇ ਹੋਏ ਸਭ ਸੈਨਿਕ ਘਰੋਂ ਘਰੀ ਚਲੇ ਗਏ। ਸਾਨੂੰ ਪਰਮਾਤਮਾ ਨੇ ਰੱਖ ਲਿਆ ਅਤੇ ਸ਼ਸਤਰਾਂ ਦਾ ਬਦਲ ਲੋਹ ਘਟਾ ਹੋਰ ਥਾਂ ਤੇ ਵਰਾ ਦਿੱਤਾ। ਭਾਵ ਸਾਡੇ ਉੱਤੇ ਹਮਲਾ ਨਹੀਂ ਹੋਇਆ। ਇਹਦਾ ਮਤਲਬ ਜਿਹੜਾ ਅਖੀਰਲੀ 69ਵਾਂ ਬੰਦ ਹੈ, ਉਹ ਇਹ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਕਿ ਅਸੀਂ ਬਚ ਗਏ ਸੀ, ਆਪਣਾ ਪਾਸੇ ਬੈਠੇ ਰਹੇ, ਪਹਾੜੀ ਆਪਸ ਦੇ ਵਿੱਚ ਲੜੇ ਹੁਸੈਨੀ ਦੇ ਨਾਲ ਤੇ ਉਹ ਜਿੱਤ ਗਏ। ਸਾਡਾ ਕੋਈ ਰੈਫਰੈਂਸ ਨਹੀਂ। ਸਾਨੂੰ ਜਿਹੜਾ ਕਾਲ ਪਰਮਾਤਮਾ ਨੇ ਜਿਹੜਾ ਰੱਖ ਲਿਆ, ਇਹਦਾ ਮਤਲਬ ਉਹ ਉਹਦੇ ਵਿੱਚ ਜੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਸਾਰਾ ਇਤਿਹਾਸ ਜਿਹੜਾ ਇੱਥੇ ਇੱਕ ਵੱਡਾ ਸਵਾਲ ਹੈ, ਵੱਡੀ ਗੱਲ ਹੈ ਵੀ ਪਹਿਲਾਂ ਵੀ ਗੁਰੂ ਨੇ ਤੀਰ ਚਲਾਏ ਸਨ। ਮੇਰੇ ਖਿਆਲ 7 ਤੀਰ ਚਲਾਏ ਸਨ, 3 ਇੱਕ ਹੱਥ, 4 ਦੂਜੇ ਹੱਥ। ਇੱਕ ਗੋਲੀ ਚਲਾਈ ਸੀ, ਉਹ ਲੱਗੀ ਸੀ ਕਿਸੇ ਨੂੰ। ਹਾਂ, ਤੇ ਜਿਹੜੇ 7 ਤੀਰ ਸਨ, 7 ਕੇ 5, ਮੈਂ ਕਰੈਕਟ ਕਰ ਲਿਓ, ਮੈਨੂੰ ਦੇਖ ਲਿਓ ਪਿੱਛੇ ਟੈਕਸਟ 'ਚ। ਹੱਥ ਨਾਲ 3 ਖੱਬੇ ਹੱਥ ਨਾਲ। ਹਾਂ, ਹੁਣ ਜਿਹੜੇ ਤੀਰ ਚਲਾਏ ਨੇ ਉਹ ਵੀ ਪਤਾ ਨਹੀਂ ਲੱਗੇ ਕਿ ਨਹੀਂ ਲੱਗੇ ਕਿਤੇ। ਇੱਥੇ ਵੀ ਹਮਲਾ ਨਹੀਂ ਹੋਇਆ, ਸਾਈਡ ਤੇ ਬੈਠੇ ਰਹੇ, ਆਪਣਾ ਕਿਸੇ ਨੁੱਕਰ ਦੇ ਵਿੱਚ ਲੱਗ ਕੇ ਸਾਈਡ ਤੇ ਬੈਠੇ ਰਹੇ। ਉਧਰਲੇ ਬੰਨੇ ਬਾਣੀ ਕਹਿੰਦੀ ਹੈ, ਸੂਰ ਕੈ ਸਣਮੁਖ ਰਣ ਤੇ ਡਰ ਪੈ, ਸਤੀ ਕੈ ਸਾਂਚੇ ਭਾਂਡੇ। ਉਹ ਸੂਰਮਾ ਕਾਹਦਾ ਵੀ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਸੂਰਮੇ ਯੂਝ ਰਹੇ ਹੁੰਦੇ, ਉਹ ਸਾਈਡ ਤੇ ਬੈਠਾ ਵੇਖ ਰਿਹਾ ਵੀ ਮੈਂ ਬਚ ਗਿਆ ਹੀ। ਇਹ ਸੂਰਮੇ ਦਾ ਸਟੇਟਮੈਂਟ ਨਹੀਂ ਹੈ, ਇਹ ਕਾਇਰਾਂ ਦੀ ਸਟੇਟਮੈਂਟ ਹੈ ਵੀ ਮੈਂ ਬਚ ਗਿਆ, ਮੇਰੇ ਤੇ ਹਮਲਾ ਨਹੀਂ ਹੋਇਆ। ਹਮਲਾ ਹੋਏਗਾ ਕਿਵੇਂ ਜਦੋਂ ਇਨਵੋਲਵ ਨਹੀਂ ਹੋਇਆ? ਜਿਹੜਾ ਜੰਗ ਦੇ ਵਿੱਚ ਇਨਵੋਲਵ ਨਹੀਂ ਹੋਇਆ ਉਹ ਤੇ ਹਮਲਾ ਕਿਵੇਂ ਹੋਏਗਾ? ਉਹਨੇ ਆਪਣਾ ਸਰਵਾਈਵਲ ਪੱਖ ਰੱਖਿਆ, ਉਹ ਸਾਈਡ ਤੇ ਆਪਣੇ ਆਪ ਨੂੰ ਸਰਵਾਈਵ ਕਰਦਾ ਰਿਹਾ। ਹਮਲਾ ਤਾਂ ਹੀ ਨਹੀਂ ਹੋਇਆ। ਜਿਹੜਾ
ਜੀ। ਪ੍ਰਭਦੀਪ ਸਿੰਘ ਜੀ, ਜਿਹੜਾ ਇਤਿਹਾਸ ਕਹਿੰਦਾ ਨਾ, ਉਹ ਕਹਿੰਦਾ ਕਿ ਭਾਈ ਬਚਿੱਤਰ ਦਾਸ ਉੱਥੇ ਸ਼ਹੀਦ ਹੋਇਆ, ਭਾਈ ਸੰਗਤ ਰਾਏ ਉੱਥੇ ਸ਼ਹੀਦ ਹੋਇਆ, ਭਾਈ ਹਨੂਮੰਤ ਰਾਏ ਉੱਥੇ ਸ਼ਹੀਦ ਹੋਇਆ, ਭਾਈ ਲਹਿਣੂ ਉੱਥੇ ਸ਼ਹੀਦ ਹੋਇਆ। ਨਾ ਖਿਮਾ ਕਰਨਾ, ਇਹਨਾਂ ਦੀ ਤੇ ਅਗਵਾਈ ਜਥਾ ਗਿਆ ਸੀ ਨਾ, ਭਾਈ ਦੱਗੋ ਤੇ ਇਹਨਾਂ ਸਾਰਿਆਂ ਦੀ, ਜਿਹੜੇ ਸ਼ਹੀਦ ਹੋਏ ਨੇ, ਭਾਈ ਲਹਿਣੂ, ਭਾਈ ਸੰਗਤ, ਭਾਈ ਹਨੂਮੰਤ, ਭਾਈ ਦਰਸੋ ਅਤੇ 3 ਹੋਰ ਸਿੱਖ ਨੇ ਉਹ ਸ਼ਹੀਦ ਹੋਏ ਨੇ। ਇਹ ਇਤਿਹਾਸ ਕਹਿੰਦਾ, ਔਰ ਇਹਦਾ ਪ੍ਰੂਫ ਹੈ। ਮਤਲਬ ਇਹ ਐਵੇਂ ਨਹੀਂ, ਭੱਟ ਬਈ ਭਾਦਸੋਂ ਦੇ ਵਿੱਚ ਉਹਦਾ ਜ਼ਿਕਰ ਹੈ ਜੀ। ਬਿਲਕੁਲ। ਜੇ ਤੁਸੀਂ ਕਹੋ, ਦਲਗੀਰ ਸਾਹਿਬ ਦੀ ਕਿਤਾਬ ਹੈ ਜਿਹਦੇ ਵਿੱਚ ਉਹਨਾਂ ਭੱਟ ਬਈ ਭਾਦਸੋਂ ਦਾ ਰੈਫਰੈਂਸ ਦਿੱਤਾ ਹੈ ਜੀ। ਬਿਲਕੁਲ, ਉਹ ਪੜ੍ਹ ਕੇ ਸੁਣਾ ਦਿਓ। ਤਬ ਤੱਕ ਮੈਂ ਅਨਾਉਂਸਮੈਂਟ ਕਰ ਦਿਆਂ ਵੀ ਕਾਲ ਸਾਡੀਆਂ ਖੁੱਲ ਚੁੱਕੀਆਂ ਨੇ, ਕਾਲਸ ਖੁੱਲ ਚੁੱਕੀਆਂ ਨੇ। ਜੇ ਕਿਸੇ ਸੱਜਣ ਨੇ ਕਾਲ ਕਰਨੀ ਹੈ, ਹੁਣ ਖੁੱਲਾ ਟਾਈਮ ਆ, ਕਾਲ ਕਰ ਸਕਦੇ ਜੇ। ਬਾਅਦ ਵਿੱਚ ਤੁਸੀਂ ਅਖੀਰ ਜੇ ਤੇ ਜਾ ਕੇ ਸਾਨੂੰ ਕਾਲ ਕਰਦੇ ਹੁੰਦੇ ਜੇ, ਉੱਥੇ ਫਿਰ ਸਾਡੇ ਕੋਲ ਸਮਾਂ ਨਹੀਂ ਹੁੰਦਾ। ਕਾਲ ਖੁੱਲ ਚੁੱਕੀਆਂ ਨੇ, ਹੁਣੇ ਕਾਲ ਕਰ ਲਓ ਜਿਹਨੇ ਸੱਜਣ ਨੇ ਕਰਨੀ ਆ, ਆਪਣੀ ਗੱਲਬਾਤ ਕਰਨੀ ਆ ਇਸੇ ਵਿਸ਼ੇ ਦੇ ਸੰਬੰਧਿਤ। ਸਾਡਾ ਵਿਸ਼ਾ ਨਾ ਜਿਹੜਾ ਭੜਕਾਇਆ ਕਰੋ, ਜਦੋਂ ਜਿਹੜਾ ਵਿਸ਼ਾ ਚੱਲਦਾ ਹੋਵੇ ਉੱਤੇ ਗੱਲ ਕਰਿਆ ਕਰੋ, ਹਮੇਸ਼ਾ ਹੀ ਕੋਸ਼ਿਸ਼ ਕਰਿਆ ਕਰੋ। ਤੇ ਤੁਸੀਂ ਜਿਹੜੀ ਭੱਟਵਈ ਹੈ ਉਹਦੀ ਰੈਫਰੈਂਸ ਸਰਦਾਰ ਰਜਿੰਦਰ ਸਿੰਘ ਜੀ ਜ਼ਰੂਰ ਸਾਂਝੀ ਕਰ ਦਿਓ, ਤਾਂ ਕਿ ਸਾਨੂੰ ਪਤਾ ਲੱਗ ਜਾਏ ਭੱਟਵਈ ਇਹ ਉਸ ਟਾਈਮ ਤੇ ਇੱਕ ਅਥੈਂਟਿਕ ਸਰੋਤ ਨੇ, ਜਿਹੜੇ ਭੱਟ ਸਨ ਜਿਨ੍ਹਾਂ ਨੇ ਦਰਜ ਕਰਦੇ ਰਹੇ ਨੇ ਉਸੇ ਵੇਲੇ, ਕੌਣ ਆਇਆ, ਕੌਣ ਕਿੱਧਰ ਗਿਆ, ਕੌਣ ਜੰਮ ਪਿਆ, ਕੌਣ ਮਰ ਗਿਆ, ਕੌਣ ਜੰਗ 'ਚ ਲੜਿਆ। ਇਹ ਇੱਕ ਉਸ ਟਾਈਮ ਦੀ ਰੈਫਰੈਂਸਿਸ ਸਨ ਜਿਹੜੀਆਂ ਇਕੱਠੀਆਂ, ਜਿਹਦੇ ਆਧਾਰ ਤੇ ਗਾਂ ਸਰੋਤਾਂ ਦੇ ਆਧਾਰ ਤੇ ਕਿਤਾਬਾਂ ਹੋਂਦ 'ਚ ਆਉਂਦੀਆਂ ਨੇ ਜੀ। ਭੱਟਵਈ ਹਾਦਸੋਂ ਵਿੱਚ ਜਿਹੜਾ ਜ਼ਿਕਰ ਆਇਆ ਇਸ ਤਰ੍ਹਾਂ ਜੀ, ਲਹਿਣੂ बेटा माईदास का, ओता बलू का, जलाना 17 से 52, पकड़ देहों 23 वीरवार के दिवस, गुलेर के मिलान सामे माथे जूझ कर मरा, गैलों संगत आए, हनुमंत बेटे जगते के, पोते पद्मा के, पड़पोते कौल के, चंद्रबंसी बसर गोत्रे चाहेमान अजाबन ਆਬਿਆਨੇ ਮਾਰੇ ਗਏ। ਇਹ ਭੱਟਵਈ ਦੇ ਵਿੱਚ ਰੈਫਰੈਂਸ ਹੈ ਇਹਨਾਂ ਤਿੰਨਾਂ ਦਾ। ਲੇਕਿਨ ਜਿਹੜੇ ਇਤਿਹਾਸਕਾਰ ਜਿਹੜੇ ਨੇ ਲਿਖਦੇ ਨੇ ਨਾ, ਉਹਨਾਂ ਨੇ ਭਾਈ ਲਹਿਣੂ, ਭਾਈ ਸੰਗਤ, ਭਾਈ ਹਨੂਮੰਤ, ਅੱਜ ਇਹਨਾਂ ਦਾ ਨਾਂ ਇੱਥੇ ਆ ਗਿਆ, ਭਾਈ ਦਰਸੋ ਅਤੇ ਹੋਰ 3 ਸਿੱਖ ਜਿਹੜੇ ਨੇ ਇਹਨਾਂ ਦਾ ਰੈਫਰੈਂਸ ਦਿੱਤਾ ਹੈ ਕਿ ਜਿਹੜੇ ਉੱਥੇ ਸ਼ਹੀਦ ਹੋਏ। ਇਹ ਇੱਥੇ ਜ਼ਿਕਰ ਹੀ ਹੈ ਨਹੀਂ। ਬਿਲਕੁਲ। ਜਿਹੜਾ 69 ਬੰਦਾਂ ਦਾ ਆਪਾਂ ਸਾਰਾ ਪੜ੍ਹਿਆ, ਇਸ ਕਰਕੇ ਪੜ੍ਹ ਕੇ ਸੁਣਾਇਆ। ਸੰਗਤ ਦਾ ਟਾਈਮ ਵੀ ਵੇਸਟ ਕੀਤਾ ਤੇ ਆਪਣਾ ਵੀ ਕੀਤਾ, ਖਿਮਾ ਕਰਨਾ। ਇਸ ਕਰਕੇ ਤੁਸੀਂ ਇਹ ਦੇਖ ਲਓ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਵੈ ਜੀਵਨੀ ਹੋ ਸਕਦੀ ਹੈ ਜਿਹਦੇ ਵਿੱਚ ਉਹਨਾਂ ਦਾ ਕੋਈ ਰੈਫਰੈਂਸ ਹੀ ਨਹੀਂ। ਸਿਰਫ ਉਹਨਾਂ ਦਾ ਰੈਫਰੈਂਸ ਇੰਨਾ ਹੈ ਕਿ ਅਸੀਂ ਘਰ ਆਪਣੇ ਬੈਠੇ ਰਹੇ ਮੌਜ ਦੇ ਨਾਲ, ਲੋਕੀ ਉੱਥੇ ਮਰਦੇ ਰਹੇ, ਸਾਨੂੰ ਪਰਮਾਤਮਾ ਨੇ ਬਚਾ ਲਿਆ, ਇੰਨਾ ਹੀ ਰੈਫਰੈਂਸ ਹੈ। ਨਾਲੇ ਵੇਖੋ ਜੀ, ਇਹ ਸਟੇਟਮੈਂਟ ਗੁਰੂ ਦੀ ਹੋ ਸਕਦੀ ਹੈ, ਉਹ ਵੀ ਮੈਦਾਨੇ ਜੰਗ ਚੋਂ ਬਾਹਰ ਨਿਕਲ ਕੇ ਵੀ ਸਾਨੂੰ ਬਚਾ ਲਿਆ ਜੀ, ਤੇ ਸਿੱਖ ਚਲੇ ਗਏ ਜਾਣ ਦਿਓ, ਕੋਈ ਗੱਲ ਨਹੀਂ, ਮੈਂ ਬਚ ਗਿਆ। ਇਹੋ ਹੀ ਹਾਲਾਤ ਜਿਹੜਾ ਅੱਗੇ ਅਸੀਂ ਡਿਸਕਸ ਕੀਤਾ ਸੀ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਜਿਹਦੇ ਆਧਾਰ ਤੇ ਸਾਡੇ ਰਾਈਟਰਾਂ ਨੇ ਕਿਤਾਬਾਂ ਵੀ ਲਿਖ ਦਿੱਤੀਆਂ। ਇੱਕ ਐਸਾ ਗੁਰੂ ਆ ਜਿਹਦੇ ਆਪਣੇ ਬਾਣ ਲੱਗਦਾ ਤੇ ਰੋਸ ਜਾਗਦਾ ਹੈ। ਇੱਕ ਬੰਨੇ ਅਸੀਂ ਹੁੱਬ ਕੇ ਇਤਿਹਾਸ ਸੁਣਾਉਂਦੇ ਆ ਵੀ ਜਿਹੜਾ ਸਾਹਿਬਜ਼ਾਦਿਆਂ ਦੀਆਂ ਲੋਥਾਂ ਪਈਆਂ ਨੇ ਮੈਦਾਨੇ ਜੰਗ ਦੇ ਵਿੱਚ, ਤੇ ਗੁਰੂ ਕਹਿੰਦਾ ਵੀ ਮੈਂ ਇਹਨਾਂ ਤੇ ਕੱਪੜਾ ਕਿਉਂ ਪਾਵਾਂ, ਜੇ ਇਹਨਾਂ ਤੇ ਪਾਵਾਂ ਤੇ ਨਾਲ ਸਿੱਖਾਂ ਤੇ ਕਿਉਂ ਨਾ ਪਾਵਾਂ, ਕਿਉਂ ਮਿਹਣਾ ਬਣਾਉਣ ਲੱਗਾ। ਇੱਕ ਬੰਨੇ ਉਹ ਗੁਰੂ ਦੀ ਪਰਸਨੈਲਿਟੀ, ਉਹ ਗੁਰੂ ਦਾ ਸਟੇਟਸ ਇਹ ਕਹਿ ਰਿਹਾ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਪਹਿਲਾਂ ਕਿਉਂ ਨਹੀਂ ਜਾਗਿਆ? ਬਚਿੱਤਰ ਨਾਟਕ ਦੇ ਜੋ ਪਿੱਛੇ ਹੋਇਆ, ਜਿਹੜਾ ਹੋਰ ਸਿੱਖਾਂ ਦੀਆਂ ਸ਼ਹੀਦੀਆਂ, ਉਦੋਂ ਰੋਸ ਕਿਉਂ ਨਹੀਂ ਆਇਆ? ਇਹ ਆਪਣੇ ਬਾਣ ਲੱਗਣ ਨਾਲ ਰੋਸ ਕਿਉਂ? ਗੁਰੂ ਦੇ ਨਹੀਂ ਹੁੰਦਾ। ਪੁੱਤਰ ਸ਼ਹੀਦ ਹੋਏ, ਬੇਅੰਤ ਸਿੰਘ ਸ਼ਹੀਦ ਹੋਏ, ਉਹਦੇ ਨਾਲ ਰੋਸ ਨਹੀਂ ਜਾਗਿਆ। ਜਿਹਦੇ ਆਪਣੀ ਬੇਟੀ ਦੇ ਵਿੱਚ ਲੱਗਾ ਤੀਰ ਤੇ ਤਾਂ ਜਿਹੜਾ ਉਹ ਰੋਸ ਜਾਗ ਪਿਆ। ਹੁਣ ਇਹ ਜਿਹੜਾ 8ਵਾਂ ਜਿਹੜਾ 69ਵਾਂ ਬੰਦ ਹੈ ਨਾ, ਅਖੀਰਲਾ ਬੰਦ ਇਹਦਾ, ਇਸ ਭਾਗ ਦਾ 11ਵੇਂ ਭਾਗ ਦਾ, ਜੀਤ ਭਈ ਰਣ ਭਇਓ ਉਜਾਰਾ, ਸਿਮਰਤ ਕਰ ਸਭ ਘਰੋਂ ਸੁਧਾਰਾ, ਰਾਖ ਲਿਏ ਹਮ ਕੋ ਜਗਰਾਈ, ਲੋਹਾ ਘਟਾ ਅੰਤੇ ਬਰਸਾਈ। ਰਾਖ ਸਾਰਾ ਜੀ ਗੁਰੂ ਨੇ ਦੂਜਿਆਂ ਤੇ ਹੀ ਭਰਾਤਾ, ਸਾਰਾ ਲੋਹਾ ਘਟਾ ਜਿਹੜਾ ਹੋਰਾਂ ਤੇ ਹੀ ਭਰਾਤਾ ਤੇ ਸਾਨੂੰ ਰੱਖ ਲਿਆ।
ਬਸ ਆ ਜਿਹੜਾ ਇੱਥੇ ਗੱਲ ਮੁਕਾਈ ਹੈ, ਆਹ ਰੈਫਰੈਂਸ ਹੈ ਟੋਟਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਅਗਰ ਕੋਈ ਕਿਹਾ ਜਾਵੇ ਇੱਕ ਉੱਥੇ ਨਾਂ ਆਇਆ, ਪਰ ਨਾਂ ਦੇ ਨਾਲ ਜੱਗੀ ਜੀ ਨੇ ਅਰਥ ਕਰ ਦਿੱਤਾ ਕਿ ਮੇਰਾ ਸਿੱਖ। ਹਾਂ, ਉਹ ਜਿਹੜਾ ਨਾਮ ਆ ਉਹ ਵੀ ਸਪਸ਼ਟ ਨਹੀਂ ਹੁੰਦਾ ਵੀ ਗੁਰੂ ਦਾ ਸਿੱਖ ਹੀ ਹੈ। ਉਹ ਮੈਂ ਦੁਬਾਰਾ ਫੇਰ ਦਿਖਾ ਦਿਆਂ ਸਰੋਤਿਆਂ ਨੂੰ ਇੱਕ ਨਾ, ਕਲੀਅਰ ਹੋ ਰਿਹਾ, ਉਹ ਇਸ ਦੇ ਵਿੱਚ ਨਹੀਂ ਕਲੀਅਰ ਹੋ ਰਿਹਾ, ਸਿਰਫ ਉਹਨਾਂ ਅਰਥ ਕਰਨ ਦੇ ਵਿੱਚ ਜਿਹੜਾ ਉਹਨੂੰ ਲਿਖ ਦਿੱਤਾ ਇਹ ਮੇਰੇ ਸਿੱਖ। ਇਹ ਆਹ ਸਾਰਾ ਟੋਟਲ ਰੈਫਰੈਂਸ ਹੈ। ਹੁਣ ਇਹਦੇ ਵਿੱਚ ਲੱਭ ਲਓ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਨੇ। ਹਾਂ, ਸਾਤ ਸਵਾਰਨ ਕੇ ਸਹਿਤ ਜੂਝੇ ਸੰਗਤ ਰਾਏ, ਦਰਸ਼ੋ ਸੁਣ ਜੂਝੇ ਤਨੇ ਬਹੁਰ ਜੂਝਤ ਪਇਓ ਆਏ, ਹਿੰਮਤ ਹੂੰ ਉਤਰਿਓ ਤਹਾਂ ਵੀਰ ਖੇਤ ਮਝਾਰ, ਕੇਤਨ ਕੇ ਤਨ ਘਾਏ ਸਹਿ ਕੇਤਨ ਕੇ ਤਨ ਝਾਰ। ਸੋ ਇੱਥੇ ਸਿਰਫ ਨਾਮ ਆਏ ਨੇ। ਨਾਮ ਇਸ ਲਿਖਣ ਵਾਲੇ ਦਾ ਕਨਫਿਊਜ਼ ਇੰਨਾ ਵਾ ਇਹ ਨਾਟਕ ਦਾ, ਉਹਨੇ ਜਿਹੜਾ ਪ੍ਰਿਥੀ ਚੰਦ ਲਿਆ ਕੇ ਘਸੇੜ ਦਿੱਤਾ, ਉਹਦਾ ਪਤਾ ਹੀ ਨਹੀਂ ਕੋਈ ਵੀ ਕਿੱਥੋਂ ਆ ਗਿਆ। ਸ਼ੁਰੂ ਹੋਣ ਤੋਂ ਬਾਅਦ ਗੱਲ ਚੱਲਦੀ ਕਿੱਥੋਂ ਆ ਤੇ ਵਿੱਚ ਲਿਆ ਕੇ ਉਹ ਪ੍ਰਿਥੀ ਚੰਦ ਪਾ ਦਿੰਦਾ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਕਿੱਥੋਂ ਆ ਗਿਆ ਵਿੱਚ ਜੀ। ਸੋ ਉਹ ਗੱਲ ਹੈ ਜੀ ਕਿ ਆਪਣੇ ਆਪ 'ਚ ਬੋਲ ਬੋਲ ਕੇ ਰਚਨਾ ਕਹਿ ਰਹੀ ਹੈ ਕਿ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕੋਈ ਸੰਬੰਧ ਨਹੀਂ ਤੇ ਮੈਂ ਕੇਵਲ ਟਾਈਮ ਪਾਸ ਆ, ਝੂਠ ਆ। ਇਹਦੀ ਲੈਂਗੁਏਜ, ਇਹਦਾ ਜਿਹੜਾ ਹਿੰਦੂ ਦੇਵੀ ਦੇਵਤਿਆਂ ਦੇ ਰੈਫਰੈਂਸਿਸ, ਜਿਹੜਾ ਲਿਖਣ ਦਾ ਤਰੀਕਾ ਕਿ ਪੁਤਨੀਆਂ ਨੱਚ ਰਹੀਆਂ ਨੇ ਤੇ ਚੰਡਾਲਣੀਆਂ ਚੰਡਾਲ ਰਹੀਆਂ ਨੇ ਤੇ ਉਹ ਅਫਸਰਾਂ ਨੱਚ ਰਹੀਆਂ ਨੇ, ਜਿਨ੍ਹਾਂ ਦਾ ਸਿੱਖ ਸੰਦਰਭ ਦੇ ਵਿੱਚ ਕੋਈ ਮਹੱਤਵ ਨਹੀਂ, ਜ਼ੀਰੋ ਵੈਲਿਊ ਹੈ, ਉਹ ਗੱਲਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦੇ ਉੱਤੇ ਜਿਹੜਾ ਮੜਿਆ ਜਾ ਰਿਹਾ ਜੀ। ਬਿਲਕੁਲ। ਸੋ ਇਹ ਇੱਕ ਵੱਡਾ ਫਰਾਡ ਹੈ। ਇਹਨੂੰ ਸਾਡੀ ਸੰਗਤ ਨੂੰ, ਸਿੱਖ ਕੌਮ ਨੂੰ ਸੋਚਣਾ ਪਏਗਾ, ਬੜਾ ਸੀਰੀਅਸ ਇਸ ਮੁੱਦੇ ਨੂੰ ਲੈਣਾ ਪਏਗਾ। ਇਹ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ। ਭਾਈ ਖਾਸ ਕਰਕੇ ਜਿਹੜੇ ਜਾਣਦੇ ਨੇ ਉਹ ਜ਼ਰੂਰ ਬੋਲੋ, ਉਹ ਚੁੱਪ ਨਾ ਰਹੋ। ਤੁਹਾਡੀ ਚੁੱਪੀ ਇੱਕ ਵੱਡਾ ਗੁਨਾਹ ਹੈ ਵੀ ਇਹ ਵਿਚਿੱਤਰ ਨਾਟਕ ਤੁਹਾਡੇ ਜਾਣ ਬੁੱਝ ਕੇ ਸਾਡੇ ਉੱਤੇ ਥੋਪਿਆ ਜਾਏਗਾ। ਬਹੁਤ ਐਸੇ ਸੱਜਣ ਕੰਨੀ ਕਤਰਾਉਂਦੇ ਨੇ, ਇੱਥੋਂ ਕੰਨੀ ਕਤਰਾ ਕੇ ਗਾਂਹ ਲੰਘ ਜਾਂਦੇ ਨੇ। ਨਹੀਂ ਜੀ ਵੱਡਾ ਮਸਲਾ। ਮੈਨੂੰ ਯਾਦ ਹੈ ਅਸੀਂ ਚੰਡੀਗੜ੍ਹ ਸੀ, ਸਰਦਾਰ ਰਜਿੰਦਰ ਸਿੰਘ ਵੀ ਉੱਥੇ ਸਨ ਜਦੋਂ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਸੀ ਇੱਕ ਵਾਰ ਪਹਿਲੀ ਵਾਰ। ਸਰਦਾਰ ਰਜਿੰਦਰ ਸਿੰਘ ਜੀ ਜਦੋਂ ਪਹਿਲੀ ਵਾਰ ਰੱਖੀ ਸੀ, ਉੱਥੇ ਸਿਮਰਨਜੀਤ ਮਾਨ ਮੇਰੇ ਸਾਹਮਣੇ ਕਹਿੰਦਾ ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਨੂੰ ਵੀ ਸਿੰਘ ਸਾਹਿਬ ਤੁਸੀਂ ਮਤਲਬ ਜਿੱਦਾਂ ਬੋਲ ਦਿੰਦੇ, ਸਿੰਘ ਸਾਹਿਬ ਤੁਸੀਂ ਛੱਡੋ ਦਸ਼ਮ ਗ੍ਰੰਥ ਦਾ ਮਸਲਾ ਛੱਡੋ, ਤੁਸੀਂ ਇਹ ਕੌਮ ਦੇ ਵੱਡੇ ਹਿੱਤਾਂ ਨੂੰ ਲੈ ਕੇ ਆਪਾਂ ਇਕੱਠੇ ਹੋਈਏ। ਤੇ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਸੀ ਉੱਥੇ ਉਹਨਾਂ ਨੂੰ, ਉਹ ਕਹਿੰਦੇ ਵੀ ਤੁਸੀਂ ਮੇਰੇ ਲਾਗੇ ਬੈਠੋ, ਜੇ ਮੈਂ ਤੁਹਾਨੂੰ ਸਾਬਤ ਕਰ ਦਿਆਂ ਵੀ ਇਸ ਵੇਲੇ ਸਭ ਤੋਂ ਵੱਡਾ ਮਸਲਾ ਕੌਮ ਦਾ ਇਹੋ ਹੀ ਹੈ, ਕਿਉਂਕਿ ਜੇ ਗ੍ਰੰਥ ਹੀ ਨਾ ਰਿਹਾ ਕੌਮ ਕੋ ਤੇ ਪਿੱਛੇ ਸੋਚ ਕੀ ਰਹਿ ਜਾਣੀ ਹੈ ਤੁਹਾਡੇ ਕੋਲ ਵੀ ਗ੍ਰੰਥ ਦੇ ਉੱਤੇ ਤੇ ਕਬਜ਼ਾ ਕੀਤਾ ਅਗਲਿਆਂ ਨੇ। ਗੱਲ ਹੈ ਜੀ, ਇਹ ਸਿਮਰਨਜੀਤ ਸਿੰਘ ਮਾਨ ਵਰਗਿਆਂ ਦੀ ਇੰਨੀ ਅਕਲ ਹੀ ਹੈ ਨਹੀਂ ਜੋ ਅਸਲੀ ਮੁੱਦੇ ਸਮਝ ਸਕਣ। ਜਿਹੜੇ ਛੁਪਵੇਂ ਵਾਰ ਹੋ ਰਹੇ ਨੇ ਸਿੱਖੀ ਦੇ ਉੱਤੇ, ਜਿਨ੍ਹਾਂ ਨੇ ਅੰਦਰੋਂ ਅੰਦਰ ਹੀ ਖਤਮ ਕਰ ਦੇਣਾ ਸਿੱਖੀ ਨੂੰ ਜੀ, ਉਹਨਾਂ ਨੂੰ ਪਛਾਣਨ ਦੀ, ਉਹਨਾਂ ਨੂੰ ਸਮਝਣ ਦੀ ਉਹਨਾਂ ਦੀ ਕਾਬਲੀਅਤ ਨਹੀਂ ਹੈ। ਔਰ ਨਾਲੇ ਉਹਨਾਂ ਦਾ ਮਕਸਦ ਜਿਹੜਾ ਨਾ ਲੋਕਾਂ ਨੂੰ ਸੈਂਟੀਮੈਂਟਲੀ ਬਲੈਕਮੇਲ ਕਰਕੇ ਉਹਨਾਂ ਨੂੰ ਭਾਈ ਰੱਖਣਾ ਹੈ। ਤੇ ਉਹ ਕੋਈ ਨਹੀਂ, ਉਹ ਕੌਮੀ ਮੁੱਦਿਆਂ ਨੂੰ, ਜਿਹੜੇ ਬੇਸਿਕ ਇਸ਼ੂਜ਼ ਨੇ, ਉਹਨਾਂ ਨੂੰ ਸਮਝਣ ਦੀ ਕਾਬਲੀਅਤ ਨਹੀਂ ਉਹਨਾਂ ਦੀ। ਬਿਲਕੁਲ। ਚਲੋ ਆਪਣਾ ਸਮਾਂ ਹੋ ਗਿਆ, ਕਾਲ ਅੱਜ ਆਪਣੇ ਕੋਲ ਹੈ ਨਹੀਂ ਬਹੁਤਾ ਬਿਜੀ, ਕੋਈ ਸੱਜਣ ਮੈਨੂੰ ਲੱਗਦਾ ਨਹੀਂ ਕਾਲ ਆ ਰਹੀ। ਆਪਾਂ ਇੱਥੋਂ ਤੁਹਾਡਾ ਲਾਸਟ ਪ੍ਰਤੀਕਰਮ ਲੈ ਕੇ ਤੇ ਅਗਲੇ ਹਫ਼ਤੇ ਫਿਰ 12ਵੇਂ ਅਧਿਆਏ ਤੋਂ ਸ਼ੁਰੂ ਕਰਦੇ ਹਾਂ ਦੇਖਦੇ ਹਾਂ 12ਵੇਂ ਅਧਿਆਏ 'ਚ ਕੀ ਹੈ। ਇਹ ਟੋਟਲ ਜਿਹੜੇ ਆ ਜਿੰਨੇ ਅਧਿਆਏ ਦੇ ਸਾਰੇ 14 ਅਧਿਆਏ ਨੇ ਉਹ ਅਸੀਂ ਤੁਹਾਨੂੰ ਸਾਡੇ ਸਾਹਮਣੇ ਰੱਖ ਦੇਣੇ ਨੇ। ਤੇ ਖਾਸ ਕਰਕੇ ਜਿਹੜਾ ਇੱਕ ਪ੍ਰਚਾਰਕ ਵੀਰ ਜੋ ਭਾਈ ਬੰਤਾ ਸਿੰਘ ਕਥਾ ਕਰਨ ਗਿਆ ਸੀ, ਉਹਨੂੰ ਜ਼ਰੂਰ ਦਿਖਾ ਦਿਓ ਸਾਰੇ ਐਪੀਸੋਡ ਵੀ, ਸਾਨੂੰ ਦੱਸ ਦੇਵੇ ਇਹ ਕਿੱਥੇ ਕੁ ਕਥਾ ਹੋਈ ਹੈ, ਕਿੱਥੋਂ ਕੁ ਕੀ ਲੱਭਦਾ ਉਹਨੂੰ। ਅਸੀਂ ਅੱਗੇ ਵੀ ਕਿਹਾ ਸੀ ਉਦੋਂ ਜਦੋਂ ਉਹ ਗਿਆ ਸੀ, ਕਿਉਂਕਿ ਗੱਲ ਉੱਥੋਂ ਸ਼ੁਰੂ ਹੋਈ ਸੀ ਵੀ ਭਾਈ ਤੂੰ ਤੇ ਕਰਨੀ 101 ਬੰਦ ਦੀ ਵਿਆਖਿਆ, ਹੁਣ ਅਸੀਂ ਤੈਨੂੰ ਸਾਰਾ ਹੀ ਪੜ੍ਹ ਦੇਣਾ ਵਾ, ਤੇ ਅਸੀਂ ਸਾਰਾ ਹੀ ਪੜ੍ਹ ਦੇਣ ਲੱਗੇ।
ਸੋ ਹਵਾਈ ਫਾਇਰ ਨਹੀਂ ਹੈ। ਜੇ ਅਸੀਂ ਕਿਹਾ ਵੀ ਅਸੀਂ ਸਾਰਾ ਹੀ ਪੜ੍ਹਨਾ ਤੇ ਹੁਣ ਸਾਰਾ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ, ਬਾਕੀ ਲੱਭ ਕੇ ਤੁਸੀਂ ਦੱਸ ਦਿਓ ਇਹਦੇ ਵਿੱਚ ਕੀ ਹੈ। ਜੀ ਸਰਦਾਰ ਰਜਿੰਦਰ ਸਿੰਘ ਜੀ, ਆਖਰੀ ਪ੍ਰਤੀਕਰਮ ਕੀ ਕਹਿਣਾ ਚਾਹੁੰਦੇ ਜੇ? ਇੱਕ ਤੇ ਮੈਂ ਕਹਿਣਾ ਚਾਹੁੰਦਾ, ਤੁਸੀਂ ਜਿਵੇਂ ਕਿਹਾ ਨਾ ਵੀ ਅਗਲੀ ਵਾਰੀ ਅਸੀਂ 12ਵਾਂ ਅਧਿਆਇ ਕਰਾਂਗੇ, ਇਹਦਾ ਜਿਹੜਾ 12ਵਾਂ ਅਧਿਆਇ ਹੈ ਨਾ ਉਹਦੇ 12 ਬੰਦ ਨੇ। ਔਰ ਏਡੀ ਵੱਡੀ ਕੋਈ ਗੱਲਬਾਤ ਹੈ ਨਹੀਂ ਕਿ ਅਸੀਂ ਉਹਨੂੰ 1.5 ਘੰਟਾ ਜਿਹੜਾ ਹੈ ਉਹ ਵਿਚਾਰਦੇ ਰਵਾਂਗੇ। ਜੀ ਹੋ ਆਪਾਂ ਅਗਲਾ ਵੀ ਕਰ ਲਾਂਗੇ ਨਾਲ ਹੀ। ਹਾਂ, ਇਸ ਕਰਕੇ ਆਪਾਂ ਜਿਹੜਾ ਹੈ 12ਵਾਂ 13ਵਾਂ ਅਧਿਆਇ ਜਿਹੜਾ ਹੈ ਉਹਨੂੰ ਇਕੱਠੇ ਹੀ ਜਿਹੜਾ ਹੈ ਉਹ ਕਰ ਲਵਾਂਗੇ ਕਿ 12ਵਾਂ ਅਧਿਆਇ ਬਹੁਤਾ ਛੋਟਾ ਹੈ ਉਸ ਹਿਸਾਬ ਨਾਲ। ਜੀ ਈਵਨ ਜਿਹੜਾ 13ਵਾਂ ਅਧਿਆਇ ਹੈ ਨਾ ਉਹਦੇ ਵਿੱਚ 24-25 ਬੰਦ ਨੇ ਜੀ। 12ਵੇਂ ਅਧਿਆਇ ਅੱਜ ਅਸੀਂ ਇਹ 69 ਬੰਦਾਂ ਵਾਲਾ ਕੀਤਾ ਹੈ। 69 ਬੰਦ ਨੇ ਅੱਜ। ਚਲੋ ਆਪਾਂ ਇਦਾਂ ਕੋਸ਼ਿਸ਼ ਕਰੀਏ ਵੀ ਅਗਲੇ ਹਫਤੇ 2 ਕਰੀਏ, 12ਵਾਂ 13ਵਾਂ, ਤੇ ਫਿਰ ਇਹਦਾ ਭੋਗ ਪਾ ਦਈਏ ਪੱਕਾ ਹੀ 14ਵਾਂ ਕਰਕੇ। ਉਸ ਤੋਂ ਜਿਹੜਾ ਫੋਲੋਇੰਗ ਵੀਕ ਹੈ ਤੇ ਉਸ ਦਿਨ ਨਾਲੇ ਥੋੜਾ ਸਮਾਂ ਖੁੱਲਾ ਰੱਖ ਲਾਂਗੇ ਤੇ ਕਾਲਸ ਵੀ ਜਿਹੜੀਆਂ ਨੇ ਉਹ ਸ਼ੁਰੂ ਤੋਂ ਲੈਣੀਆਂ ਸ਼ੁਰੂ ਕਰ ਦਿਆਂਗੇ, ਕਿਉਂਕਿ ਉਸ ਦਿਨ ਸਾਡਾ ਫਿਰ ਇਹ ਜਿਹੜਾ ਬਚਿੱਤਰ ਨਾਟਕ ਦੇ ਸੰਬੰਧ ਵਿੱਚ ਇਹਦਾ ਲਾਸਟ ਐਪੀਸੋਡ ਹੋਣਾ। ਤੇ ਨਾਲ ਹੀ ਮੈਂ ਦੱਸ ਦੇਣਾ ਚਾਹੁੰਦਾ ਸੰਗਤਾਂ ਨੂੰ ਵੀ ਸਾਡਾ YouTube ਚੈਨਲ ਹੈਕ ਹੋ ਚੁੱਕਾ ਹੈ ਪਿਛਲੇ 2 ਦਿਨ ਤੋਂ, ਤੇ ਉਹ YouTube ਨੇ ਟਰਮੀਨੇਟ ਕਰ ਦਿੱਤਾ ਹੈ। ਤੇ ਉਹਦੇ ਵਾਸਤੇ ਸਾਡੀ ਟੈਕਨੀਕਲ ਟੀਮ ਆਪਣੀ ਜਦੋਜਹਿਦ ਕਰ ਰਹੀ ਹੈ। ਉਹ ਜਦੋਂ ਵੀ ਰਿਕਵਰ ਹੋ ਜਾਂਦਾ ਹੈ ਤੇ ਉਹ ਤੁਹਾਨੂੰ ਪਤਾ ਲੱਗ ਜਾਏਗਾ। ਮੈਨੂੰ ਮੈਸੇਜ ਵੀ ਕਾਫੀ ਆ ਰਹੇ ਨੇ, ਕਿਉਂਕਿ ਕੁਝ ਸੱਜਣ ਕੇਵਲ YouTube ਤੋਂ ਸੁਣਦੇ ਨੇ, ਤੇ ਉਸ ਜਦੋਂ ਤੱਕ YouTube ਤੋਂ ਨਹੀਂ ਆਉਂਦਾ ਵਾਪਸ ਅਸੀਂ ਆਉਂਦੇ ਤਾਂ ਤੁਸੀਂ Facebook ਤੇ ਸੁਣ ਸਕਦੇ ਜੇ। ਬਾਕੀ ਜਿਹੜੇ ਅਮਰੀਕਾ ਕੈਨੇਡਾ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਉਹ ਤੇ ਸਿੱਧਾ TV ਤੇ ਦੇਖ ਸਕਦੇ ਨੇ, ਜਿਹੜੇ IPTV ਬਾਕਸ ਨੇ। ਤੇ ਜਿਹੜੇ ਸਾਡੇ ਸੱਜਣ ਪੰਜਾਬ ਵਾਲੇ, ਇੰਡੀਆ ਵਾਲੇ, ਉਹ Facebook ਤੇ ਸੁਣ ਸਕਦੇ ਨੇ। ਤੇ YouTube ਦਾ ਛੇਤੀ ਤੁਹਾਨੂੰ ਅਸੀਂ ਵਾਪਸ ਦੱਸ ਦਿਆਂਗੇ ਜਦੋਂ ਇਹ ਸਾਡੇ ਕੋਲ ਵਾਪਸ ਆਉਂਦਾ। ਤੇ ਨਾਲ ਹੀ YouTube ਦੇ ਉੱਤੇ ਜਿੰਨੇ ਸਾਡੇ ਐਪੀਸੋਡ ਨੇ ਸਰਦਾਰ ਰਜਿੰਦਰ ਸਿੰਘ ਹੋਣਾ ਦੇ, ਖਾਸ ਕਰਕੇ ਬਚਿੱਤਰ ਨਾਟਕ ਵਾਲੇ ਜਾਂ ਡੇਰਾਵਾਦ ਵਾਲੇ, ਜਿਹੜੇ ਡੇਰਾਵਾਦ ਵਾਲੇ ਇਹਨਾਂ ਦੇ ਐਪੀਸੋਡ ਨੇ, ਬਚਿੱਤਰ ਨਾਟਕ ਦੇ ਐਪੀਸੋਡ ਨੇ, ਉਹ ਸਾਰੇ ਅਸੀਂ ਇੱਕ ਪਲੇਲਿਸਟ ਬਣਾ ਦੇਣ ਲੱਗੇ ਆ। ਤੇ ਉਹ ਅਲੱਗ ਹੀ ਤੁਹਾਨੂੰ ਲੱਭ ਜਾ ਕਰਨਗੇ ਪਲੇਲਿਸਟ ਦੇ ਵਿੱਚ, ਤੁਹਾਨੂੰ ਵਿੱਚ ਨਹੀਂ ਜਾਣਾ ਪਏਗਾ, ਲੱਭਣੇ ਨਹੀਂ ਪੈਣਗੇ। ਉਹ ਪਲੇਲਿਸਟਾਂ ਦੇ ਵਿੱਚ ਅਸੀਂ ਇੱਕ ਬਣਾ ਕੇ ਸਾਰੇ ਐਪੀਸੋਡ ਇਕੱਠੇ ਕਰ ਦਿਆਂਗੇ ਤੇ ਉਹ ਪਲੇਲਿਸਟ ਵੀ ਅਸੀਂ ਸ਼ੇਅਰ ਕਰ ਦਿਆਂਗੇ ਤੁਹਾਡਾ, ਵੀ ਤੁਸੀਂ ਜਿੰਨੇ ਮਿਸ ਕੀਤੇ ਉਹ ਸਾਰੇ ਸ਼ੁਰੂ ਤੋਂ ਵੀ ਸੁਣ ਸਕਦਾ। ਸੋ ਆਸ ਕਰੋ, ਅਰਦਾਸ ਕਰੋ ਵੀ ਛੇਤੀ ਸਾਡਾ YouTube ਦਾ ਮਸਲਾ ਹੱਲ ਹੋ ਜਾਏ ਤੇ ਵਾਪਸ ਸਾਡੇ ਕੋਲ ਉਹਦੀ ਐਕਸੈਸ ਆ ਜਾਏ, ਤੇ ਅਗਲੀ ਕਾਰਵਾਈ ਅਸੀਂ ਤੁਹਾਨੂੰ ਫਿਰ ਉਸ ਤੋਂ ਬਾਅਦ ਦੱਸ ਦਿਆਂਗੇ। ਜੀ ਸਰਦਾਰ ਰਜਿੰਦਰ ਸਿੰਘ ਜੀ, ਅੱਜ ਆਪਾਂ ਇੱਥੇ ਹੀ, ਕਿਉਂਕਿ YouTube ਹੈ ਕੋਈ ਹੋਈ ਹੈ ਜੀ, ਤੇ ਇਹ ਉੱਤੇ ਜਾ ਸਕੇਗਾ ਫਿਰ? ਜੀ ਇਹ ਪ੍ਰੋਗਰਾਮ ਹੁਣ Facebook ਤੇ ਜਾ ਰਿਹਾ ਹੈ। ਹਾਂ, Facebook ਤੇ ਜਾ ਰਿਹਾ ਨਾ ਜੀ, Facebook ਤੇ ਚੱਲ ਰਿਹਾ ਹੈ। ਤੇ ਉਸ ਤੋਂ ਬਾਅਦ ਇਹ ਨਾਲ ਹੀ ਫਾਈਲ ਜਿਹੜੀ ਹੈ ਇਸ ਸੇਵ ਹੋ ਰਹੀ ਹੈ ਸਿਸਟਮ ਦੇ ਵਿੱਚ ਆਪਣੇ। ਤੇ ਜਦੋਂ YouTube ਆ ਗਿਆ ਫਿਰ ਜਿੰਨੇ ਪ੍ਰੋਗਰਾਮ YouTube ਤੋਂ ਨਹੀਂ ਚੜੇ, ਜਦੋਂ ਦਾ ਹੈਕ ਹੈ, ਇਹ ਸਾਰੇ ਉਹਦੇ ਤੇ ਚੜਾ ਦੇਣੇ ਆ ਫਿਰ ਆਪਾਂ। ਠੀਕ ਹੈ, ਕਿਉਂਕਿ ਉਹ ਜਿਹੜਾ ਬਕਾਇਦਾ ਰਿਕਾਰਡ ਹੈ ਉਹ ਤੇ YouTube ਤੇ ਰਹਿਣਾ ਵਾ। ਜਿਹੜੇ ਲੋਕ ਸਰਚ ਕਰਦੇ ਨੇ YouTube ਤੋਂ ਸਰਚ ਕਰਦੇ ਨੇ, ਸੋ ਇਹ ਪ੍ਰੋਗਰਾਮ ਉੱਥੇ ਦੁਬਾਰਾ ਫਿਰ ਆਪਾਂ ਲਾਈਵ ਚਲਾ ਦੇਣੇ ਨੇ, ਉਹਦੇ ਤੇ ਚੜਾ ਕੇ ਦੁਬਾਰਾ ਲਾਈਵ ਚੱਲ ਜਾਣਗੇ YouTube ਤੇ ਅਲੱਗਾ। ਸੋ ਉਹ ਸਿਰਫ ਅਸੀਂ ਵੇਟ ਕਰ ਰਹੇ ਹਾਂ ਵੀ ਕਦੋਂ ਉਹਦੀ ਸਾਨੂੰ ਚੈਨਲ ਦੀ ਐਕਸੈਸ ਦੁਬਾਰਾ YouTube ਦਿੰਦੀ ਹੈ, ਕਿਉਂਕਿ ਕਾਫੀ ਤਫਤੀਸ਼ ਕਰ ਰਹੇ ਨੇ ਉਹ। ਕੱਲ੍ਹ ਤਕਰੀਬਨ 19 ਦੇ ਲਾਗੇ ਉਹਨਾਂ ਨੇ ਸਵਾਲ ਭੇਜੇ ਸਨ ਸਾਨੂੰ, ਸਾਨੂੰ ਚੈੱਕ ਕਰਨ ਵਾਸਤੇ, ਸਿਕਿਉਰਿਟੀ ਚੈੱਕ ਕਰਨ ਵਾਸਤੇ, ਤੇ ਉਹ ਅਸੀਂ ਜਵਾਬ ਲਿਖ ਕੇ ਭੇਜੇ ਨੇ। ਤੇ ਹੁਣ ਦੇਖਦੇ ਹਾਂ ਕਦੋਂ ਸਾਨੂੰ ਐਕਸੈਸ ਦਿੰਦੇ ਨੇ। ਇੱਥੇ ਹੀ ਅਸੀਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ, ਸਾਡੇ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ, ਤੇ ਮਿਲਦੇ ਹਾਂ ਕੱਲ੍ਹ ਨੂੰ। ਕੱਲ੍ਹ ਦਾ ਸ਼ੋਅ ਜਿਹੜਾ ਇਹ ਨਵਜੋਤ ਸਿੰਘ ਦਾ ਹੈ, ਮਿਊਜ਼ਿਕ ਦੇ ਸੰਬੰਧ ਵਿੱਚ, ਗੁਰਮਤ ਜਿਹੜਾ ਸੰਗੀਤ ਦੇ ਸੰਬੰਧ ਵਿੱਚ ਹੁੰਦਾ ਹੈ। ਫਿਰ ਭੈਣ ਜੀ ਆ ਜਾਂਦੇ ਨੇ ਸਾਡੇ ਫਰਾਈਡੇ, ਤੇ ਇਸੇ ਤਰ੍ਹਾਂ ਇਹ ਪ੍ਰੋਗਰਾਮ ਜਿਹੜੀ ਲਗਾਤਾਰਤਾ ਹੈ ਤੁਹਾਨੂੰ ਪਤਾ ਹੈ ਹਰ ਹਫਤੇ ਦੇ ਸ਼ੋਅ ਬਾਰੇ। ਜੁੜੇ ਰਹੋ ਸਿੰਘਨਾਥ TV ਦੇ ਨਾਲ, ਤੇ ਅਸੀਂ ਲੈ ਕੇ ਆਉਂਦਾ ਰਹਾਂਗੇ ਤੁਹਾਡੇ ਲਈ ਜਿਹੜੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਪ੍ਰੋਗਰਾਮ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।